ਤੂਫਾਨ ਲੈ ਸਭੈ ਸੁਕਰੁੱਧ ਸੂਰਮਾ ਚਲੇ ਬੀਨ ਬੀਨ ਜੇਲੇ ਪਰ ਬੀਨ ਵੀ ਰਹਾ ਭਲੇ। ਹੱਥਾਂ ਦੇ ਵਿੱਚ ਤੀਰ ਫੜ ਕੇ ਮਤਲਬ ਹੈ ਕਿ ਮਨ ਵਿੱਚ ਨਵੇਂ ਤਰਕ ਲੈ ਕੇ ਨਵੀਆਂ ਗੱਲਾਂ ਲੈ ਕੇ ਫਿਰ ਦੁਬਾਰਾ ਆਏ। ਚੰਗੇ ਚੰਗੇ ਛੰਟਵੇਂ ਬੰਦੇ ਲਿਆਂਦੇ, ਸਮਝਦਾਰ ਬੰਦੇ ਲਿਆਂਦੇ। ਹਰ ਕੋਈ ਨਹੀਂ ਬੋਲੂਗਾ, ਸਮਝਦਾਰ ਆਦਮੀ ਬੋਲ। ਔਰ ਉਹ ਗੱਲਾਂ ਕਹਿਣੀਆਂ ਨੇ, ਉਹ ਗੱਲਾਂ ਹੀ ਉਹਨਾਂ ਨੇ ਕਹੀਆਂ ਨੇ ਜਿਹਦਾ ਉਹਨਾਂ ਨੂੰ ਪਤਾ ਸੀ, ਤਸੱਲੀ ਸੀ ਵੀ ਇਹਦਾ ਜਵਾਬ ਉਹਨਾਂ ਕੋਲ ਨਹੀਂ ਹੈ। ਜਿਹਨੂੰ ਸਾਨੂੰ ਇਹ ਪਤਾ ਵੀ ਇਹ ਗੱਲ ਕਮਜ਼ੋਰ ਹੈ, ਇਹਦਾ ਜਵਾਬ ਹੈਗਾ, ਉਹ ਉਹਨਾਂ ਨੇ ਗੱਲਾਂ ਛੱਡਤੀਆਂ, ਉਹ ਨਹੀਂ ਕਹੀਆਂ। ਸ਼ੰਕ ਛੋੜ ਕੇ ਫਿਰ ਸ਼ੰਕਾ ਛੱਡਤੀ। ਜਿਹੜੀ ਗੱਲ ਤੇ ਸ਼ੰਕਾ ਸੀ ਉਹਨਾਂ ਨੂੰ ਖੁਦੇ ਵੀ ਇਹ ਕਮਜ਼ੋਰ ਹੈ, ਉਹ ਗੱਲ ਨਹੀਂ ਉਹ ਕਹਿੰਦੇ, ਕਹਿਣੀ ਉਹ ਨਹੀਂ, ਇਹਦਾ ਫਾਇਦਾ ਹੀ ਨਹੀਂ ਕੋਈ। ਨਿਸ਼ੰਕ ਘਾਏ ਡਾਰ ਹੀ। ਹਾਂ, ਨਿਸ਼ੰਕ ਜਿਹੜੀ ਗੱਲ ਤੇ ਸ਼ੰਕਾ ਨਹੀਂ ਉਹਦੇ ਕੰਮ ਕਰਦੇ ਨੇ ਵੀ ਇਹਦਾ ਜਵਾਬ ਨਹੀਂ ਉਹਨਾਂ ਕੋਲ ਹੈ। ਵਜ਼ਨਦਾਰ ਗੱਲ ਕਰਦੇ ਨੇ। ਆਖਰ ਜੋਗੀਆਂ ਦਾ ਜਿਹੜਾ ਸੀ ਉਹਨਾਂ ਕੋਲ ਕਿਹੜਾ ਤਤ ਗਿਆਨ ਸੀਗਾ, ਉਹ ਵੀ ਇਹੋ ਜਿਹਾ ਹੀ ਗਿਆਨ ਸੀ ਉਹਨਾਂ ਕੋਲ ਵੀ। ਦਿਸ਼ਾਹੀਨ ਉਹ ਵੀ ਹੋਏ ਸੀ। ਬਾਜ਼ਾਰ ਦੇ ਵਿੱਚ ਆਮ ਜਿਹੜੀ ਗੱਲ ਜੋਗੀਆਂ ਨਾਲ ਚੱਲਦੀ ਸੀ ਉਹਦੇ ਵਿੱਚ ਜੋਗੀ ਚੁੱਪ ਕੀਤੇ ਹੋਏ ਸੀ, ਉਹਨਾਂ ਕੋਲ ਬਹੁਤਾ ਗਿਆਨ ਨਹੀਂ ਸੀਗਾ। ਹੁਣ ਉਹਨਾਂ ਨੂੰ 5-4 ਦਿਨ 'ਚ ਗਿਆਨ ਹੋਰ ਮਿਲ ਗਿਆ, ਜਾਂ ਪਹਿਲਾਂ ਵੀ ਸ਼ਾਇਦ ਉਹਦੀ ਸੰਪਰਕ ਹੋਵੇ, ਥੋੜਾ ਬਹੁਤ ਲੀਕ ਆਊਟ ਹੁੰਦੀ ਹੋਵੇ ਗੱਲ। ਹੁਣ ਜ਼ਿਆਦਾ ਸਿਆਣੇ ਹੋ ਗਏ। ਹਾਂ, ਸੋ ਅੰਗ ਭੰਗ ਹੋਏ ਗ੍ਰਹਿ ਨਾ ਜੰਗ ਤੇ ਪਧਾਰ ਹੀ। ਸੋ ਅੰਗ ਭੰਗ ਹੋਏ ਗ੍ਰਹਿ, ਜਿਹੜੀ ਗੱਲ ਉਹਨਾਂ ਦੀ ਕੱਟੀ ਜਾਂਦੀ ਹੈ ਉਹਨੂੰ ਛੱਡ ਦਿੰਦੇ ਨੇ। ਜਿਹੜੀ ਗੱਲ ਦਾ ਪਤਾ ਲੱਗਦਾ ਜੋਗੀਆਂ ਨੂੰ ਵੀ ਸਾਡੇ 'ਚ ਨੁਕਸ ਉਹ ਛੱਡ ਦਿੰਦੇ ਨੇ। ਜਿਹੜਾ ਦੂਜਿਆਂ ਨੂੰ ਪਤਾ ਲੱਗਦਾ ਉਹ ਡਰ ਹੀ ਉਹਨੂੰ ਛੱਡ ਦਿੰਦੇ ਨੇ। ਜਿਹੜਾ ਉਹਨਾਂ ਦਾ ਗੁਣ ਜਿਹਨੂੰ ਉਹ ਮੰਨੀ ਬੈਠੇ ਨੇ, ਕਰਮਕਾਂਡ ਅੰਗੇ ਹੁੰਦਾ, ਧਰਮ ਦਾ ਅੰਗੇ ਹੁੰਦਾ ਕਰਮਕਾਂਡ, ਹੋਰ ਕੀ ਹੁੰਦਾ। ਹੋਰ ਅੰਗ ਸਰੀਰ ਦੇ ਅੰਗ ਥੋੜੀ ਕੱਟਦੇ ਨੇ, ਉਹ ਧਰਮ ਦੇ ਅੰਗ ਕੱਟਦੇ ਨੇ। ਧਰਮ ਦੇ ਅੰਗ ਪੈਰ ਹੁੰਦੇ ਨੇ ਜਿਹੜੇ ਕਰਮਕਾਂਡ ਨੇ। ਧਰਮ ਦੇ ਅੰਗ ਕਰਮਕਾਂਡ ਇਹਨਾਂ ਨੇ ਮੰਨ ਲਏ ਨੇ, ਪਰ ਗੁਰਬਾਣੀ ਧਰਮ ਦੇ ਅੰਗ ਜਿਹੜੇ ਮੰਨਦੀ ਹੈ ਸਿਰਫ ਗੁਣਾਂ ਨੂੰ ਮੰਨਦੀ ਹੈ। ਗੁਣ ਹੀ ਧਰਮ ਦੇ ਅੰਗ ਨੇ। ਉਹ ਜਿਹੜੀ ਅਸ਼ਟਮੀ ਅਸ਼ਟਧਾਤ ਕੀ ਕਾਇਆ ਹੈ, ਉਹ 8 ਅੰਗੇ ਨੇ ਸਰੀਰ ਦੇ, ਅੰਦਰਲੀ ਕਾਇਆ ਦੇ। ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੋਇਭੰਗ। ਇਹ 8 ਪੱਖ ਨੇ, 8 ਅੰਗ ਨੇ। ਇਹਦੀ ਕਾਇਆ ਬਣ ਜਾਂਦੀ ਹੈ। ਜਿਵੇਂ ਸਾਡੇ 2 ਹੱਥ ਨੇ, 2 ਲੱਤਾਂ ਨੇ, ਸਿਰ ਹੈ, ਧੜ ਹੈ, ਛਾਤੀ ਹੈ, ਪੇਟ ਹੈ, ਅੰਗ ਨੇ ਇਹ। ਇਵੇਂ ਇਹ ਅੰਗ ਨੇ। ਜਿਹੜੇ ਅੰਗ ਭੰਗ ਹੋ ਜਾਂਦੇ ਨੇ, ਜਿਹੜੇ ਕਰਮਕਾਂਡ ਕੱਟੇ ਜਾਂਦੇ ਨੇ, ਉਹ ਕਹਿੰਦੇ ਨੇ ਠੀਕ ਹੈ, ਨਹੀਂ ਕਰਦੇ। ਸੋ ਅੰਗ ਭੰਗ ਹੋਏ ਗ੍ਰਹਿ ਛੱਡ ਦਿੰਦੇ ਨੇ, ਘੇਰ ਦਿੰਦੇ ਨੇ ਉਹਨੂੰ। ਜਿਹੜੇ ਉਹਨਾਂ ਦੇ ਕਰਮਕਾਂਡ ਖੰਡਨ ਹੋ ਜਾਂਦੇ ਨੇ, ਜਿਹਦਾ ਵੀ ਦੋਵਾਂ ਪਾਸਿਆਂ 'ਚੋਂ, ਉਹਨੂੰ ਮੰਨੀ ਜਾਂਦੇ ਨੇ। ਕਹਿਣ ਦਾ ਮਤਲਬ ਵੀ ਹਾਂ ਬਈ ਇਹ ਛੱਡਣ ਵਾਲੀ ਉਹ ਗੱਲ ਹੈ, ਇਹਦੇ 'ਚ ਕੋਈ ਲਾਭ ਨਹੀਂ ਹੈਗਾ। ਨਾ ਜੰਗ ਤੇ ਪਧਾਰ ਹੀ। ਪਰ ਜੰਗ ਦੇ ਪਿੱਛੇ ਨਹੀਂ ਹਟਦੇ। ਗਿਆਨ ਚਰਚਾ ਅੱਗੇ ਵਧੀ ਜਾਂਦੀ ਹੈ। ਜਿਹੜੀ ਕਿਸੇ ਦੀ ਗੱਲ ਗਲਤ ਹੈ ਉਹਨੂੰ ਮੰਨੀ ਜਾਂਦੇ ਨੇ ਵੀ ਹਾਂ ਗਲਤ ਹੈ, ਇਹ 'ਚ ਕੋਈ ਵਜ੍ਹਾ ਨਹੀਂ। ਧਰਮ ਦਾ ਇਹ 'ਚ ਕੋਈ ਬਹੁਤਾ ਲੈਣਾ ਦੇਣਾ ਹੈ ਨਹੀਂ। ਜਿਵੇਂ ਅਸੀਂ ਕੇਸਾਂ ਦੀ ਯਾਰ ਗੱਲ ਕਰੀ ਜਾਈਏ ਕੱਲੀ ਹੋਈ, ਕੇਸਾਂ ਦਾ ਤਾਂ ਕੋਈ ਧਰਮ ਨਾਲ ਬਹੁਤਾ ਲੰਬਾ ਚੌੜਾ ਕੰਮ ਨਹੀਂ। ਪਹਿਲੀ ਸਟੇਜ ਦੇ ਉੱਤੇ, ਪਹਿਲੀ ਸਟੇਜ ਤੇ ਕੋਈ ਕੰਮ ਨਹੀਂ। ਜਦ ਗਾਹਾਂ ਜਾਊ ਫਿਰ ਗਾਹਾਂ ਦੀ ਗੱਲ ਹੈ। ਸਟਾਰਟ ਦੇ ਵਿੱਚ ਜੇ ਅਸੀਂ ਕੇਸਾਂ ਦੇ ਲਾ ਕੇ ਖਤਮੇ ਕਰ ਦਈਏ, ਗਾਹਾਂ ਤੁਰੀਏ ਹੀ ਨਾ। ਇੱਥੇ ਤਾਂ ਕੇਸ ਰੱਖ ਲਓ, ਪੌੜ ਲੈ ਲਓ, ਬਸ ਖਤਮ ਹੈ। ਗਾਹਾਂ ਗੱਲ ਨੂੰ ਤਾਂ ਕਹਿੰਦੇ ਨਹੀਂ ਕੋਈ ਕੁਝ। ਇਹਨਾਂ ਨੇ ਸਮਾਪਤ ਕੇਸਾਂ ਤੇ ਕਰਤਾ। ਗੱਲ ਇਹ ਹੈ ਜੇ ਜਦੋਂ ਸਮਾਪਤ ਕਰ ਦਿੰਦੇ ਹੋ ਤੁਸੀਂ, ਉਹ ਡਿੱਕਾ ਬਣ ਗਏ। ਫਿਰ ਕੇਸ ਇਹ ਕੇਸ ਡਿੱਕਾ ਬਣ ਗਏ ਧਰਮ ਦੇ ਵਿੱਚ। ਕਿਰਪਾਨ ਇੱਕ ਕਸ਼ਹਿਰਾ ਕੰਗਾ ਅੜਿੱਕਾ ਬਣ ਗਏ, ਤਾਂ ਤੁਹਾਡੀ ਅੜਿੱਕਾ ਬਣਾ ਲਏ ਤੁਸੀਂ ਤਾਂ। ਇਸ ਕਰਕੇ ਆ ਵੀ ਇਹਨਾਂ ਦੀ ਕੋਈ ਲੋੜ ਨਹੀਂ ਹੈਗੀ। ਬਾਅਦ ਦੇ ਵਿੱਚ ਦੇਖਿਓ, ਤੁਰੋ ਤਾਂ ਸਹੀ ਪਹਿਲਾਂ ਤੁਸੀਂ। ਇੱਥੇ ਹੀ ਆ ਕੇ ਖੜ ਗਏ, ਬਸ ਇਹ ਬਦਲ ਲਓ, ਬਾਕੀ ਲੋੜ ਹੀ ਨਹੀਂ ਕੁਛ ਕਰਨ ਦੀ। ਇਹ ਪਖੰਡ ਹੋ ਗਿਆ। ਹੁਣ ਇਹ ਪਖੰਡ ਬਣ ਗਿਆ। ਪਖੰਡ ਨਹੀਂ ਸੀ ਇਹ, ਪਖੰਡ ਨਹੀਂ ਸੀ।
ਬਾਹਰਲਾ ਕੱਪੜਾ ਸਰੀਰ ਤੇ ਪਾਉਣਾ ਅਲੱਗ ਗੱਲ ਹੈ, ਪਰ ਸਰੀਰ ਨੂੰ ਅੰਦਰੋਂ ਖੁਰਾਕ ਦੇ ਕੇ ਅੰਦਰੋਂ ਤਕੜਾ ਕਰਨਾ ਅਲੱਗ ਗੱਲ ਹੈ। ਕਿ ਕੱਪੜਿਆਂ ਨਾਲ ਸਰਜੂਗਾ ਸਰੀਰ ਨੂੰ ਜੇ ਖਾਈਏ ਪੀਏ ਨੂੰ ਕੁਛ? ਸਰੀਰ ਨੂੰ ਅੰਦਰੋਂ ਤਾਕਤ ਕਿਹਦੇ ਨਾਲ ਮਿਲਣੀ ਹੈ? ਕੱਪੜੇ ਨਾਲ ਕੋਈ ਤਾਕਤ ਨਹੀਂ ਮਿਲਣੀ, ਜਿੰਨਾ ਮਰਜ਼ੀ ਕੀਮਤੀ ਹੋਵੇ। ਤਲਵਾਰ ਨਾਲ ਗੱਲੀ ਨਾਲ ਤਾਕਤ ਨਹੀਂ ਮਿਲਣੀ ਹੈ। ਤਲਵਾਰ ਨੂੰ ਚਲਾਉਣ ਵਾਲੀ ਤਾਕਤ ਹੋਰ ਹੈ। ਜੇ ਤਲਵਾਰ ਪਾ ਲਈ ਤੁਸੀਂ, ਹਥਿਆਰ ਲੈ ਲੈ ਕੋਲ, ਤੇ ਚਲਾਉਣ ਵਾਲੀ ਤਾਕਤ ਕਿੱਥੇ? ਚਲਾਉ ਤਾਂ ਸਰੀਰ ਦੀ ਤਾਕਤ ਨਾਲ ਚੱਲਣਾ ਹੈ, ਬਾਣੇ ਨਾਲ ਥੋੜੀ ਚੱਲ ਜਾਣਾ ਹਥਿਆਰ। ਅਸਲ ਬੁੱਧ ਬਲ ਚਾਹੀਦਾ ਹੈ। ਬੁੱਧ ਬਲ ਚਾਹੀਦਾ ਸੀ। ਬਾਹਰਲਾ ਦਾ ਭੇਖ, ਬਾਹਰਲਾ ਦਾ ਜਿਹੜਾ ਸਰੂਪ ਹੈ, ਬਣ ਹੈ, ਉਹ ਤਾਂ ਸਾਬਤ ਕਰਦਾ ਵੀ ਇਹਦੇ ਕੋਲ ਬੁੱਧ ਬਲ ਪੂਰਾ ਹੈ। ਉਹ ਤਾਂ ਸਾਡਾ ਮਾਰਕ ਹੈ, ਬਾਹਰ ਦਿਖਾਵਾ ਹੈ ਵੀ ਇਹਦੇ ਕੋਲ ਪੂਰਾ ਬੁੱਧ, ਪੂਰੀ ਬੁੱਧ ਦਾ ਮਾਲਕ ਹੈ। ਬੁੱਧ ਹੈ ਨਹੀਂ, ਦਿਖਾਵਾ ਪੂਰੀ ਬੁੱਧ ਦਾ, ਲੈਵਲ ਪੂਰੀ ਬੁੱਧ ਲਾ ਲਿਆ। ਇਸ ਕਰਕੇ ਭੇਖ ਪਖੰਡ ਬਣ ਗਿਆ। ਇਹ ਲੈਵਲ ਤਾਂ ਬੋਰਡ ਦਾ ਪੂਰੀ ਬੁੱਧ ਦਾ ਲਾਇਆ ਹੈ। ਬੁੱਧ ਹੈ ਨਹੀਂ, ਬਿਲਕੁਲ ਇਹ ਹੈ ਨਹੀਂ। ਧਰਮ ਦੀ ਕੋਈ ਨੌਲੇਜ ਹੈ ਨਹੀਂ, ਲੈਵਲ ਪੂਰੀ ਬੁੱਧ ਦਾ ਲਾਇਆ ਹੈ। ਰਹਿ ਗਏ ਸਦਾਈ ਪਾਗਲ। ਸਿੱਖੀ ਛੱਡਤੀ, ਭੇਖ ਲੈ ਲਿਆ। ਭੇਖ ਰਹਿ ਗਿਆ, ਸਿੱਖੀ ਖਤਮ ਹੋ ਗਈ। ਜਦ ਸਿੱਖੀ ਦਾ ਚਰਚਾ ਹੋਈ ਕੋਰਟ ਵਿੱਚ, ਫਿਰ ਹੱਥ ਖੜੇ ਕਰ ਗਏ। ਜਦ ਸਿੱਖੀ ਤੇ ਚਰਚਾ ਹੋਈ ਵੀ ਸਿੱਖੀ ਕਿੱਥੇ ਹੈ ਜੀ, ਉਹ ਕਹਿੰਦੇ ਇਹ ਜੀ ਸਿੱਖੀ ਤਾਂ ਹੈ ਨਹੀਂ। ਫਿਰ ਭੇਖ ਕਾਸ ਨੂੰ ਬਣਾਏ ਨੇ ਤੁਸੀਂ, ਲੈਵਲ ਕਾਸ ਨੂੰ ਲਾਏ ਨੇ। ਲੈਵਲ ਕਾਸ ਨੂੰ ਲਾਏ ਨੇ, ਝੂਠ ਤੇ ਲਾਏ ਨੇ। ਫਿਰ ਲੈਵਲ ਗੱਲ ਇਹ ਇੱਥੇ ਚਰਚਾ ਹੋ ਰਹੀ ਹੈ। ਹੁਣ ਆ ਕੇ ਚਰਚਾ ਇੱਥੇ ਆ ਗਈ, ਫਿਰ ਮੰਨਣਾ ਪੈ ਗਿਆ ਵੀ ਸਿੱਖੀ ਤਾਂ ਹੈ ਨਹੀਂ। ਪਿਆ ਨਾ ਮੰਨਣਾ ਕੋਰਟ ਵਿੱਚ, ਐ ਮੰਨ ਰਹੇ ਨੇ ਆ ਕੇ। ਜਦੋਂ ਗੱਲ ਪਬਲਿਕ 'ਚ ਆ ਜਾਂਦੀ ਹੈ, ਫਿਰ ਸੱਚ ਨੂੰ ਸੱਚ, ਝੂਠ ਨੂੰ ਝੂਠ ਮੰਨਣਾ ਪੈ ਜਾਂਦਾ ਹੈ। ਤਾਂ ਮੰਨਣਾ ਪਊਗਾ ਹੀ। ਇਸ ਕਰਕੇ ਰਾਜਾ ਨੇ ਕਿਹਾ ਵੀ ਫਾਲਤੂ ਗੱਲ ਨਹੀਂ ਕਰਨੀ ਹੈ, ਗੱਲ ਅਕਲ ਦੀ ਕਰੋ, ਜਿਹਦਾ ਜਵਾਬ ਹੈ ਨਹੀਂ। ਜਿਹੜੀ ਗੱਲ ਐਵੇਂ ਕਰ ਦੇਣੀ ਹੈ, ਕੱਟੀ ਜਾਣੀ ਹੈ, ਉਹ ਕੋਈ ਗਿਆਨ ਦੀ ਚਰਚਾ ਥੋੜ੍ਹੀ ਹੁੰਦੀ, ਉਹਦਾ ਮੂਰਖਾਂ ਦੀ ਚਰਚਾ ਹੁੰਦੀ। ਉਹੀ ਗੱਲ ਫਿਰ ਕਰੀ ਜਾਣੀ, ਉਹੀ ਜਿਵੇਂ ਮਿਸ਼ਨਰੀ ਵਾਲੇ ਕਰਦੇ ਨੇ, ਉਹੀ ਦੋ ਤੁਕਾਂ ਲਿਆ ਕੇ ਉਹੀ ਗੱਲ ਕਰੀ ਜਾਂਦੇ ਨੇ। ਇਹ ਲੋਕ ਬਦਨਾਮ ਆਪੇ ਹੀ ਹੋ ਜਾਂਦੇ। ਉਹਨਾਂ ਪਤਾ ਲੱਗਦਾ ਜਾਂਦਾ ਵੀ ਇਹ ਤਾਂ ਪਾਗਲ ਨੇ, ਸਦਾਈ ਨੇ, ਪੱਲੇ ਹੀ ਕੁਛ ਹੈ ਨਹੀਂ। ਹੋਰ ਦੂਜੇ ਆਦਮੀ ਤਾਂ ਸਿਆਣੇ ਨਹੀਂ, ਜਿਹੜੇ ਇਹਨੂੰ ਦੇਖਦੇ ਨਹੀਂ ਹਨ। ਕਿਸੇ ਤੇ ਵੀ ਨਹੀਂ ਅਸਰ ਪੈਂਦਾ ਹੁੰਦਾ ਇਹੋ ਜਿਹੀਆਂ ਗੱਲਾਂ ਦਾ। ਫਿਰ ਨਿਸਪਾਲਕ ਛੰਦ ਤਨ ਸਰ ਆਣ ਅਰਮਾਨ ਕਰ ਛੋ ਰਹੀ। ਤਾਨ ਸਰ ਆਣ ਅਰਮਾਨ ਕਰ ਛੋ ਰਹੀ। ਤਾਣ ਸਰ, ਤੀਰ ਨੂੰ ਤਾਣ ਕੇ ਪੂਰੀ ਤਾਕਤ ਨਾਲ ਗੱਲ ਨੂੰ ਕਹਿੰਦੇ ਨੇ, ਪੂਰੀ ਬੁੱਧ ਨਾਲ, ਪੂਰੀ ਸਮਝ ਨਾਲ ਗੱਲ ਨੂੰ ਕਰਦੇ। ਜਿਹੜਾ ਤਰਕ ਕਰਦੇ ਨੇ, ਪੂਰੀ ਸਮਝ ਨਾਲ ਤਰਕ ਕਰਦੇ ਨੇ। ਕੋਈ ਛੋਟਾ ਮੋਟਾ ਤਰਕ ਨਹੀਂ ਕਰਦੇ, ਹੁਣ ਐਵੇਂ ਫਜ਼ੂਲ ਗੱਲਾਂ ਨਹੀਂ ਕਰਦੇ। ਪੂਰੀ ਸਮਝ ਨਾਲ ਗੱਲ ਕਰਦੇ ਨੇ, ਤਾਣ ਕੇ, ਪੂਰਾ ਤਾਣ ਦਾ ਮਤਲਬ ਪੂਰੀ ਸ਼ਕਤੀ ਲਾ ਕੇ। ਤਾਣ ਸਰ ਆਣ, ਹਾਂ, ਅਰਮਾਨ ਕਰ ਛੋ, ਪੂਰੀ ਬੁੱਧ ਬਲ ਲਾ ਕੇ, ਪੂਰੀ ਅਕਲ ਨਾਲ ਗੱਲ ਕਰਦੇ ਨੇ, ਪੂਰੇ ਗਿਆਨ ਨਾਲ ਗੱਲ ਕਰਦੇ ਨੇ। ਸਰ ਜਿਹੜੇ ਵੀ ਤਰਕ ਮਾਰਦੇ ਨੇ, ਤਰਕ ਕਰਦੇ ਨੇ, ਅਰਮਾਨ ਕਰ ਛੋ ਰਹੀ। ਔਰ ਇਸ ਮਾਣ ਨਾਲ ਛੱਡਦੇ ਨੇ ਵੀ ਇਹਦਾ ਜਵਾਬ ਨਹੀਂ ਹੈ। ਹੁਣ ਵੀ ਇਹ ਘਾਇਲ ਕਰੂਗਾ ਇਹਨਾਂ ਨੂੰ। ਇਹੋ ਜਿਹੇ ਤਰਕ ਦਿੰਦੇ ਨੇ ਜਿਹਦਾ ਗਾਹਾਂ ਉਹ ਸਮਝਦੇ ਨੇ ਵੀ ਇਹਦਾ ਜਵਾਬ ਹੈ ਨਹੀਂ। ਭਾਵੇਂ ਜਵਾਬ ਕਿਸੇ ਹੋਵੇ ਦੂਏ ਕੋਲ, ਪਰ ਤਰਕ ਦੇਣ ਵਾਲਾ ਸਮਝਦਾ ਵੀ ਇਹਦਾ ਜਵਾਬ ਹੈ ਨਹੀਂ। ਉਹ ਸਮਝਦਾ ਇਹਦਾ ਜਵਾਬ ਹੈ ਨਹੀਂ। ਐਨ ਸਰ ਚੈਨ ਕਰ ਤੈਨ ਕਰ ਜੋ ਰਹੀ। ਐਨ ਸਰ, ਬਿਲਕੁਲ ਇਸ ਤਰੀਕੇ ਨਾਲ ਤੀਰ ਮਾਰਦੇ ਨੇ। ਚੈਨ ਕਰ, ਉਹ ਜਿਹੜਾ ਮਤਲਬ ਹੈ ਤੀਰ ਮਾਰਦੇ ਨੇ, ਉਹ ਪੂਰੇ ਤਸੱਲੀ ਨਾਲ ਮਾਰਦੇ ਨੇ। ਕੋਈ ਝਗੜੇ ਵਾਲੀ ਗੱਲ ਨਹੀਂ ਹੈ ਹੋ ਰਹੀ। ਅਮਨ ਚੈਨ ਕਰਨ ਵਾਸਤੇ ਤੀਰ ਮਾਰਦੇ ਨੇ। ਅਮਨ ਚੈਨ ਕਦ ਹੁੰਦਾ? ਜਾਂ ਮੱਤ ਇੱਕ ਹੋ ਜਾਵੇ। ਇਹਦਾ ਮਤਲਬ ਹੈ ਮੱਤ ਇੱਕ ਹੋਣ ਦੇ ਨੇੜੇ ਆਈ ਹੋਈ ਆ। ਜਦ ਮੰਨੀ ਜਾਂਦੇ ਨੇ, ਉਹ ਮੰਨੀ ਜਾਂਦੇ ਨੇ ਗਲਤੀ ਨੂੰ, ਆਪਣੀ ਨੂੰ, ਜਿਹੜੇ ਕਰਮਕਾਂਡ ਗਲਤ ਨੇ, ਦੂਏ ਵੀ ਮੰਨੀ ਜਾਂਦੇ ਨੇ। ਇਹ ਚੈਨ ਸਰ ਨੇ। ਹੁਣ ਇਹ ਤਰਕ ਇਹੋ ਜਿਹੇ ਨੇ ਜਿਨ੍ਹਾਂ ਨਾਲ ਅਮਨ ਚੈਨ ਪੈਦਾ ਹੋਊਗਾ, ਇੱਕ ਮੱਤ ਪੈਦਾ ਹੋਊਗੀ।
ਅਮਨ ਚੈਨ ਕਦ ਨਹੀਂ ਪੈਦਾ ਹੁੰਦਾ? ਜਦ ਮੇਰੇ 'ਚ ਗਲਤੀਆਂ ਮੈਂ ਮੰਨਾਂ ਨਾ। ਜਦ ਮੰਨੇ ਨਾ ਦੂਆ ਆਦਮੀ, ਧਰਮ ਦੇ ਵਿੱਚ ਜਿੰਨੀਆਂ ਵੀ ਝੂਠ ਨੇ ਧਰਮ ਦੇ ਵਿੱਚ, ਜੇ ਉਹਨਾਂ ਨੂੰ ਮੰਨਣਾ ਹੀ ਨਹੀਂ ਤੇ ਫਿਰ ਬੇਚੈਨੀ ਹੋਣੀ ਹੈ। ਆਪਣੇ ਆਪਣੇ ਝੂਠ ਲਈ ਫਿਰਦੇ ਨੇ। ਇਹ ਝੂਠ ਦਾ ਹੀ ਰੌਲਾ ਹੈ। ਜੇ ਝੂਠ ਸਾਰੇ ਮੰਨ ਲੈਣ ਵੀ ਝੂਠ ਨੂੰ ਸਾਰੇ ਮੰਨਦੇ ਨੇ, ਚੰਗਾ ਨਹੀਂ ਹੈ। ਧਰਮ ਦਾ ਝੂਠ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਪਰ ਝੂਠ ਨੂੰ ਇਹ ਧਰਮ 'ਚ ਵਾੜੀ ਫਿਰਦੇ ਨੇ। ਜੇ ਝੂਠ ਨੂੰ ਇਹ ਛੱਡਣਾ ਮੰਨ ਲੈਣ ਸਾਰੇ ਮੱਤਾਂ ਵਾਲੇ, ਸਾਰੇ ਧਰਮਾਂ ਵਾਲੇ, ਚੈਨ ਹੋ ਗਈ। ਜਿਹੜੇ ਕਰਮਕਾਂਡ ਉਹਨਾਂ ਦੇ ਫਜ਼ੂਲ ਨੇ ਉਹਨਾਂ ਨੂੰ ਮੰਨ ਲੈਣ, ਚਾਹੇ ਕਰੀ ਜਾਣ, ਮੰਨ ਲੈਣ ਵੀ ਫਜ਼ੂਲ ਨੇ। ਗੰਗਾ ਇਸ਼ਨਾਨ ਹੈ ਕਰੀ ਜਾਣ, ਪਰ ਮੰਨਣ ਵੀ ਫਜ਼ੂਲ ਹੈ। ਪਬਲਿਕ ਤਾਂ ਨਹੀਂ ਗੁੰਮਰਾਹ ਹੋਊਗੀ। ਕਿੰਨੇ ਲੋਕ ਮਰ ਗਏ, ਕਿੰਨਾ ਨੁਕਸਾਨ ਹੋ ਗਿਆ ਉੱਥੇ। ਐਵੇਂ ਭੀੜ ਇਕੱਠੀ ਹੁੰਦੀ ਹੈ ਬੇਮਤਲਬ ਦੀ। ਨੁਕਸਾਨ ਕੀ ਹੋਇਆ? ਲਾਭ ਕੀ ਹੋਣਾ? ਕੁਝ ਵੀ ਨਹੀਂ। ਲਾਭ ਇਹਦਾ ਕੁਝ ਨਹੀਂ ਹੋਣਾ ਹੈ। ਸਿਰਫ ਇਹ ਦਿਖਾਵਾ ਹੋਊ ਵੀ ਇੰਨੀ ਸਾਡੀ ਇਕੱਠ ਹੋ ਜਾਂਦਾ ਹਿੰਦੂਆਂ ਦਾ, ਬਸ। ਸ਼ਕਤੀ ਪ੍ਰਦਰਸ਼ਨ ਹੈ ਆਪਣੇ ਆਪਣੀਆਂ ਮੱਤਾਂ ਦੇ, ਝੂਠੀਆਂ ਮੱਤਾਂ ਦੇ ਸ਼ਕਤੀ ਪ੍ਰਦਰਸ਼ਨ ਨੇ, ਹੋਰ ਕੁਝ ਨਹੀਂ ਹੈ ਇਹਦੇ 'ਚ। ਇਕੱਠ ਜਿਹੜੇ ਨੇ ਇਹ ਸ਼ਕਤੀ ਪ੍ਰਦਰਸ਼ਨ ਹੈ। ਮੂਰਖਾਂ ਦੇ ਇਕੱਠ ਕੀਤੇ ਹੋਏ ਨੇ, ਅਗਿਆਨੀਆਂ ਦੇ ਇਕੱਠ। ਗਿਆਨ ਦੀ ਤਾਂ ਉੱਥੇ ਕੋਈ ਗੱਲ ਹੁੰਦੀ ਹੋ ਨਹੀਂ ਹੈ। ਨਾ ਗਿਆਨ ਕੋਈ ਚਰਚਾ ਹੁੰਦੀ ਹੈ, ਨਾ ਕੋਈ ਗਿਆਨ ਦਾ ਉਪਦੇਸ਼ ਹੁੰਦਾ। ਉਹ ਫਿਰ ਜੇ ਕੋਈ ਬੋਲੇ ਉਹ ਦੂ ਕਰਕੇ ਦੂਏ ਤੇ ਹਮਲਾ ਕਰ ਦਿੰਦੇ ਨੇ। ਤਾਂ ਕਿਤੇ ਨੇ ਇਕੱਠ ਵੀ, ਜੇ ਕੋਈ ਖਿਲਾਫ ਬੋਲੂ ਤਾਂ ਸਾਡੇ ਕੋਲ ਇੰਨੀ ਪਬਲਿਕ ਹੈ ਸਾਡੇ ਨਾਲ, ਹੋਰ ਕੁਝ ਨਹੀਂ ਹੈ। ਹੋਰ ਇਹ 'ਚ ਕੀ ਹੈ? ਉਹ ਤਾਂ ਹੀ ਇਲੈਕਸ਼ਨ ਦੀ ਗੱਲ ਇੱਥੇ ਕਰਨੀ ਚਾਹੁੰਦੇ ਸੀ ਵੀ ਇੰਨੇ ਬੰਦੇ ਇਕੱਠੇ ਨੇ, ਜੇ ਕਹਿ ਦੇਣ ਵੀ ਹਾਂ ਜੀ ਉੱਥੇ ਹੋਇਆ ਵੋਟਾਂ ਮਿਲ ਜਾਣਗੀਆਂ। ਇਹ ਜਿਹੀਆਂ ਚੀਜ਼ਾਂ ਨੂੰ ਮਿਸਯੂਜ਼ ਕਰਦੇ ਹੁੰਦੇ ਨੇ ਜਿਹੜੇ ਆਦਮੀ ਹੁੰਦੇ ਨੇ। ਉਹ ਕੌਣ ਨੇ? ਉਹ ਸ਼ਾਤਰ ਆਦਮੀ ਨੇ। ਉਹਦੇ ਤਾਂ ਸ਼ਾਤਰ ਨੇ ਸਾਰੇ, ਉਹ ਤਾਂ ਜਾਣਦੇ ਨੇ। ਇਹ ਅਕਾਲ ਤਖਤ ਤੇ ਕਸਮਾਂ ਖਾ ਕੇ ਸਭ ਕੁਝ ਕਰਕੇ ਝੂਠ ਬੋਲ ਜਾਂਦੇ, ਫਿਰ ਜਾਂਦੇ ਨੇ। ਇਹ ਕਿਸੇ ਧਰਮ ਨੂੰ ਮੰਨਦੇ ਨੇ। ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਹੈ। ਇਹ ਤਾਂ ਬੇਵਕੂਫਾਂ ਨੂੰ ਜੋੜਦੇ ਨੇ ਧਰਮ ਨਾਲ। ਉਹਨਾਂ ਤੇ ਅਰਦਾਸ ਕਰਾ ਲੈਣੀ, ਉਹਨਾਂ ਤੇ ਉਹ ਵਾਅਦੇ ਕਰਾ ਲੈਣੇ। ਉਹ ਜਿਹੜੇ ਭੋਲੇ ਭਾਲੇ ਆਦਮੀ ਨੇ ਉਹਨਾਂ ਨੇ ਅੜ ਜਾਣਾ ਧਰਮ ਤੇ। ਇਹ ਇਹਨਾਂ ਦਾ ਕੋਈ ਧਰਮ ਹੁੰਦਾ ਹੀ ਨਹੀਂ। ਜਿੰਨੀ ਵਾਰ ਮਰਜੀ ਏਕਤਾ ਕਰਕੇ ਜਦੇ ਫਿਰ ਮੁੱਕਰ ਜਾਂਦੇ ਨੇ ਬਾਹਰ ਆ ਕੇ। ਇਹਨਾਂ ਦਾ ਕੋਈ ਧਰਮ ਹੈ? ਐਨ ਸਰ ਚੈਨ ਕਰ ਤੈਨ ਕਰ ਜੋੜ ਹੀ। ਤੈਨ ਕਰ ਜੋੜ ਹੀ, ਉਹ ਜੋੜਨ ਵਾਸਤੇ ਕਰਦੇ ਨੇ। ਤੈਨ ਕਰ ਜੋੜ ਹੀ। ਇਹ ਹੁਣ ਜੁੜ ਰਹੇ ਨੇ ਆਪਸ ਵਿੱਚ ਹੀ, ਵਿਖਰ ਨਹੀਂ ਰਹੇ, ਕੋਈ ਲੜਾਈ ਨਹੀਂ ਹੋ ਰਹੀ। ਤਿੰਨਾਂ ਨੂੰ ਜੋੜ ਰਹੇ ਨੇ, ਏਕਤਾ ਹੋ ਰਹੀ ਹੈ। ਹੁਣ ਲੜਾਈ ਨਹੀਂ ਕੋਈ ਹੋ ਰਹੀ ਹੈ, ਲੜਾਈ ਏਕਤਾ ਵਾਸਤੇ ਹੋ ਰਹੀ ਹੈ। ਜਿਹੜੀਆਂ ਚੀਜ਼ਾਂ ਏਕਤਾ ਭੰਗ ਕਰਨ ਵਾਲੇ ਨੇ, ਕਰਮਕਾਂਡ, ਝੂਠੀਆਂ ਮਨੌਤਾਂ, ਉਹਨਾਂ ਨੂੰ ਕੱਟਣ ਵਾਸਤੇ ਜੰਗ ਹੋ ਰਹੀ ਹੈ। ਅਸਲ 'ਚ ਝੂਠੀਆਂ ਮਨੌਤਾਂ ਦਾ ਨਾਸ ਹੋ ਰਿਹਾ, ਕਰਮਕਾਂਡ ਦਾ ਨਾਸ ਹੋ ਰਿਹਾ। ਕਿਸੇ ਸਿੱਟੇ ਤੇ ਪਹੁੰਚ ਰਹੇ ਨੇ। ਸੱਚ ਕੀ ਹੈ? ਸੱਚ ਤੇ ਪਹੁੰਚ ਰਹੇ ਨੇ ਗਿਆਨ ਚਰਚਾ ਨਾਲ। ਗਿਆਨ ਚਰਚਾ ਹੀ ਉਹ ਹੁੰਦੀ ਹੈ ਜੇ ਸੱਚ ਤੇ ਪਹੁੰਚਣਾ ਹੋਵੇ। ਜੇ ਸੱਚ ਤੇ ਪਹੁੰਚਣ ਵਾਸਤੇ ਚਰਚਾ ਨਹੀਂ, ਉਹ ਫਿਰ ਝਗੜਾ ਹੁੰਦਾ। ਉਹ ਝਗੜਾ ਹੁੰਦਾ, ਉਹ ਗਿਆਨ ਚਰਚਾ ਨਹੀਂ ਹੁੰਦੀ। ਉਹ ਝਗੜਾ ਹੁੰਦਾ ਵਿਦਵਾਨਾਂ ਦਾ। ਹੁਣ ਵਿੱਚ ਤਾਂ ਬੈਠਾ ਹੈ ਵਿਚਾਲੇ ਗੁਰਮੁਖ, ਉੱਥੇ ਕਲਕੀ ਅਵਤਾਰ, ਉੱਥੇ ਝਗੜਾ ਕਿਵੇਂ ਹੋ ਜੂ? ਉਹ ਦੋਹਾਂ ਨੂੰ ਟੋਕ ਦਿੰਦਾ ਹੈ ਜਿਹੜਾ ਝਗੜਾ ਕਰਦਾ ਹੁੰਦਾ। ਹਾਂ, ਝਗੜੇ ਵਾਲੀ ਗੱਲ ਨਹੀਂ। ਧਰਮ ਸੱਚ ਤੇ, ਜਿਹੜਾ ਸੱਚ ਤੋਂ ਖਿਲਾਫ ਧਰਮ ਹੈ ਉਹ ਦੱਸੋ ਕਿਹੜਾ? ਹੁਣ ਸੱਚ ਤੋਂ ਖਿਲਾਫ ਤਾਂ ਕੋਈ ਵੀ ਧਰਮ ਨਹੀਂ। ਇਸਲਾਮ ਵਾਲੇ ਸੱਚ ਤੋਂ ਖਿਲਾਫ ਨਹੀਂ, ਈਸਾਈ ਸੱਚ ਤੋਂ ਖਿਲਾਫ ਨਹੀਂ, ਸਿੱਖ ਸੱਚ ਤੋਂ ਖਿਲਾਫ ਨਹੀਂ। ਸੱਚ ਤੋਂ ਖਿਲਾਫ ਤਾਂ ਹਿੰਦੂ ਵੀ ਨਹੀਂ। ਸੱਚ ਤੋਂ ਕੋਈ ਨਹੀਂ ਖਿਲਾਫ ਹੈਗਾ। ਸੱਚ ਦੇ ਖਿਲਾਫ ਨਹੀਂ। ਸੱਚ ਤੇ ਆ ਜਾਓ ਸਾਰੇ। ਫਿਰ ਸੱਚ ਤੇ ਜੇ ਆ ਜਾਈਏ ਤਾਂ ਝਗੜਾ ਕਿਹੜੀ ਗੱਲ ਦਾ ਉਹ ਦੱਸੋ। ਫਿਰ ਜਿਹੜਾ ਝਗੜਾ ਉਹਨੂੰ ਆਪਾਂ ਵਿਚਾਰਾਂਗੇ ਝਗੜਾ ਕਿਉਂ ਹੈ। ਪਹਿਲਾਂ ਸੱਚ ਤੇ ਤਾਂ ਆ ਜਾਓ, ਤੇ ਬਾਅਦ ਦੇਖਾਂਗੇ ਝਗੜਾ ਕਿਉਂ ਹੈ।
ਫਿਰ ਤਾਂ ਸੌਖਾ ਹੀ ਆ ਝਗੜੇ ਨਿਪਟਾਉਣੇ। ਸੱਚ ਤੇ ਆਉਂਦੇ ਨਹੀਂ ਹਨ, ਕਿਉਂਕਿ ਜਿੰਨੇ ਵੀ ਕਰਪਟ ਆਦਮੀ ਨੇ ਉਹ ਧਰਮ ਤੇ ਠੇਕੇਦਾਰ ਬਣੇ ਬੈਠੇ ਨੇ। ਧਰਮਾਂ ਤੇ ਵੀ ਕਬਜੇ, ਰਾਜ ਤੇ ਵੀ ਕਬਜੇ। ਕਰਪਟ ਆਦਮੀ ਕਦੋਂ ਸੱਚ ਤੇ ਆਉਂਦੇ ਨੇ? ਇਹ ਨਹੀਂ ਆਉਣ ਦਿੰਦੇ ਸੱਚ ਤੇ। ਇਹੀ ਦਲੀਲਾਂ ਦੇਣ ਵਾਲੇ ਹੁੰਦੇ ਨੇ, ਉਹ ਸਾਰੇ ਝਾੜ ਕੇ ਬਿਠਾਲਤੇ। ਦੋਹਾਂ ਪਾਸਿਆਂ ਤੇ ਹੁੰਦੇ ਨੇ ਘੱਟ ਅਕਲ ਵਾਲੇ, ਕਰਪਟ, ਆਪਣੀ ਆਪਣੀ ਅਕਲ ਨਾਲ ਗੱਲ ਕਰਨ ਵਾਲੇ। ਉਹ ਦੋਏ ਜਾਂ ਝਾੜ ਤੇ ਵੀ ਅਕਲ ਦੀ ਗੱਲ ਕਰੋ, ਸਟੈਂਡਰਡ ਦੀ ਗੱਲ ਕਰੋ, ਜਿਹਦਾ ਜਵਾਬ ਹੈ ਨਹੀਂ। ਜ਼ਰੂਰੀ ਗੱਲ ਆ ਫਿਰ ਉਹਨੂੰ ਸੱਚ ਤੇ ਆਉਣ ਵਾਲੇ ਪਾਸੇ ਹੋਊਗੀ ਗੱਲ। ਜੇ ਦੂਆ ਬੋਲਦਾ ਉਹਨੂੰ ਝਾੜ ਦਿੰਦੇ ਨੇ ਦੋਈ। ਦੂਏ ਉਹਦੀ ਸਪੋਰਟ ਨਹੀਂ ਕਰਦੇ, ਉਹਦੇ ਹੱਕ ਵਾਲੇ ਸਪੋਰਟ ਨਹੀਂ ਕਰਦੇ, ਚੁੱਪ ਕਰ ਜਾਂਦੇ ਨੇ। ਉਹ ਕਹਿੰਦੇ ਇਹਦੇ ਆਪਣੇ ਖਿਆਲ ਹੋਣਗੇ, ਸਾਡੇ ਤਾਂ ਹੈ ਨਹੀਂ। ਇਹਦਾ ਆਪਣਾ ਵਿਚਾਰ ਹੈ, ਫਿਰ ਆਪਣਾ ਮਨਮਤ ਹੋ ਗਈ। ਉਹ ਤਾਂ ਸਾਡਾ ਧਰਮ ਤਾਂ ਇਹ ਗੱਲ ਦੀ ਇਜਾਜ਼ਤ ਨਹੀਂ ਦਿੰਦਾ। ਦੇਖੋ ਨਾ, ਪਾਰਟੀਆਂ ਵਾਲੇ ਵੀ ਕਹਿੰਦੇ ਨੇ, ਜੇ ਕੋਈ ਬਿਆਨ ਦਿੰਦਾ ਹੈ ਜਾਂ ਉਹ ਕਹਿੰਦੇ ਜੇ ਆਪਣੇ ਵਿਚਾਰ ਨੇ, ਪਾਰਟੀ ਦੇਣੀ ਹੈ। ਕੱਲੇ ਦੇ ਗੱਲ ਪੈ ਜਾਂਦੀ ਹੈ ਗੱਲ। ਉਹ ਜੇ ਕੋਈ ਗੱਲ ਕਰਦਾ, ਉਹ ਕੱਲੇ ਦੇ ਪੈ ਜਾਂਦੀ ਹੈ ਗੱਲ। ਜ਼ਿਆਦਾ ਅੱਗੇ ਠੀਕ ਹੁੰਦਾ ਜਾਂ ਕੱਲੇ ਦੇ ਗੱਲ ਪਾ ਦੇਵੇ ਗੱਲ। ਹਾਂਜੀ। ਘਾਵ ਕਰ ਚਾਵ ਕਰ ਆਣ ਕਰ ਲਾਗਹੀ। ਘਾਵ ਕਰ ਚਾਵ ਕਰ, ਜਿਹੜਾ ਘਾਵ ਕਰਕੇ ਆਉਂਦਾ ਉਹਨੂੰ ਚਾਅ ਚੜ ਜਾਂਦਾ ਵੀ ਮੇਰੀ ਗੱਲ ਵਜ਼ਨਦਾਰ ਹੈ। ਜਿਹੜਾ ਘਾਵ ਜਿਹਦੀ ਗੱਲ ਦਾ ਕੋਈ ਜਵਾਬ ਨਹੀਂ, ਘਟ ਜਾਂਦੀ ਹੈ ਸਾਰਿਆਂ ਦੇ ਅੰਦਰ। ਘਾਵ ਸਾਰਿਆਂ ਦੇ ਹੋ ਜਾਂਦਾ, ਉਹਦਾ ਸਾਰਿਆਂ ਦੇ ਅੰਦਰ ਘਟ ਜਾਂਦੀ ਹੈ। ਹਾਂ ਬਈ ਇਹ ਗੱਲ ਠੀਕ ਹੈ, ਉਹਨੂੰ ਚਾਅ ਹੋ ਜਾਂਦਾ। ਕਾਵ ਕਰ ਚਾਵ ਕਰ ਆਣ ਕਰ ਲਾਗਹੀ। ਆਣ ਕਰ ਲਾ ਗਈ। ਉਹ ਸਾਰੇ ਉਸ ਇੱਕ ਜਗ੍ਹਾ ਲੱਗ ਜਾਂਦੇ ਨੇ। ਫਿਰ ਉਹ ਗੱਲ ਇੱਕ ਜਗ੍ਹਾ ਹੀ ਸਾਰਿਆਂ ਦੇ ਵਿੱਚ ਅੰਦਰ, ਸਾਰਿਆਂ ਦੇ ਮਨ ਦੇ ਵਿੱਚ ਇੱਕੋ ਜਿਹੀ ਲੱਗ ਜਾਂਦੀ ਹੈ, ਜਾ ਕੇ ਜੜੀ ਜਾਂਦੀ ਹੈ। ਉਹ ਸਾਰਿਆਂ ਦੇ ਅੰਦਰ ਕਰ ਜਾਂਦੀ ਹੈ ਗੱਲ। ਸਾਰੇ ਹੀ ਉਹਨੂੰ ਮੰਨ ਲੈਂਦੇ ਨੇ, ਸਾਰਿਆਂ ਦੇ ਮਨ ਨੂੰ ਲੱਗ ਜਾਂਦੀ। ਕੱਲ ਆ ਗਈ, ਮਨ ਦੇ ਵਿੱਚ ਲੱਗ ਜਾਂਦੀ ਹੈ। ਸਾਰਿਆਂ ਦੇ ਚਿੱਤ 'ਚੋਂ ਗੱਲ ਜੜ ਜਾਂਦੀ ਹੈ ਵੀ ਹਾਂ ਬਈ ਇਹ ਠੀਕ ਹੈ। ਉਹਨੂੰ ਸਾਰੇ ਮੰਨ ਲੈਂਦੇ। ਛਾੜ ਰਣ ਖਾਏ ਬ੍ਰਿਣ ਵੀਰਵਾਰ ਭਾਗ ਹੀ। ਜਿਹੜੇ ਆਦੀ ਗੱਲ ਕੱਟੀ ਜਾਂਦੀ ਹੈ, ਜਿਨ੍ਹਾਂ ਦੇ ਫਿਰ ਮੁੜ ਕੇ ਤਰਕ ਉਹ ਕਰਦੇ ਨੇ। ਕੋਈ ਫੜ ਕੇ ਉਹਦੇ ਮਾਰਦਾ ਹੈ, ਉਹਦੀ ਗੱਲ ਕੱਟੀ ਜਾਂਦੀ, ਉਹਦਾ ਜਵਾਬ ਆ ਜਾਂਦਾ। ਤਰਕ ਤੇ ਵਿਤਰਕ ਹੋ ਜਾਂਦਾ। ਜਿਹੜਾ ਤਰਕ ਮਾਰਦਾ ਉਹਦੇ ਵਿਤਰਕ ਹੋ ਜਾਂਦਾ, ਉਹ ਫਿਰ ਉਹਦੇ ਉਲਟਾ ਹੋ ਜਾਂਦਾ। ਛਾੜ ਰਣ ਖਾਏ ਬ੍ਰਿਣ, ਉਹ ਬ੍ਰਿਣ ਜਿਹੜਾ ਜ਼ਖਮ ਖਾ ਲੈਂਦਾ। ਜਿਹਦੇ ਤਾਂ ਦੇਖੋ ਗੱਲ ਘਾਹ ਸਾਰਿਆਂ ਦੇ ਕਰ ਗਈ, ਮੰਨ ਲਈ, ਉਹ ਤਾਂ ਚੌ ਹੋ ਗਿਆ ਉਹਨੂੰ। ਤਾਂ ਜਿਹਦੀ ਗੱਲ ਕੱਟੀ ਗਈ ਉਹਦੇ ਉਲਟਾ ਜ਼ਖਮ ਉਹਦੇ ਹੀ ਹੋ ਗਿਆ। ਗੱਲ ਕੀਤੀ ਜਾ ਕੇ ਰਿਆ ਬਹਿ ਜਾ ਟਿਕ ਕੇ, ਤੇ ਫਿਰ ਉਹਦੇ ਤੇ ਜ਼ਖਮ ਉਲਟਾ ਹੀ ਹੋ ਗਿਆ ਨਾ। ਵੀਰਵਾਰ ਭਾਗ ਹੀ। ਹਾਂ ਵੀ ਇਹ ਨਹੀਂ ਧਰਮ ਦੀ ਗੱਲ ਹੈ। ਇਹ ਤੂੰ ਕਿੱਥੋਂ ਲੈ ਕੱਢ ਕੇ? ਕਿਹੜੀ ਅਕਲ ਦੀ ਗੱਲ ਹੈ? ਇਹ 'ਚ ਸਾਰਿਆਂ ਨੂੰ ਟੋਕਿਆ, ਝੂਠਾ ਸਾਬਤ ਕੀਤਾ। ਉਹ ਘਾਹ ਖਾ ਕੇ ਨਾ, ਵੀਰ ਜਿਹੜਾ ਸੀ ਬ੍ਰਿਣ ਹੁੰਦਾ, ਘਾਹ ਖਾ ਕੇ ਉਹ ਪਿੱਛੇ ਹੋ ਕੇ ਬਹਿ ਜਾਂਦਾ। ਭਾਗ ਹੀ, ਵੀਰਵਾਰ ਭਾਗ ਹੀ। ਉਹ ਗਾਹਾਂ ਨੂੰ ਗੱਲੇ ਹੀ ਨਹੀਂ ਕਰਦਾ, ਜੰਗ ਜੋ ਹੀ ਭੱਜ ਜਾਂਦਾ ਫਿਰ ਗੱਲੇ ਹੀ ਨਹੀਂ ਕਰਦਾ। ਕਿਉਂ? ਅਕਲ ਤਾਂ ਥੋੜੀ ਹੁੰਦੀ ਹੈ, ਤਾਂ ਹੀ ਕਹਿ ਮੈਂ ਗਾ। ਉਹਨੂੰ ਪਤਾ ਵੀ ਹੁਣ ਤੂੰ ਚੁੱਪ ਕਰ, ਤੇਰੇ ਸਟੈਂਡਰਡ ਦੀ ਗੱਲ ਨਹੀਂ ਰਹੀ, ਤੂੰ ਢਕਿਆ ਰਹਿ। ਆਪਾਂ ਵੀ ਕਹਿ ਦਿੰਦੇ ਆਪਣੇ ਨਾਲ ਦੇ ਵੀ ਤੂੰ ਨਾ ਬੋਲ, ਚਾਹੇ ਉਹ ਗੁੱਸਾ ਕਰਦੇ ਨੇ ਕਈ ਵਾਰ ਕਹੇ ਤੇ ਵੀ ਮੈਨੂੰ ਐਂ ਕਹਿ ਤਾ, ਤੈਨੂੰ ਐਂ ਕਹਿ ਤਾ, ਤੂੰ ਡੋਬ ਦਿੰਦਾ ਸਾਨੂੰ ਸਾਰਿਆਂ ਨੂੰ। ਜੇ ਨਾ ਤੈਨੂੰ ਕਹਿੰਦੇ, ਜੇ ਨਾ ਕਹਿੰਦੇ ਤੂੰ ਸਾਨੂੰ ਸਾਰਿਆਂ ਦੀ ਬੇਇੱਜ਼ਤੀ ਕਰਾਉਂਦਾ, ਤਾਂ ਤੈਨੂੰ ਕਿਹਾ ਸੀ। ਇੱਕ ਗੱਲ ਜਾਂ ਤੇਰੀ ਅਸੀਂ ਸਾਨੂੰ ਪਤਾ ਤੇਰੀ ਗੱਲ ਗਲਤ ਹੈ, ਅਸੀਂ ਤੈਨੂੰ ਰੋਕਿਆ ਵੀ ਤੂੰ ਨਾ ਗੱਲ ਕਰ, ਤੂੰ ਇਸ ਕਾਬਲੇ ਨਹੀਂ ਗੱਲ ਕਰਨ ਦੇ। ਜਿੱਥੇ ਕਾਬਲੇ ਨਹੀਂ, ਤੂੰ ਐਵੇਂ ਪੰਗਾ ਲੈਣਾ, ਸਾਰਿਆਂ ਦੇ ਖਿਲਾਫ ਗੱਲ ਜਾਂਦੀ ਹੈ। ਕ੍ਰੋਧ ਕਰ ਬੋਧ ਹਰ ਸੋਧ ਅਰ ਧਾਵਹੀ। ਕ੍ਰੋਧ ਕਰ, ਗੁੱਸੇ ਹੋ ਕੇ ਕਈ ਆਦਮੀ ਗੱਲ ਕਰਦੇ ਨੇ, ਗੁੱਸੇ ਜਾ ਕੇ ਵੀ ਗੱਲ ਕਰਦੇ ਨੇ। ਬੋਧ ਹਰ ਸੋਧ ਅਰ ਧਾਵਹੀ। ਬੋਧ ਹਰ ਕੀ
ਕਿ ਜੋ ਦੂਆ ਬੋਧ ਦੂਏ ਨੇ ਰੰਗ ਚਾੜਤਾ ਨਾ, ਦੂਏ ਦਾ ਜੋ ਰੰਗ ਚਾੜਿਆ ਹੋਇਆ ਉਹਨੂੰ ਕੱਟਣ ਵਾਸਤੇ, ਦੂਏ ਦੀ ਅਕਲ ਨੂੰ, ਅਕਲ ਦਾ ਜਿਹੜਾ ਗਿਆਨ ਹੈ ਉਹਨੂੰ ਹਰਨ ਕਰਨ ਵਾਸਤੇ ਬੋਧ ਹੁੰਦਾ ਦੂਜੇ ਨੇ ਜੋ ਪ੍ਰਭਾਵ ਪਾਤਾ, ਕਿਸੇ ਦੀ ਗੱਲ ਦਾ ਪ੍ਰਭਾਵ ਪਿਆ ਨਾ ਸਾਰਿਆਂ ਤੇ, ਉਹਨੂੰ ਹਰਨ ਕਰਨ ਵਾਸਤੇ ਜਿਹੜੀ ਗੱਲ ਕਰਨੀ ਹੈ ਉਹ ਲਾ ਦੇਣਾ ਅਸਲ ਦੂਏ ਦਾ, ਅਸਲ ਲਾਉਣ ਵਾਸਤੇ ਬੋਧ ਹਰਨ ਕਰਨਾ। ਸੋਧ ਅਰਿਤਾਵਹੀ, ਸੋਧ ਅਰਿਤਾਵਹੀ, ਉਹਨੂੰ ਸੋਧ ਕੇ ਗੱਲ ਕਰਨੀ ਵੀ ਇਹਦੇ 'ਚ ਆ ਕਮੀ ਹੈ। ਕਈ ਵਾਰ ਆਮ ਆਦਮੀਆਂ ਕੋਲ ਜਿਹੜਾ ਹੁੰਦਾ ਉਹ ਜਵਾਬ ਨਹੀਂ ਹੁੰਦਾ ਗੱਲਾਂ ਦਾ, ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ ਗਿਆਨ ਦੀਆਂ, ਕਿਸੇ ਵੇਲੇ ਕੋਈ ਜਵਾਬ ਹੁੰਦਾ, ਉਹਦਾ ਹੁੰਦਾ ਹੀ ਨਹੀਂ ਜਵਾਬ। ਉਹ ਫਿਰ ਉੱਥੇ ਸੰਸ਼ੋਧਨ ਉਹ ਕਰਦਾ ਜਿਹੜਾ ਉਦੋਂ ਸਿਆਣਾ ਹੁੰਦਾ। ਬਹੁਤ ਸਾਰੀਆਂ ਧਰਮ ਦੇ ਵਿੱਚ ਗੱਲਾਂ ਪ੍ਰਚਲਿਤ ਨੇ ਜਿਨ੍ਹਾਂ ਦਾ ਜਵਾਬ ਨਹੀਂ ਦਿੱਤਾ ਲੋਕਾਂ ਨੇ, ਪ੍ਰਚਲਿਤ ਨੇ ਔਰ ਗਲਤ ਨੇ, ਉਹ ਗਲਤ ਧਾਰਨਾਵਾਂ ਪ੍ਰਚਲਿਤ ਨੇ, ਉਹ ਪ੍ਰਚਲਿਤ ਹੈ, ਹੋਈਆਂ ਨੇ ਪੁਰਾਣੀਆਂ। ਜੇ ਉਹ ਜਦੋਂ ਜਵਾਬ ਦੇਣ ਵਾਲਿਆਂ ਨੇ ਜਵਾਬ ਦਿੱਤਾ ਫਿਰ ਉਹ ਢਿੱਲੀਆਂ ਪਈਆਂ ਨਹੀਂ, ਲੋਕ ਉਹਨਾਂ ਨੂੰ ਮੰਨੀ ਜਾਂਦੇ ਨੇ ਧਰਮ ਦੇ ਵਿੱਚ। ਜਿਹੜੀ ਆਮ ਪ੍ਰਚਲਿਤ ਧਾਰਨਾਵਾਂ ਹੁੰਦੀਆਂ ਨੇ ਉਹ ਗੱਲਾਂ ਕਰ ਦਿੰਦੇ ਨੇ, ਆਮ ਆਦਮੀ ਨਹੀਂ ਕੱਟ ਸਕਦੇ ਉਹਨੂੰ। ਜਦੋਂ ਕੋਈ ਆਦਮੀ ਕੱਟਦਾ ਉਹਨੂੰ ਤਾਂ ਸਾਰਿਆਂ ਨੂੰ ਪਤਾ ਲੱਗਦਾ ਹਾਂ ਇਹਦਾ ਜਵਾਬ ਹੈਗਾ, ਇਹ ਗੱਲ ਪੂਰੀ ਖਰੀ ਨਹੀਂ ਹੈ, ਕਿਤੇ ਨਾ ਕਿਤੇ ਇਹਦੇ ਵਿੱਚ ਕਮੀ, ਆਮ ਆਦਮੀ ਦੀ ਬੁੱਧੀ 'ਚ ਕਮੀ ਨਹੀਂ ਹੁੰਦੀ। ਉਹ ਜਿਹੜਾ ਬੋਧ ਹੈ ਨਾ ਉਹਨੂੰ ਫਿਰ ਪ੍ਰਬੋਧ ਕੱਟਦਾ, ਬੋਧ ਨੂੰ ਕੱਟਣ ਵਾਲਾ ਪ੍ਰਬੋਧ ਹੁੰਦਾ, ਬੋਧ ਦੇ ਉੱਪਰ ਵਾਲਾ ਬੋਧ ਹੈ ਜਿਹੜਾ ਇਹ ਪ੍ਰਬੋਧ ਹੁੰਦਾ। ਹਰ ਕਿਸਮ ਦੀ ਅਕਲ ਦੇ ਉੱਤੇ ਆਪਣਾ ਰੰਗ ਚਾੜ ਦੇਵੇ, ਉਹ ਹੁੰਦਾ ਨਾਮ ਨੂੰ ਕਹਿੰਦੇ ਨੇ ਪ੍ਰਬੋਧ। ਨਾਮ ਦਾ ਰੰਗ ਹੈ ਜਿਹੜਾ ਸੱਚ ਦਾ ਰੰਗ ਹੈ। ਜਿੱਥੇ ਵੀ ਮਾੜੀ ਮੋਟੀ ਥੋੜੀ ਬਹੁਤ ਕਮੀ ਹੈ, ਝੂਠ ਹੈ, ਉਹਨੂੰ ਸਾਰੇ ਨਹੀਂ ਫੜ ਸਕਦੇ, ਫਿਰ ਪੂਰੀ ਬੁੱਧੀ ਵਾਲਾ ਹੀ ਫੜ ਸਕਦਾ, ਉਹ ਪ੍ਰਬੋਧ ਹੁੰਦਾ। ਉਸ ਬੋਧ ਨੂੰ ਉਤਾਰਨ ਵਾਸਤੇ, ਉਸ ਆਮ ਬੋਧ ਨੂੰ ਉਤਾਰਨ ਵਾਸਤੇ ਹੀ ਪ੍ਰਬੋਧ ਦੀ ਲੋੜ ਪੈਂਦੀ। ਜੋਧ ਬਰ ਕ੍ਰੋਧ ਧਰ ਵਿਰੋਧ ਸਰ ਲਾਵਹੀ, ਵਿਰੋਧ ਦੇ ਤੀਰ ਮਾਰਦੇ ਨੇ ਫਿਰ ਕਈ। ਜੋਧ ਬਰ ਕ੍ਰੋਧ ਧਰ ਵਿਰੋਧ ਸਰ ਲਾਵਹੀ, ਖਾਮਖਾਹ ਦਾ ਵਿਰੋਧ ਕਰਦੇ ਨੇ ਕਈ ਆਦਮੀ। ਜਿਵੇਂ ਆਖ ਇਹਦਾ ਵਿਰੋਧ ਕਰੀ ਜਾਂਦੇ ਨੇ, ਜਨਮ ਨਹੀਂ ਹੈ, ਇਹਨਾਂ ਬਈ ਜਿਹੜੇ ਆਏ ਨੇ ਵਿਰੋਧ ਕਰਨ ਲੱਗੇ, ਉਹ ਜਨਮ ਮਰਨ ਨਹੀਂ ਮੰਨਦੇ। ਮੁਸਲਮਾਨ ਹੋ ਤੁਸੀਂ, ਇਹਦਾ ਮਤਲਬ ਹੈ ਫਿਰ ਨਹੀਂ ਮੰਨਦੇ। ਈਸਾਈ ਜੰਮਣ ਵੱਲ, ਉਹਨਾਂ ਦੀਆਂ ਕਬਰਾਂ ਨੇ ਜਿਹੜੇ ਨਹੀਂ ਮੰਨਦੇ ਵੀ ਕਬਰਾਂ 'ਚ ਉੱਠਣਗੇ ਆਦਮੀ, ਨਹੀਂ ਮੰਨਦੇ। ਬੋਧੀ ਜਿਹੜਾ ਜਨਮ ਮਰਨ ਨੂੰ ਨਹੀਂ ਮੰਨਦਾ ਉਹ ਆਤਮਾ ਨੂੰ ਵੀ ਨਹੀਂ ਮੰਨਦਾ, ਨਿਰਾਕਾਰ ਨੂੰ ਵੀ ਨਹੀਂ ਮੰਨਦਾ। ਉਹ ਕਹਿੰਦਾ ਜਾਂ ਮੰਨਦਾ ਨਹੀਂ ਹੈਗਾ। ਤਾਂ ਉਹਨਾਂ ਤੋਂ ਪ੍ਰਭਾਵ ਗੁਰਬਾਣੀ ਤਾਂ ਮੰਨਦੀ ਹੈ। ਕਹਿੰਦੇ ਹੋ ਅਸੀਂ ਸਿੱਖਾਂ, ਗੱਲ ਕਰਦੇ ਹੋ ਤੁਸੀਂ ਦੂਜੇ ਧਰਮਾਂ ਦੀ, ਇਹਦਾ ਮਤਲਬ ਦੂਜੇ ਧਰਮਾਂ ਦੇ ਸਿੱਖੋ ਤੁਸੀਂ, ਗੁਰਬਾਣੀ ਦੇ ਸਿੱਖ ਨਹੀਂ ਹੈਗੇ। ਗੁਰਬਾਣੀ ਦੀ ਸਿੱਖਿਆ ਨਹੀਂ ਇਹ ਗੱਲ ਮੰਨਦੀ ਹੈ ਵੀ ਦੂਆ ਜਨਮ ਨਹੀਂ ਹੁੰਦਾ। ਉਹੀ ਰੌਲਾ ਪਾਈ ਜਾਂਦੇ ਨੇ। ਇਹ ਕੌਣ ਨੇ? ਮਿਸ਼ਨਰੀ ਨੇ। ਔਰ ਇਹ ਵੀ ਕਹੀ ਜਾਂਦੇ ਨੇ ਵੀ ਬੁੱਧ ਧਰਮ ਵਧੀਆ, ਬੋਧੀ ਬਣ ਜਾਓ, ਫਿਰ ਕੋਈ ਹਟਾਉਂਦਾ ਤੁਹਾਨੂੰ। ਗੁਰਬਾਣੀ ਸਪਸ਼ਟ ਹੈ ਗੱਲ ਦੇ ਵਿੱਚ, ਹਿੰਦੂ ਧਰਮ ਸਪਸ਼ਟ ਹੈ ਗੱਲ ਦੇ ਵਿੱਚ। ਜਨਮ ਮਰਨ ਤੇ ਰਹਿਤ ਹੋਣਾ ਹੈ। ਅਸੀਂ ਜੇ ਜਨਮ ਮਰਨ ਹੈ ਤਾਂ ਹੀ ਰਹਿਤ ਹੋਣਾ ਹੈ। ਜੇ ਜਨਮ ਮਰਨ ਹੈ ਤਾਂ ਹੀ ਰਹਿਤ ਹੋਣਾ। ਬਹੁਤ ਜਨਮ ਵਿਛੜੇ ਥੇ ਮਾਧੋ, 1,84 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਸੈਂਕੜੇ ਪੰਕਤੀਆਂ ਨੇ, ਕਦੀ ਪੰਕਤੀ ਹੋਵੇ ਤਾਂ ਵੀ ਹੈ ਗੁਰਬਾਣੀ 'ਚ। ਤੁਸੀਂ ਕਹਿੰਦੇ ਹੋ ਜਨਮ ਮਰਨ ਹੁੰਦਾ ਹੀ ਨਹੀਂ। ਸਭ ਕੁਛ ਹੈ, ਜਗ੍ਹਾ ਜਗ੍ਹਾ ਹੈ। ਅਸਲ ਦੇ ਵਿੱਚ ਉਹ ਕੌਣ ਨੇ?
ਅਸਲ 'ਚ ਧਰਮ ਜਾਂ ਤਾਂ ਉਹ ਬਿਲਕੁਲ ਬੇਵਕੂਫ ਨੇ, ਬਦਦਿਮਾਗ ਨੇ, ਉਹਨਾਂ ਨੇ ਇਹ ਧਰਮ ਪੜ੍ਹਿਆ ਹੀ ਨਹੀਂ, ਸਮਝਿਆ ਹੀ ਨਹੀਂ, ਆਪਣੇ ਕੋਲੋਂ ਗੱਲਾਂ ਕਰੀ ਜਾਂਦੇ ਨੇ। ਕੀ ਸਬੂਤ ਹੈ ਤੁਹਾਡੇ ਕੋਲ ਜਨਮ ਮਰਨ ਨਹੀਂ ਹੈ? ਸਬੂਤ ਦਿਓ, ਸਬੂਤ ਦਿਓ। ਕੀ ਹੈ ਤੁਹਾਡੇ ਕੋਲ? ਸਬੂਤ ਕੋਈ ਨਹੀਂ। ਗੁਰਬਾਣੀ ਕੋਲ ਸਬੂਤ ਨੇ, ਗੁਰਬਾਣੀ ਕੋਲ ਸਬੂਤ ਨੇ। ਇੱਕੋ ਜਿਹੀ ਪੈਦਾ ਹੋਣ ਬੁੱਧੀ ਵਾਲੇ, ਜੇ ਜਨਮ ਮਰਨ ਨਾ ਹੋਵੇ। ਘੱਟ ਵੱਧ ਬੁੱਧੀ ਵਾਲੇ ਨਹੀਂ ਪੈਦਾ ਹੋ ਸਕਦੇ। ਫਿਰ ਪਹਿਲਾਂ ਇਹੀ ਤੁਸੀਂ ਦੱਸੋ, ਇੱਕੋ ਜਿਹੀ ਬੁੱਧੀ ਵਾਲੇ ਕਿਉਂ ਨਹੀਂ ਹਨ ਸਾਰੇ ਆਦਮੀ? ਜਿਹੜੇ ਫਸਲਾਂ ਨੇ ਉਹਨਾਂ ਦੀ ਇੱਕੋ ਜਿਹੀ ਅਕਲ ਹੁੰਦੀ ਹੈ, ਦਰਖਤਾਂ ਦੀ ਇੱਕੋ ਜਿਹੀ ਬੁੱਧੀ ਹੁੰਦੀ ਹੈ, ਉੱਥੇ ਤੱਕ ਇੱਕੋ ਜਿਹੀ ਬੁੱਧੀ ਹੈ। ਫਸਲਾਂ ਦੇ ਵਿੱਚ ਵੀ ਜੀਵ ਹੈ, ਘਾਹ ਫੂਸ ਹੈ, ਸਭ ਇੱਥੇ ਇੱਕੋ ਜਿਹੀ ਅਕਲ ਹੈ, ਘੱਟ ਵੱਧ ਅਕਲ ਨਹੀਂ ਹੁੰਦੀ। ਜਾਨਵਰਾਂ 'ਚ ਕਈ ਜਗ੍ਹਾ ਜਿੱਥੇ ਜਾ ਕੇ ਅਕਲ ਘੱਟ ਵੱਧ ਹੋਣ ਲੱਗਦੀ, ਉੱਥੇ ਜਾ ਕੇ ਦੁਬਾਰਾ ਜਨਮ ਹੋਏ ਨੇ, ਉੱਥੇ ਮੁੜਦੇ ਰਹਿੰਦੇ ਨੇ ਆਦਮੀ। ਕੁੱਤਿਆਂ ਦੇ ਵਿੱਚ ਹੈਗੀ ਹੈ, ਘੋੜਿਆਂ 'ਚ ਹੈਗੀ ਹੈ ਗੱਲ। ਜਿਹੜੇ ਉਹ ਜਾਨਵਰ ਸਿਖਾਏ ਜਾ ਸਕਦੇ ਨੇ, ਹਾਥੀਆਂ 'ਚ ਹੈਗੀ ਹੈ ਗੱਲ। ਉਹ ਜਾਨਵਰਾਂ 'ਚ ਅਕਲ ਘੱਟ ਵੱਧ ਹੈਗੀ ਹੈ, ਜਿੱਥੇ ਦੁਬਾਰਾ ਜਨਮ ਹੋ ਰਹੇ ਨੇ। ਬਾਜ ਹੈਗੇ ਨੇ, ਹਿਰਨ ਹੈਗੇ ਨੇ, ਬੱਕਰੀਆਂ ਹੈਗੀਆਂ ਨੇ, ਬਹੁਤ ਸਾਰੇ ਜਾਨਵਰ ਨੇ ਜਿਨ੍ਹਾਂ ਦੀ ਅਕਲ ਇੱਕੋ ਜਿਹੀ ਨਹੀਂ ਹੁੰਦੀ ਹੈ। ਇੱਕ ਪੜ੍ਹ ਸਕਦੇ, ਤੋਤਿਆਂ 'ਚ ਹੈਗੀ ਹੈ, ਚਿੜੀਆਂ 'ਚ ਹੈਗੀ ਹੈ। ਸਮਝਿਆ ਨਹੀਂ? ਇੰਨਾ ਪੜ੍ਹਿਆ 9, ਜਿਹੜੇ 9 ਪੜ੍ਹ ਸਕਦੇ ਨੇ, ਜਿਹਨਾਂ ਨੂੰ ਪੜ੍ਹਾ ਰਿਹਾ ਆਦਮੀ, ਉਹ ਸਾਰੇ ਜਿਹੜੇ ਜਾਨਵਰ ਨੇ ਉਹ ਆਦਮੀ ਦੇ ਜਨਮ 'ਚ ਮੁੜ ਕੇ ਗਏ ਹੁੰਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ। ਤਾਂ ਹੀ ਉਹ ਆਦਮੀ ਦੀ ਭਾਸ਼ਾ ਸਮਝ ਸਕਦੇ ਨੇ, ਪੜ੍ਹ ਸਕਦੇ ਨੇ, ਵਰਨਾ ਨਹੀਂ ਪੜ੍ਹ ਸਕਦੇ। ਸਾਰੇ ਨਹੀਂ ਪੜ੍ਹਦੇ, ਸਾਰੇ ਤੋਤੇ ਨਹੀਂ ਪੜ੍ਹਦੇ ਹੁੰਦੇ, ਥੋੜੇ ਹੀ ਪੜ੍ਹਦੇ ਹੁੰਦੇ ਨੇ। ਸਾਰੇ ਕੁੱਤੇ ਨਹੀਂ ਪੜ੍ਹ ਸਕਦੇ, ਪੜ੍ਹ ਲੈਂਦੇ ਨੇ, ਪਰ ਆਦਮੀ ਵੀ ਪੜ੍ਹਾਈ ਦਾ ਕਰ ਲੈਂਦੇ ਨੇ। ਕਿੱਥੇ ਤੱਕ ਪਹੁੰਚਦਾ ਆਦਮੀ? ਕਹੇ ਜੇ ਕੁੱਤੇ ਨੇ, ਅਲੱਗ-ਅਲੱਗ ਨਸਲ ਦੇ ਨੇ। ਹਾਂਜੀ। ਅੰਗ ਭੱਟ ਭੰਗ ਹੋਏ, ਜੰਗ ਤੇ ਡਿਗਹੀ। ਅੰਗ ਭੱਟ ਭੰਗ ਹੋਏ, ਭੱਟ ਸੂਰਮਿਆਂ ਦੇ ਅੰਗ ਭੰਗ ਹੋ ਡਿੱਗਦੇ ਨੇ, ਕੱਟ ਡਿੱਗੇ ਜਾਂਦੇ ਨੇ। ਜੰਗ ਤੇ ਡਿਗਹੀ, ਜੰਗ ਵਿੱਚੇ ਡਿੱਗ ਜਾਂਦੇ ਨੇ। ਜਾਣੀ ਜਿਹੜੇ ਕਰਮਕਾਂਡੀ ਹੁੰਦੇ ਨੇ ਨਾ, ਬਹੁਤ ਕਰਮਕਾਂਡੀ ਨੇ, ਬਹੁਤ ਉਹਨਾਂ ਨੇ ਹਠਯੋਗ ਕੀਤੇ ਹੋਏ ਨੇ। ਜਦ ਹਠਯੋਗ ਕੱਟਿਆ ਜਾਂਦਾ ਉਹਨਾਂ ਦਾ, ਜਿਨ੍ਹਾਂ ਦੀ ਇੱਜ਼ਤ ਹੈ ਨਾ ਸਮਾਜ ਵਿੱਚ, ਆਮ ਤੌਰ ਤੇ ਉਸ ਮੱਤ ਵਿੱਚ ਸਿਰਫ ਕਰਮਕਾਂਡ ਕਰਕੇ, ਉਹ ਵੀ ਭੱਟ, ਉਹਨਾਂ ਨੂੰ ਭੱਟ ਗਿਆ ਹੋਇਆ। ਜਦੋਂ ਕੱਟੀ ਜਾਂਦੀ ਹੈ ਵੀ ਇਹ ਕੁਛ ਨਹੀਂ ਹੈ, ਇਹ 'ਚ ਗਿਆਨ ਨਹੀਂ ਹੈ, ਉਹਦੇ 'ਚ ਕੀ ਹੈ? ਗਿਆਨ ਨਹੀਂ ਹੁੰਦਾ, ਇਹਦੇ ਵਿੱਚ ਰੋਟੀਆਂ ਹੀ ਹੁੰਦੀਆਂ ਨੇ। ਸੰਸਾਰੀ ਇੱਜ਼ਤ ਆ ਰੋਟੀਆਂ, ਬਸ 2 ਚੀਜ਼ਾਂ ਹੁੰਦੀਆਂ ਨੇ ਇਹਦੇ ਵਿੱਚ, ਹੋਰ ਕੁਛ ਨਹੀਂ ਹੁੰਦਾ। ਗਿਆਨ ਪਿਆ ਤਾਂ ਕਰਮ ਹੈ ਨਾਸ। ਜੇ ਗਿਆਨ ਹੋਵੇ ਤਾਂ ਕਰਮ ਛੱਡ ਦੇਵੇ। ਉਹ ਕਰਮਕਾਂਡ 'ਚ ਗਿਆਨ ਨਹੀਂ ਹੁੰਦਾ। ਜੇ ਗਿਆਨ ਹੋਵੇ ਤਾਂ ਉਹਨੇ ਕਰਮਕਾਂਡ ਛੱਡ ਦੇਣਾ। ਜਦ ਉਹਨੂੰ ਪਤਾ ਲੱਗਣਾ ਵੀ ਇਹ 'ਚ ਗਿਆਨ ਨਹੀਂ ਹੈ, ਜੋ ਫਲ ਤਾਂ ਗਿਆਨ ਦਾ ਹੀ ਲੱਗਣਾ। ਧਰਮ 'ਚ ਫਲ ਕੀ ਹੁੰਦਾ? ਗਿਆਨ ਫਲ ਹੁੰਦਾ। ਜੇ ਗਿਆਨਤਾ ਹੈ ਧਰਮ ਹੈ, ਜੇ ਗਿਆਨ ਨਹੀਂ ਹੈ ਧਰਮ ਨਹੀਂ ਹੈ। ਗਿਆਨ ਦਾ ਵਿਸ਼ਾ ਧਰਮ ਹੈ, ਅਸਲੀ ਧਰਮ ਗਿਆਨ ਹੈ। ਗਿਆਨਵਾਨ ਨੇ ਕਮਾਈ ਹੈ ਸੰਸਾਰ 'ਚ। ਕੀ ਕਮਾਈ ਹੈ? ਕਿਸੇ ਕਿਸਮ ਦਾ ਗਿਆਨ ਲੈ ਲਓ, ਜਿਹਦੇ ਕੋਲ ਗਿਆਨ ਜ਼ਿਆਦਾ ਉਹਦੀ ਇੱਜ਼ਤ ਜ਼ਿਆਦਾ। ਉਹਦੀ ਇੱਜ਼ਤ ਜ਼ਿਆਦਾ ਤਾਂ ਉਹਦੀ ਤਨਖਾਹ ਵੀ ਜ਼ਿਆਦਾ, ਉਹਨੂੰ ਅਕਲ ਵੀ ਜ਼ਿਆਦਾ ਹੈ। ਗੁਣ ਐਵੇਂ ਨਹੀਂ ਆਉਂਦੇ। ਗੁਣ ਗਿਆਨ ਇੱਕੋ ਹੀ ਗੱਲ ਹੈ। ਗੁਣ ਔਰ ਗਿਆਨ ਇੱਕੋ ਹੀ ਗੱਲ ਹੈ, 2 ਗੱਲਾਂ ਨਹੀਂ ਹੈ। ਕੋਈ ਕਿਸੇ ਚੀਜ਼ ਦਾ ਐਕਸਪਰਟ ਹੈ, ਉਹ ਜੋ ਗੁਣ ਹੈ, ਔਰ ਗਿਆਨ ਵੀ ਹੈ, ਇੱਕੋ ਹੀ ਗੱਲ ਹੈ ਗੁਣ ਔਰ ਗਿਆਨ। ਗੁਣ ਮੈਂ ਗਿਆਨ ਪ੍ਰਾਪਤ ਹੋਏ, ਗੁਣ ਵਿਚਾਰੇ ਗਿਆਨੀ ਸੋਏ। ਗੁਣ ਮੈਂ ਗਿਆਨ, ਜਿਹੜਾ ਕੋਈ ਕਰਦਾ ਹੈ ਕੰਮ, ਉਹ 'ਚ ਉਹਨੂੰ ਗਿਆਨ ਕਹਾਂ ਤੇ ਕਹਾਂ ਮਿਲ ਜਾਣਾ, ਕਿਸ ਤਰੀਕੇ ਨਾਲ ਕਰਨਾ, ਉਹ 'ਚ ਉਹਨੇ ਐਕਸਪਰਟ ਹੋ ਜਾਣਾ।
ਆਓ 'ਚ ਪਰਫੈਕਟ ਵੀ ਹੋ ਜਾਣਾ ਉਹਨੇ। ਜੋ ਪ੍ਰੈਕਟਿਸ ਦੇ ਵਿੱਚ ਲੱਗਿਆ ਰਹੂ ਉਸ ਕੰਮ ਦੀ। ਡਾਕਟਰ ਇੱਕੋ ਹੀ ਚੀਜ਼ ਦਾ ਆਪਰੇਸ਼ਨ ਕਰਦੇ ਨੇ, ਉਹ 'ਚ ਐਕਸਪਰਟ ਹੋ ਜਾਂਦੇ ਨੇ। ਪ੍ਰੈਕਟਿਸ ਕਰਦੇ ਨੇ, ਪਰਫੈਕਟ ਹੋ ਜਾਂਦੇ ਨੇ। ਵਕੀਲ ਵਕਾਲਤ ਕਰਦਾ ਹੈ, ਰੋਜ਼ ਸਿੱਖਦਾ ਕੁਝ ਨਾ ਕੁਝ, ਪਰਫੈਕਟ ਹੋ ਜਾਂਦਾ। ਉਹ ਗੁਣ ਹੈ ਉਹਦਾ ਡਾਕਟਰੀ, ਔਰ ਉਹਦੇ ਵਿੱਚ ਉਹਦਾ ਗਿਆਨ ਹੈ। ਨਾਲ ਗੁਣ ਔਰ ਗਿਆਨ ਇੱਕੋ ਹੀ ਚੀਜ਼ ਹੁੰਦੀ ਹੈ, ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਜਦ ਉਹ ਗੁਣ ਹੈ, ਜੇ ਉਹਦਾ ਗੁਣ ਹੈ ਤਾਂ ਉਹ 'ਚ ਗਿਆਨ ਵੀ ਹੈ। ਜਿੱਥੇ ਗਿਆਨ ਨਹੀਂ, ਉਹ ਗੁਣ ਨਹੀਂ ਹੈ। ਹੁਣ ਜਿਹੜੇ ਧੂਣੀਆਂ ਤਾਪਦੇ ਨੇ, ਕੀ ਗੁਣ ਹੈ ਉੱਥੇ? ਨਾ ਕੋਈ ਗੁਣ ਹੈ, ਨਾ ਕੋਈ ਗਿਆਨ ਹੈ। ਜਿੱਥੇ ਗੁਣ ਔਰ ਗਿਆਨ, ਉੱਥੇ ਫਲ ਲੱਗਦਾ। ਜਿੱਥੇ ਗੁਣ ਗਿਆਨ ਹੈ, ਤੇ ਫਲ ਲੱਗਦਾ। ਜਿੱਥੇ ਫਲਹੀਨ ਗਿਆਨ ਹੈ, ਫਲਹੀਨ ਗੁਣ ਹੈ, ਗਿਆਨ ਨਹੀਂ ਪ੍ਰਾਪਤ ਹੁੰਦਾ, ਉੱਥੇ ਫਲ ਕਾਹਦਾ ਲੱਗਦਾ? ਉੱਥੇ ਫੁੱਲ ਲੱਗਦਾ, ਫਲ ਨਹੀਂ ਲੱਗਦਾ। ਫੁੱਲ ਕੀ ਹੁੰਦਾ? ਫੁੱਲ ਦੋ ਚੀਜ਼ਾਂ ਨੇ, ਸੰਸਾਰੀ ਧਨ ਔਰ ਸੰਸਾਰੀ ਵਡਿਆਈ ਨੂੰ ਫੁੱਲ ਕਹਿੰਦੇ ਨੇ। ਕਬੀਰ ਨੂੰ ਪਹਿਲਾਂ ਵੀ ਲੋਕ ਜਾਣਦੇ ਨੇ, ਪਹਿਲਾਂ ਵੀ ਇੱਜ਼ਤ ਹੈ, ਸੰਤ ਪਹਿਲਾਂ ਵੀ ਆਉਂਦੇ ਨੇ, ਬਹੁਤ ਬੜਾ ਬੀਚਕ ਲਿਖਿਆ, ਲੇਕਿਨ ਫੁੱਲ ਹੈ, ਫਲ ਹੈ ਨਹੀਂ। ਫਲ ਕਦ ਲੱਗਿਆ? ਫਲ ਜਦ ਲੱਗਿਆ ਜਾਂ ਮਗਰ ਗਿਆ। ਫਲ ਖਾਤਰ ਤਾਂ ਰੋਂਦਾ ਹੀ ਆ, ਮੈਨੂੰ ਫਲ ਨਹੀਂ ਲੱਗਿਆ। ਫਲ ਨਹੀਂ ਮਿਲਿਆ, ਜੋ ਵਿੱਚ ਕਿਹੜਾ ਲਿਖ ਮਾਰਿਆ, ਉਹ ਗਿਆਨ ਨਹੀਂ ਹੈ ਉਹਨਾਂ ਗੱਲਾਂ ਦੇ ਵਿੱਚ। ਸਾਰੀ ਕੱਚੀ ਬਾਣੀ ਆ, ਆਪ ਹੀ ਰੱਦ ਕਰਤੀ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਦਰਜ ਹੋਈ ਉਹ ਬਾਣੀ। ਉਹ 'ਚ ਗਿਆਨ ਨਹੀਂ ਹੈ। ਉਹ ਗਿਆਨ ਦੇ ਵਿੱਚ ਝੂਠ ਮਿਕਸ ਹੈ, ਕੱਚਾ ਗਿਆਨ। ਉਹ ਹਾਂ, ਗਿਆਨ ਕੱਚਾ ਹੈ। ਉਹਦੇ ਵਿੱਚ ਸਾਰੀਆਂ ਗੱਲਾਂ ਕੱਟਣ ਵਾਲੀਆਂ ਨੇ, ਉਹਦੇ 'ਚ ਸਾਰੀਆਂ ਕੱਚੀਆਂ ਗੱਲਾਂ ਨੇ। ਜਦ ਗੱਲ ਪੱਕੀ ਆਈ ਹੈ, ਉਹ ਗੁਰਬਾਣੀ ਦਰਜ ਹੋਈ ਹੈ, ਪੱਕੀ ਬਾਣੀ ਦਰਜ ਹੋਈ ਹੈ। ਉਹ ਹੀ ਮਗਰ ਜਾ ਕੇ ਉਹਨਾਂ ਜਦੋਂ ਉਹਨੂੰ ਆਤਮ ਦਾ ਗਿਆਨ ਹੀ ਨਹੀਂ ਹੈ, ਇੱਕ ਦਾ ਗਿਆਨ ਹੀ ਨਹੀਂ ਕਬੀਰ ਨੂੰ ਹੈ। ਇੱਕ ਕੀ ਹੁੰਦਾ? ਫਿਰ ਉਹਨੇ ਕਿਹਾ ਦੋ ਅਰਧ ਸਮਾਨਾ, ਉਹ ਬਾਵਨ ਅੱਖਰੀ ਜਾ ਲਿਖੀ ਹੈ। ਜਦ ਉਹਨੂੰ ਪਤਾ ਲੱਗਿਆ ਗੱਲ ਕੀ ਹੈ, ਫਿਰ ਬਾਵਨ ਅੱਖਰੀ ਲਿਖੀ ਹੈ। ਬਾਵਨ ਅੱਖਰੀ ਦੇ ਮੁਕਾਬਲੇ ਦੀ ਇੱਕ ਵੀ ਉਹਦੀ ਪੰਕਤੀ ਦਿਖਾਓ ਪਹਿਲੇ ਬੀਜਕ ਦੇ ਵਿੱਚ। ਜੋ ਸ਼ਬਦ ਆਏ ਲਿਖੇ ਨੇ ਬਾਅਦ 'ਚ, ਉਹਦੇ ਮੁਕਾਬਲੇ ਦਾ ਇੱਕ ਸ਼ਬਦ ਨਹੀਂ ਹੈ। ਇਹਨਾਂ ਨੇ ਮਿਕਸ ਕਰਤੇ ਸਾਰੇ, ਉਹ ਵੀ ਇਹ ਵੀ ਮਿਕਸ ਤਾਂ ਕੀਤੇ। ਇਹਨਾਂ ਨੂੰ ਚਾਹੀਦਾ, ਇਹਨਾਂ ਨੂੰ ਸੀ ਪਤਾ ਵੀ ਜੇ ਪਿਓਰ ਰੱਖਤੀ ਗੁਰਬਾਣੀ ਦੇ ਵਿੱਚ ਜਿੰਨੀ ਦਰਜ, ਫਿਰ ਤਾਂ ਸਾਡੇ ਕਾਸ਼ੀ ਮਤ ਦਾ ਨਾਸ ਹੋ ਜਾਊਗਾ। ਕਾਸ਼ੀ ਮਤ ਨੂੰ ਬਚਾਉਣ ਵਾਸਤੇ ਉਹ ਗੱਲਾਂ ਲਿਖੀਆਂ ਨੇ ਵਿੱਚ, ਉਹ ਪਾਤੀਆਂ ਪਹਿਲਾਂ, ਜਿਹੜੀਆਂ ਉਹਦੀਆਂ ਮਾਲਾ ਜਦੋਂ ਫੇਰਦਾ ਸੀ, ਜਦੋਂ ਮਾਲਾ ਨੂੰ ਠੀਕ ਮੰਨਦਾ ਸੀ ਨਾ ਫੇਰਨ ਨੂੰ, ਉਹ ਗੱਲਾਂ ਤਾਂ ਪਾਈਆਂ ਹੋਈਆਂ ਨੇ ਵਿੱਚ। ਮਾਲਾ ਵਾਲਾ ਧਰਮ ਬਚਾਉਣਾ ਸੀ ਉਹਨਾਂ ਨੇ। ਸੰਗ ਬਿਨ ਰੰਗ ਰਣ ਸਰੋਣ ਤਨ ਭਿਗਹੀ। ਸੰਗੀ ਬਿਨ ਰੰਗ ਰਣ, ਸੰਗੀ ਬਿਨ ਰੰਗ, ਸੰਗੀ ਬਿਨ ਰੰਗ ਰਣ ਸਰੋਣ ਤਨ ਭਿਗਹੀ। ਜਿਹੜਾ ਸੰਗੀ ਮਨ ਹੈ, ਜੇ ਉਹਨੂੰ ਰੰਗ ਨਾਮ ਦਾ ਨਹੀਂ ਚੜਿਆ ਹੋਇਆ, ਤਾਂ ਉਹ ਸਰੋਣ ਤਨ ਭਿੱਗੀ, ਤਾਂ ਉਹਨੂੰ ਲੋਭ ਦਾ ਰੰਗ ਹੈ, ਲੋਭ 'ਚ ਭਿੱਜਿਆ ਹੋਇਆ। ਸਰੋਣ ਤਨ ਭਿਗਹੀ, ਸੁਣ ਲੋਭ ਹੈ ਨਾ, ਲੋਭ ਰਾਤਾ ਉਹਦੇ ਵਿੱਚ। ਆ ਸਰੀਰ ਨਾਲ ਬਾਹਰਲੇ ਨਾਲ ਜੁੜਿਆ ਹੋਇਆ ਦਾ ਮਤਲਬ, ਜਿੰਨਾ ਚਿਰ ਨਾਮ ਦਾ ਰੰਗ ਨਹੀਂ ਚੜਦਾ, ਬਾਹਰਲੇ ਸਰੀਰ ਨਾਲ ਜੁੜਿਆ ਹੋਇਆ, ਮਾਇਆ ਨਾਲ ਜੁੜਿਆ ਹੋਇਆ। ਇੱਥੇ ਹੀ ਖੜਾ ਸੀ ਕਬੀਰ, ਬੰਦੇ ਨੂੰ ਗੁਰੂ ਮੰਨਦਾ ਸੀ, ਮੰਨੀ ਬੈਠਾ ਸੀ। ਫਿਰ ਕਿਆ ਗੁਰ ਬ੍ਰਹਮ ਬਤਾਇਓ ਮਨੀ ਮਾਹੇ। ਫਿਰ ਗੁਰ ਗਿਆਨ ਨੂੰ ਮੰਨਿਆ ਉਹਨੇ, ਫਿਰ ਗਿਆਨ ਗੁਰੂ ਮੰਨਿਆ। ਫਿਰ ਬਾਅਦ 'ਚ ਪਹਿਲਾਂ ਬੰਦੇ ਨੂੰ ਮੰਨਦਾ ਸੀ। ਹਾਂਜੀ, ਧਾਏ ਭੱਟ ਆਏ ਰਿਸ ਖਾਏ ਅਸ ਝਾਰਹੀ। ਤਾਏ ਪੱਟ ਖਾਏ ਰਿਸ ਖਾਏ ਅਸ ਝਾਰਹੀ। ਜਿਹੜਿਆਂ ਦੇ ਬਾਣ ਲੱਗ ਜਾਂਦਾ, ਜਿਨ੍ਹਾਂ ਦੇ ਤਰਕ ਵੱਜ ਜਾਂਦਾ, ਜਿਹੜਿਆਂ ਦਾ ਮਤਲਬ ਆ, ਉਹ ਫਿਰ ਗੁੱਸੇ 'ਚ ਆ ਜਾਂਦੇ ਨੇ। ਰਿਸ ਖਾਏ ਅਸ ਝਾਰਹੀ, ਰਿਸ ਗੁੱਸੇ 'ਚ ਆਏ ਹੋਏ, ਗੁੱਸਾ ਖਾ ਕੇ ਫਿਰ ਆਪਣਾ ਵਾਰ ਕਰਦੇ ਨੇ। ਉਹ ਅਸ ਝਾਰਹੀ, ਹੱਸ ਝਾੜਦੇ ਨੇ, ਆਪਣੀ ਬੁੱਧੀ ਦਾ ਵਾਰ ਕਰਦੇ ਨੇ, ਜਵਾਬ ਦਿੰਦੇ ਨੇ ਉਹਦਾ। ਜਿਨ੍ਹਾਂ ਦੀ ਗੱਲ ਕੱਟੀ ਜਾਂਦੀ ਹੈ,
ਉਹ ਗੁੱਸੇ 'ਚ ਆ ਕੇ ਫਿਰ ਹੋਰ ਗੱਲ ਕਰਦੇ ਨੇ, ਨਵੀਂ ਉਹਦੀ ਗੱਲ ਨੂੰ ਕੱਟਣ ਦੀ ਕੋਸ਼ਿਸ਼ ਕਰਦੇ ਨੇ। ਇਹ ਹੁੰਦਾ ਹੀ ਆ ਚਰਚਾ ਦੇ ਵਿੱਚ, ਕਰਦੇ ਹੀ ਨੇ। ਜੋਰ ਕਰ ਸ਼ੋਰ ਕਰ ਜੋਰ ਸਰ ਤੋਰ ਅਰ ਡਾਰਹੀ। ਬੜੀ ਉੱਚੀ ਆਵਾਜ਼ ਨਾਲ ਕਹਿੰਦੇ ਨੇ ਸ਼ੋਰ ਕਰਕੇ। ਸ਼ੋਰ ਕਰ ਦੇਖਿਆ ਨਹੀਂ ਗਾਣ ਚਰਚਾ 'ਚ ਉੱਚੀ ਉੱਚੀ ਬੋਲਣ ਲੱਗ ਜਾਂਦੇ ਨੇ, ਝਗੜੇ ਕਰਨ ਲੱਗ ਜਾਂਦੇ ਨੇ, ਜਿਹੜੇ ਰੌਲਾ ਪਾਉਣ ਲੱਗ ਜਾਂਦੇ ਨੇ। ਮੈਂ ਬਹਿਸ ਕਰਨ ਨੂੰ ਤਿਆਰ ਹਾਂ, ਚੰਡੀਗੜ੍ਹ ਨਹੀਂ ਸੀ ਕਰਦਾ। ਵਿਦਵਾਨ ਹੁੰਦੇ ਨੇ, ਜਦੋਂ ਇਹਨਾਂ ਦੀ ਗੱਲ ਕੱਟੀ ਜਾਂਦੀ ਹੈ ਬੜੇ ਗੁੱਸੇ 'ਚ ਆ ਜਾਂਦੇ ਨੇ। ਜਦ ਉਹਨਾਂ ਨੂੰ ਪਤਾ ਲੱਗਦਾ ਫਿਰ ਦਿਖਾ ਦੇਵੇ, ਫਿਰ ਠੰਡੇ ਵੀ ਹੋ ਜਾਂਦੇ ਨੇ। ਫਿਰ ਛੇਤੀਓ ਜਦ ਦੇਖ ਲੈਂਦੇ ਵੀ ਪੱਥਰ ਮੇਰੇ ਵਸਦਾ ਨਹੀਂ ਚੱਕਣਾ, ਜੇ ਥੋੜਾ ਜਿਹਾ ਆ ਗਿਆ, ਉਂਗਲੀਆਂ ਆ ਗਈਆਂ ਥੱਲੇ, ਕਿਸੇ ਨੇ ਕੱਢਣੀਆਂ ਵੀ ਨਹੀਂ ਹਨ, ਥੱਲੇ ਰਹਿ ਜਾਣਗੀਆਂ, ਫਿਰ ਚੁੱਪ ਹੀ ਕਰ ਜਾਂਦੇ ਨੇ। ਇਹ ਜਦੋਂ ਗੱਲ ਕੱਟੀ ਜਾਂਦੀ ਹੈ, ਵਿਦਵਾਨ ਜਿਹੜੇ ਨੇ ਬੜੇ ਗੁੱਸੇ 'ਚ ਆ ਜਾਂਦੇ ਨੇ, ਬੜਾ ਉੱਚੀ ਉੱਚੀ ਬੋਲਣ ਲੱਗ ਜਾਂਦੇ। ਜੋਰ ਸਰ ਤੋਰ ਅਰੀ ਢਾਰ ਡਾਰਹੀ। ਹਾਂ, ਆਪਣੇ ਜਿਹੜਾ ਵਿਰੋਧੀ ਆ ਉਹਦੇ ਤੇ ਆਪਣਾ ਦੂਆ ਵਾਰ ਕਰਦੇ ਨੇ, ਹੋਰ ਪ੍ਰਹਾਰ ਕਰਦੇ ਨੇ, ਹੋਰ ਵਾਰ ਕਰਦੇ ਨੇ, ਉਹਦੀ ਗੱਲ ਨੂੰ ਕੱਟਣ ਦੀ ਕੋਸ਼ਿਸ਼ ਕਰਦੇ ਨੇ। ਪ੍ਰਾਣ ਤਜ ਪੈ ਨਾ ਭਜ ਭੂਮ ਰਾਣ ਸੋਭੀ। ਭਜਦਾ ਨਹੀਂ ਕੋਈ ਹੈ, ਪ੍ਰਾਣ ਪ੍ਰਾਣ ਤਜ ਦਿੰਦੇ ਨੇ, ਮੰਨ ਜਾਂਦੇ ਨੇ। ਦੇਖੋ ਹੁਣ ਮੰਨਣ ਤੇ ਆਈ ਹੋਈ ਗੱਲ ਹੈ, ਮੰਨ ਲੈਂਦੇ ਨੇ ਹਾਂ ਇਹ ਸੱਚ ਹੈ, ਸੱਚ ਮੰਨ ਲਿਆ, ਇਹ ਤਾਂ ਉਹਨਾਂ ਪ੍ਰਾਣ ਤਜ ਤੇ ਉਸ ਗੱਲ ਤੇ ਚਰਚਾ ਖਤਮ ਹੋ ਗਈ। ਫਿਰ ਪ੍ਰਾਣ ਤਜ ਪੈ ਨਾ ਭਜ, ਭੱਜੇ ਨਹੀਂ, ਸੱਚ ਮੰਨ ਲਿਆ। ਭੂਮ ਰਾਣ ਸੋਭੀ। ਭੂਮ ਦੇ ਵਿੱਚ ਐਸਾ ਰਣ ਸੋਭ ਰਿਹਾ ਹੈ ਹੁਣ ਕਿ ਗੱਲ ਨਿਬੜ ਰਹੀ ਹੈ। ਜਿੱਥੇ ਸੱਚ ਆ ਜਾਂਦਾ ਉੱਥੇ ਦੋਏ ਤਰ੍ਹਾਂ ਮੰਨ ਲੈਂਦੀਆਂ ਨੇ, ਕਹਿੰਦੇ ਹਾਂ ਬਈ ਇਹ ਗੱਲ ਠੀਕ ਹੈ। ਸੋਭ ਦੇਖੋ, ਰਣ ਭੂਮੀ ਸੋਭ ਰਹੀ ਹੈ ਇਸ ਗੱਲ 'ਚ, ਕਿਉਂਕਿ ਇੱਕ ਮਤ ਹੋ ਰਹੇ ਨੇ ਸਾਰੇ। ਸਾਰੇ ਕਹਿੰਦੇ ਨੇ ਵੀ ਹਾਂ ਇਹ ਠੀਕ ਹੈ, ਮੰਨਣੀ ਚਾਹੀਦੀ ਹੈ ਗੱਲ। ਜਦ ਹੁਣ ਸਾਰੇ ਇੱਕ ਮਤ ਕਹੇਗਾ ਵੀ ਮੰਨਣੀ ਚਾਹੀਦੀ ਹੈ, ਮੰਨੀ ਜਾਂਦੀ ਹੈ, ਫਿਰ ਇਕੱਲਾ ਕੀ ਕਰੂਗਾ? ਜੇ ਨਾ ਵੀ ਮੰਨੂਗਾ ਫਿਰ ਕੀ ਹੋ ਜਾਊਗਾ? ਸਾਬਤ ਹੋ ਜੂ ਪਾਗਲ ਹੈ, ਪਾਗਲੇ ਸਾਬਤ ਹੋਊ ਨਾ। ਇੱਜ਼ਤ ਬਚਾਉਣ ਵਾਸਤੇ ਮੰਨ ਲੈਣੀ ਅਕਲਮੰਦੀ ਹੁੰਦੀ ਹੈ। ਜਿਹੜਾ ਨਾ ਮੰਨੇ ਸਾਰਿਆਂ ਤੇ ਹੀ ਜਾਂਦਾ ਹੁੰਦਾ, ਦੁਨੀਆ ਤੇ ਹੀ ਜਾਂਦਾ। ਆਪਣੀ ਨਹੀਂ ਗੱਲ ਮਨਾ ਸਕਦਾ, ਉਹਦੀ ਨਹੀਂ ਕਿਸੇ ਨੇ ਮੰਨਣੀ ਹੁੰਦੀ, ਉੱਦਾਂ ਹੀ ਚਲਿਆ ਜਾਂਦਾ ਬਾਹਰ, ਆਪ ਹੀ ਬਾਹਰ ਚਲੇ ਜਾਂਦਾ, ਸਾਬਤ ਹੋ ਜਾਂਦਾ ਵੀ ਇਹ ਧਾਰਮਿਕ ਬੰਦਾ ਹੀ ਨਹੀਂ ਹੈ, ਇਹ ਤਾਂ ਪਹਿਲਾਂ ਦੇ ਵਿਰੋਧੀ ਸੀ ਧਰਮ ਦਾ, ਸੱਚ ਦਾ ਵਿਰੋਧੀ ਹੈ। ਤਾਂ ਜਿਹੜੇ ਅੜ ਜਾਂਦੇ ਹੁੰਦੇ ਨੇ ਨਾ ਗਿਆਨ ਚਰਚਾ 'ਚ, ਜਦ ਨਿਰਣਾਇਕ ਦੌਰ ਦੇ ਵਿੱਚ ਗੱਲ ਆ ਜਾਏ ਗਿਆਨ ਚਰਚਾ ਦੀ, ਜਿਹੜੇ ਫੇਰ ਵੀ ਨਾ ਮੰਨਣ ਉਹਨਾਂ ਨੂੰ ਦੁਨੀਆ ਤਿਆਗ ਦਿੰਦੀ ਹੈ। ਪੰਡਤ ਨੂੰ ਦੁਨੀਆ ਨੇ ਤਿਆਗ ਦਿੱਤਾ। ਜਿੰਨੀ ਨਰਾਦਰੀ ਪੰਡਤ ਦੀ ਹੈ ਕਿਸੇ ਦੀ ਨਹੀਂ ਹੈ, ਕੋਈ ਵਿਸ਼ਵਾਸ ਨਹੀਂ ਕਰਦਾ। ਤੇ ਆਮ ਲੋਕ ਕਹਿੰਦੇ ਨੇ ਵੀ ਸੱਪ ਤੇ ਵਿਸ਼ਵਾਸ ਕਰ ਲਿਓ, ਸ਼ੇਰ ਤੇ ਕਰ ਲਿਓ, ਇਹ ਤੇ ਨਾ ਕਰਿਓ। ਹਾਲਾਂਕਿ ਇਹਨਾਂ ਦੇ ਵਿੱਚ ਇਮਾਨਦਾਰ ਆਦਮੀ ਬਹੁਤ ਨੇ, ਸਾਰੇ ਨਹੀਂ ਬੁਰੇ ਹੈਗੇ, ਪਰ ਜਿਹੜੇ ਬੁਰੇ ਨੇ ਉਹਨਾਂ ਨੇ ਸਾਰਿਆਂ ਨੂੰ ਕਲੰਕਿਤ ਕਰਤਾ। ਜਿਹੜੇ ਬੁਰੇ ਨੇ ਸਾਰਿਆਂ ਨੂੰ ਕਲੰਕਿਤ ਕਰਤਾ ਉਹਨਾਂ ਨੇ। ਸਾਰੇ ਤਾਂ ਬੁਰੇ ਹੈ ਨਹੀਂ, ਬੁਰੇ ਤਾਂ ਥੋੜੇ ਹੀ ਹੁੰਦੇ ਨੇ। ਅੱਤਵਾਦੀ ਕਿਤੇ ਸਾਰੇ ਸਿੱਖ ਤੇ, ਸਿੱਖਾਂ ਨੂੰ ਅੱਤਵਾਦੀ ਕਹੀ ਜਾਂਦੇ ਨੇ। ਮੁਸਲਮਾਨ ਕਿਤੇ ਸਾਰੇ ਹੀ ਅੱਤਵਾਦੀ ਨੇ, ਮੁਸਲਮਾਨਾਂ ਨੂੰ ਅੱਤਵਾਦੀ ਕਹੀ ਜਾਂਦੇ ਨੇ। ਥੋੜੇ ਬੰਦੇ ਬਦਨਾਮ ਕਰ ਦਿੰਦੇ ਨੇ ਸਾਰਿਆਂ ਨੂੰ, ਸਾਰਿਆਂ ਦੀ ਛਵੀ ਵਿਗੜ ਜਾਂਦੀ, ਸਾਰਿਆਂ ਦੀ ਛਵੀ ਵਿਗੜ ਜਾਂਦੀ ਹੈ। ਹੁਣ ਘਰਦਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਉਹਨਾਂ ਦੀ ਮੁਖਾਲਫਤ ਕਰੀਏ। ਸਿੱਖਾਂ ਨੇ ਜੇ ਆਪਣੀ ਛਵੀ ਫੇਰ ਠੀਕ ਕਰਨੀ ਹੈ, ਸਿੱਖਾਂ ਨੂੰ ਚਾਹੀਦਾ ਮੁਖਾਲਫਤ ਕਰਨੀ ਇਹਨਾਂ ਦੀ, ਸਾਰਿਆਂ ਨੂੰ ਬੋਲਣਾ ਇਹਨਾਂ ਦੇ ਖਿਲਾਫ। ਜੇ ਨਹੀਂ ਬੋਲਦੇ ਤਾਂ ਮਤਲਬ ਹੈ ਫਿਰ ਸ਼ਰਾਰਤੀ ਨੇ, ਅੰਦਰੋਂ ਚਾਹੁੰਦੇ ਨੇ। ਫਿਰ ਜਿਹੜੇ ਨਹੀਂ ਬੋਲਦੇ ਅੱਤਵਾਦੀ ਹੈ ਹੀ ਉਹ, ਫਿਰ ਚੁੱਪ ਸਹਿਮਤੀ ਨਾਲ। ਹਾਂ, ਫਿਰ ਥੋੜੀ ਸਹਿਮਤੀ ਹੈ ਨਾਲ ਚੁੱਪ। ਜੇ ਨਹੀਂ ਬੋਲਦੇ ਤਾਂ ਤੁਸੀਂ ਸਹਿਮਤ ਹੋ, ਫਿਰ ਅੱਤਵਾਦੀ ਹੀ ਹੋ ਤੁਸੀਂ। ਤੁਸੀਂ ਉਹਨਾਂ ਦੇ ਖਿਲਾਫ ਨਹੀਂ ਬੋਲਣਾ, ਕਹਿੰਦੇ ਹੋ ਅਸੀਂ ਅੱਤਵਾਦੀ ਵੀ ਨਹੀਂ, ਕਿਉਂਕਿ ਖਿਲਾਫ ਕਿਉਂ ਨਹੀਂ ਬੋਲਦੇ ਤੁਸੀਂ? ਜੇ ਤੁਹਾਨੂੰ ਉਹਦੀ ਉਲਟੇ ਛਿੱਟੇ ਤੁਹਾਡੇ ਤੇ ਆਉਂਦੇ ਨੇ, ਜੇ ਛਿੱਟਾ ਤੁਹਾਡੇ ਤੇ ਪੈਂਦਾ ਗੰਦ ਦਾ, ਉਹਦਾ ਅਸਰ ਪੈਂਦਾ ਹੈ, ਤੁਸੀਂ ਉਹਨੂੰ ਧੋਇਓ ਵੀ ਅਸੀਂ ਨਹੀਂ ਇਹਨਾਂ ਨਾਲ ਸਹਿਮਤ ਹੈਗੇ। ਖੁੱਲ੍ਹ ਕੇ ਕਹੋ, ਫਿਰ ਡਰਦੇ ਕਾਹਤੇ ਹੋ?
ਡਰਦੇ ਵੀ ਨੇ, ਬਦਨਾਮ ਵੀ ਨਹੀਂ ਹੋਣਾ ਚਾਹੁੰਦੇ। ਬਦਨਾਮ ਤਾਂ ਹੋਣਗੇ, ਡਰਦੇ ਤਾਂ ਨੇ, ਵੋਟਾਂ ਦੇ ਡਰਦੇ ਨੇ, ਬੈਨੀਫਿਟ ਲੈਣਾ ਹੋਊ ਕਿਸੇ ਵੇਲੇ, ਖਬਰ ਨਹੀਂ ਇਹਨਾਂ ਦੀ ਬੱਲੇ ਬੱਲੇ ਹੋ ਜਾਏ ਫਿਊਚਰ ਦੇਖ ਕੇ। ਉਹ ਦੋ ਹੱਥਾਂ 'ਚ ਨਹੀਂ ਲੱਡੂ ਰਹਿੰਦੇ ਹੁੰਦੇ, ਇੱਕ ਹੱਥ 'ਚ ਰਹਿਣਗੇ। ਹਾਂ, ਪੇਗ ਛਵੀ ਦੇਖ ਦੁੱਤ ਨਾਰ ਸੁਰ ਲੋਭ ਹੀ। ਪੇਗ ਛਵੀ, ਐਸੀ ਛਵੀ ਨੂੰ ਦੇਖ ਕੇ, ਦੇਖ ਦੁੱਤ ਐਸਾ ਹੌਸਲਾ ਦੇਖ ਕੇ, ਦੁੱਤ ਹੁੰਦਾ ਹੌਸਲਾ। ਦੇਖੋ ਸੱਚ ਨੂੰ ਮੰਨ ਲੈਣਾ ਬੜੇ ਹੌਸਲੇ ਦੀ ਗੱਲ ਹੈ। ਸੱਚ ਨੂੰ ਮੰਨ ਲੈਣਾ ਬੜੇ ਹੌਸਲੇ ਦੀ ਗੱਲ ਹੈ। ਜਿਨ੍ਹਾਂ ਨੇ ਮੰਨ ਲਿਆ ਜਾਂ ਜਿਨ੍ਹਾਂ ਨੇ ਮਨਾ ਲਿਆ, ਦੋ ਇੱਕੋ ਜਿਹੇ ਨੇ। ਮੰਨਣ ਵਾਲਾ ਔਰ ਮਨਾਉਣ ਵਾਲਾ 'ਚ ਕੋਈ ਫਰਕ ਨਹੀਂ ਹੁੰਦਾ। ਲੈਣਾ ਮੰਨਣ ਵਾਲਾ, ਨਾਨਕ ਮਨਾਉਣ ਵਾਲਾ। ਇਹ ਮੂਰਤੀ ਪੂਜਾ ਠੀਕ ਨਹੀਂ ਹੈ, ਦੋ ਇੱਕੋ ਹੀ ਹੋ ਗਏ। ਲੈਣਾ ਮੂਰਤੀ ਪੂਜਾ ਕਰਦਾ ਹੈ, ਨਾਨਕ ਕਰਦਾ ਨਹੀਂ, ਮੂਰਤੀ ਪੂਜਾ ਦੇ ਖਿਲਾਫ ਹੈ। ਨਾਨਕ ਮਨਾਉਣ ਵਾਲਾ ਵੀ ਨਹੀਂ, ਇਹ ਮੂਰਤੀ ਪੂਜਾ ਠੀਕ ਹੈ, ਅਸਲੀ ਦੇਵੀ ਕੀ ਹੈ ਤੇਰੇ ਅੰਦਰ ਹੀ ਹੈ। ਉਹ ਮੰਨਣ ਵਾਲਾ ਕਿਵੇਂ ਮੰਨ ਗਿਆ, ਕਦ ਮੰਨ ਗਿਆ, ਕੋਈ ਸਬੂਤ ਨਹੀਂ ਸਾਡੇ ਕੋਲ, ਕੋਈ ਚਰਚਾ ਨਹੀਂ ਹੋਈ, ਪਰ ਮੰਨ ਗਿਆ। ਕੋਈ ਚਰਚਾ ਨਹੀਂ ਹੈ ਕਿਤੇ, ਕਿਵੇਂ ਮੰਨਿਆ, ਕਿਵੇਂ ਮੰਨਿਆ, ਕਦ ਮੰਨਿਆ, ਕੀ ਗੱਲ ਹੋਈ, ਕਿਸੇ ਨੂੰ ਕੋਈ ਪਤਾ ਨਹੀਂ ਹੈ। ਕਿਤੇ ਨਹੀਂ ਲਿਖਤ ਚਾਹੀਏ, ਕਿਤੇ ਆਇਆ ਨਹੀਂ ਜ਼ਿਕਰ ਇਹਦਾ। ਇੱਕ ਆਦਮੀ ਇੰਨਾ ਚਿਰ ਦਾ ਮੂਰਤੀ ਪੂਜਾ ਹੋਵੇ ਇੱਕਦਮ ਛੱਡ ਦੇਵੇ, ਕੋਈ ਮਜ਼ਾਕ ਗੱਲ ਹੈ? ਉਹ ਮਾਰੀ ਲਾ ਕੇ ਜਾਂ ਪਤਾ ਲੱਗਿਆ ਸਾਰੀ ਪੰਜਾਲੀ, ਪਤਾ ਰਿਕਾਰਡ ਤਾਂ ਕਦੇ ਨਹੀਂ ਸਾਡੇ ਕੋਲ ਹੈ। ਮੰਨ ਗਿਆ, ਮੰਨਣ ਵਾਲਾ। ਤਾਂ ਹੀ ਤਾਂ ਗੁਰੂ ਨਾਨਕ ਕਹਿੰਦਾ ਹੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੇ ਬਲ ਬਲ ਜਾਸਾ। ਉਹਦੇ ਪਿਆਸ ਸੀ ਦਰਸ਼ਨ ਦੀ, ਉਹ ਮੂਰਤੀ ਨੂੰ ਨਹੀਂ ਸੀ ਮੰਨਦਾ, ਦਰਸ਼ਨ ਦੀ ਪਿਆਸ ਸੀ ਉਹਨੂੰ। ਇਹ ਭੁਲੇਖਾ ਸੀ ਵਿੱਚ ਹੈ ਦਰਸ਼ਨ, ਭੁਲੇਖਾ ਸੀਗਾ ਵੀ ਦਰਸ਼ਨ ਇਹ 'ਚੋਂ ਹੋ ਜਾਊਗਾ, ਔਰ ਸੱਚਾ ਸੀ ਉਹ ਆਪਣੀ ਜਾਣੇ। ਉਹ ਤਾਂ ਸੱਚ ਮੰਨੀ ਬੈਠਾ ਸੀ ਦਰਸ਼ਨ ਹੋਣ ਨੂੰ। ਜਦ ਸਾਬਤ ਕੀਤਾ ਵੀ ਇਹ ਮੂਰਤੀ ਉੱਚ ਨਹੀਂ ਹੋਣਾ, ਜਿਹੜੀ ਤੇਰੇ ਵਾਲੀ ਮੂਰਤੀ ਹੈ ਨਾ ਜਿਉਂਦੀ ਤੁਰੀ ਫਿਰਦੀ, ਇਹ 'ਚ ਹੋਊਗਾ। ਹੋਊਗਾ ਮੂਰਤੀ ਚ, ਹੋਏਗਾ ਮੂਰਤੀ 'ਚੋਂ, ਪਰ ਤੇਰੇ ਵਾਲੀ 'ਚ ਹੋਊ, ਇਹ 'ਚੋਂ ਨਹੀਂ ਹੋਣਾ। ਬਸ ਨਹੀਂ ਉਹ ਗੱਲ ਸੀ। ਉਹ ਇਹ ਜਿਉਂਦੀ ਮੂਰਤੀ ਹੈ, ਮਰੀ ਮਿੱਟੀ ਦੀ ਮੂਰਤੀ 'ਚੋਂ ਨਹੀਂ ਹੋਣਾ, ਪੱਥਰ ਵਾਲੀ 'ਚੋਂ ਨਹੀਂ ਹੋਣਾ। ਆ ਹੱਡ ਚੰਮ ਵਾਲੀ 'ਚ ਹੋਊਗਾ, ਜਿਹੜੀ ਤੁਰੀ ਫਿਰਦੀ ਹੈ। ਮਾਟੀ ਕਾ ਪੁੱਤਰਾ ਕੈਸੇ ਨੱਚਦਾ ਹੈ, ਇਹ 'ਚ ਹੋਊਗਾ। कैसे नचता है, ये सवाल कर, कैसे नचता है? वो जब कैसे नचता है पता लग गया, उसे तो दर्शन ने, वो दर्शन की दे ने। कैसे दा सवाल है, जब कैसे दा जवाब आएगा, ऐसे नचता है, बस वही दर्शन है। जब ऐसे नचता है तेन पता लग गया ना जदन, बस यही दर्शन है। वो दर्शन की है, कैसे दा सवाल है, जवाब की है ऐसे नचता है। कहना कैसे नचता, कहना ऐसे नचता है। बस जितना ऐसे नचता है पता लग गया, यही तो जवाब है। और जवाब की है भगत बाणी सी वो समझाता, ऐसे नचता है लब लै, जड़ा यही दर्शन बन गया। भगतां दी बाणी तो मनदा ही सी, समझण च फर्क सी। ਸਾਰੇ ਪੜ੍ਹਦੇ ਸੀ, ਸਾਰੇ ਹੀ ਮੰਨਦੇ ਸੀ, ਸਾਰੇ ਹੀ ਸਮਝਦੇ ਸੀ। ਪੇਗ ਛਬ ਦੇਖ ਤੁਤ ਨਾਰ ਸੁਰ ਲੋਭ ਹੀ। ਸੁਰ ਨਾਰ, ਉਹ ਨਾ ਸੁਰ ਨਾਰ ਸੀ ਲੈਣੇ ਦੇ ਕੋਲ ਦੇਵਤਿਆਂ ਦੀ, ਬੁੱਧ ਦੇਵ ਬੁੱਧ ਸੀ। ਉਹ ਦੇਵ ਬੁੱਧ ਸੀ ਜਿਹੜੀ ਸੀ, ਉਹ ਸੁਰ ਨਾਰ ਸੀ ਜਿਹੜੀ ਬੁੱਧ ਸੀ। ਉਹਦੀ ਨਿਰਮਲ ਬੁੱਧ ਹੁੰਦੀ ਹੈ, ਸੁਰਨਾਰ ਜਿਹੜੀ ਹੁੰਦੀ ਹੈ। ਉਹ ਸੁਰਨਾਰ ਨਹੀਂ ਸੀ, ਸੁਰਨਾਰ ਨਹੀਂ ਸੀ। ਉਹ ਸੁਰ ਤਾਂ ਮਿਸ਼ਰੀ ਵਾਲਿਆਂ ਕੋਲ ਹੈ, ਇਹਨਾਂ ਨੂੰ ਦਿੱਤੀ ਹੋਈ ਅਸੀਂ ਵੀ ਤੁਸੀਂ ਰੱਖੋ ਇਹਨੂੰ, ਇਹ ਵੀ ਚਾਹੀਦੀ ਹੈ ਨਾ। ਉਹ ਕਹਿੰਦਾ ਨਾ, ਔਰੇ ਕੇ ਅੰਚਲ ਜਾਏ ਲੜੀ ਕਬੀਰ। ਹਾਂ ਭਗਤ, ਹਾਂ ਕਹਿੰਦਾ ਜਦ ਮੈਂ ਤਿਆਗਤੀ ਹੋਰ ਦੇ ਅੰਚਲ ਜਾ ਲੜੀ।
ਜਾਂ ਗੁਰੂ ਘਰ ਨੇ ਤਿਆਗੀ ਹੈ। ਸਿੱਖ ਤਿਆਗਦੇ ਗਏ। ਆ ਜਿਹੜੇ ਸੀਗੇ ਰਾਮ ਰਹੀਏ, ਧੀਰ ਮਲੀਏ, ਇਹ ਸਾਹਮਣੇ ਨਰੈਣੀ, ਇਹਨਾਂ ਦੇ ਲੜਦੀ ਰਹੀ ਜਾ ਕੇ। ਇਹ ਸਾਂਭਦੇ ਰਹੇ। ਇਹਨਾਂ ਦਰਵਾਜ਼ੇ ਉਹਨਾਂ ਵਾਸਤੇ ਖੁੱਲੇ ਤੇ ਦੂਆਂ ਵਾਸਤੇ ਬੰਦ ਤੇ ਦਰਵਾਜ਼ੇ। ਵਿਵੇਕ ਬੁੱਧੀ ਵਾਸਤੇ ਬੰਦ ਤੇ ਦਰਵਾਜ਼ੇ। ਨੌਵੇਂ ਪਾਤਸ਼ਾਹ ਨੂੰ ਤਾਂ ਦਰਵਾਜ਼ਾ ਬੰਦ ਕੀਤਾ, ਵਿਵੇਕ ਬੁੱਧੀ ਸੀ। ਉਹਦੇ ਖਾਤਰ ਤਾਂ ਖੁੱਲੇ ਤੇ, ਮਾਇਆ ਖਾਤਰ ਤਾਂ, ਮਾਇਆ ਖਾਤਰ ਦਰਵਾਜ਼ੇ ਖੁੱਲੇ ਤੇ, ਵਿਵੇਕ ਬੁੱਧੀ ਖਾਤਰ ਬੰਦ ਸੀ ਉਹਨਾਂ ਦੇ ਦਰਵਾਜ਼ੇ। ਧਰਮ ਧੰਦਾ ਬਣਾਇਆ ਹੋਇਆ ਜਿਨ੍ਹਾਂ ਦਾ, ਉਹਨਾਂ ਦੇ ਕੋਲ ਉਹਨਾਂ ਦੇ ਦਰਵਾਜ਼ੇ ਵਿਵੇਕ ਬੁੱਧੀ ਵਾਸਤੇ ਬੰਦੇ ਹੁੰਦੇ ਨੇ। ਉਹਨਾਂ ਦੇ ਅੰਚਲੇ ਜਾ ਕੇ ਲੜਦੀ ਹੈ ਸਭ। ਇਹ ਜਿਹੜੀ ਸਰਪਣੀ ਹੈ ਲੜੀ ਹੋਈ ਹੈ ਇਹਨਾਂ ਦੇ। 7-8 ਤਾਂ ਹੋਏ ਨੇ ਸਿਰਫ। ਇਹ ਇੱਕ ਜਿਹੜਾ ਬਣੇ ਫਿਰਦੇ ਤਾਂ ਏਕਤਾ, ਉਹ ਕੇਵਲ ਤੋਂ ਏਕਤਾ ਕਰਾਉਂਦਾ ਫਿਰਦਾ ਇਹਨਾਂ ਦੀ। ਉਹ ਇਹ ਕਰਾ ਦੂਗਾ ਏਕਤਾ। ਭਾਜਨ ਹੈ ਸਾਜ ਅਸ ਗਾਜ ਭਟ ਆਵਹੀ। ਗੁਰਬਾਣੀ ਕਹਿੰਦੀ ਹੈ ਲੋਭੀ ਕਾ ਵਸਾ ਨਾ ਕੀਜੈ। ਲੋਭੀ ਨੇ ਇੱਕ ਦੂਏ ਦਾ ਭਰੋਸਾ ਹੀ ਨਹੀਂ ਕਰਦੇ। ਸਾਰੇ ਲੋਭੀ ਨੇ, ਵਸਾ ਕਿਵੇਂ ਕਰਨ? ਇੱਕ ਪਾਸੇ ਸਿੱਖ ਜੁੜਦੇ ਜਾਂਦੇ ਨੇ ਆਪੇ ਹੀ, ਜਿਹੜੇ ਗੁਰੂ ਵਾਲੇ ਨੂੰ ਤਾਂ ਆਪੇ ਹੀ ਜੁੜੀ ਜਾਂਦੇ ਨੇ, ਆਪੇ ਹੀ ਲੱਭੀ ਜਾਂਦੇ ਨੇ, ਇੱਕ ਦੂਏ ਨੂੰ ਮਿਲੀ ਜਾਂਦੇ ਨੇ। ਇਹ ਜਿਹੜੇ ਲੱਭੇ ਲਵਾਏ ਤੇ ਟੁੱਟੀ ਜਾਂਦੇ ਰੋਜ਼, ਇਹਨਾਂ ਤਲੇ ਬੰਦੀ ਜਾਂਦੇ। ਕਿਉਂ? ਲੋਭੀ ਨੇ। ਹਾਂ, ਭਾਜ ਨਹਿ ਸਾਜ ਅਸ ਗਾਜ ਭਟ ਗਾ ਆਵਹੀ। ਭਜਨਾ ਹੈ, ਭਜਦੇ ਨਹੀਂ ਹਨ। ਕਾਜ ਸਾਜ ਅਸ ਸਾਜਸ ਸਗੋਂ ਆਪਣੀ ਬੁੱਧ ਨੂੰ ਫੇਰ ਸਮਝਦੇ ਨੇ, ਇਕੱਠੀ ਕਰਦੇ ਨੇ। ਖਿੜੇ ਖਿਆਲਾਤ ਫੇਰ ਹੋਰ ਅੰਦਰ ਸਮਝ ਨੂੰ ਆਪਣੀ ਨੂੰ ਬਣਾਉਂਦੇ ਨੇ ਦੁਬਾਰਾ। ਗਾਜ ਭਟ ਆਵਹੀ। ਗੱਜ ਕੇ ਫੇਰ ਆਉਂਦੇ ਨੇ, ਫਿਰ ਵਿਚਾਰ ਕਰਦੇ ਨੇ। ਸਾਜਸ ਦਾ ਮਤਲਬ ਵਿਚਾਰ ਕਰਦੇ ਨੇ ਵੀ ਕੀ ਕਹੀਏ ਹੁਣ ਕਿਹੜਾ ਰਾਹ ਅਖਤਿਆਰ ਕਰੀਏ। ਭਜਦੇ ਨਹੀਂ ਹੈ ਮੈਦਾਨ ਚੋਂ। ਚਰਚਾ ਚਾਲੂ ਹੈ, ਚਰਚਾ ਜਾਰੀ ਹੈ। ਬੇਅੰਤ ਸਵਾਲ ਹੁੰਦੇ ਨੇ ਧਰਮ ਦੇ ਖੇਤਰ ਵਾਲਿਆਂ ਕੋ। ਸਵਾਲ ਕਰਦੇ ਨੇ ਦੁਨੀਆਂ ਤੇ। ਕਈ ਵਾਰ ਸਵਾਲ ਐਸੇ ਕਰਦੇ ਨੇ, ਤਰਕ ਵਾਸਤੇ ਨਹੀਂ ਕਰਦੇ, ਸਮਝਣ ਵਾਸਤੇ ਕਰਦੇ ਨੇ। ਅਗਲੀ ਗੱਲ ਦੱਸ। ਕ੍ਰੋਧ ਕਰ ਬੋਧ ਹਰ ਜੋਧ ਅਸ ਲਾਵਹੀ। ਕ੍ਰੋਧ ਕਰ ਬੋਧ ਹਰ। ਜਦ ਕ੍ਰੋਧ ਆ ਜਾਂਦਾ, ਬੋਧ ਹਰਨ ਹੋ ਜਾਂਦੀ ਹੈ। ਜਦੋਂ ਗੁੱਸੇ 'ਚ ਗੱਲ ਕਰਦਾ, ਅਕਲ ਮਾਰੀ ਜਾਂਦੀ ਹੈ। ਫਿਰ ਜੋਧ ਅਸ ਲਾਵਹੀ। ਜੋਧੇ ਐਸੇ ਮਤਲਬ ਸਵਾਲ ਲੈ ਕੇ ਆਉਂਦੇ ਨੇ ਜਿਹੜੇ ਪਾਗਲਪਣ ਵਾਲੇ ਹੁੰਦੇ ਨੇ। ਬਰੋ ਮਤਲਬ ਹੈ ਕ੍ਰੋਧ ਕਰ ਬੋਧ ਹਰ। ਬੁੱਧੀ ਹਰਨ ਹੋਈ ਹੁੰਦੀ। ਐਂ ਲੱਗਦਾ ਵੀ ਇਹਨਾਂ ਦੀ ਅਕਲ ਮਾਰੀ ਗਈ। ਇਹੋ ਜਿਹੇ ਸਵਾਲ ਕਰਦੇ ਵੀ ਅਕਲੇ ਮਾਰੀ ਗਈ। ਇਹੋ ਜਿਹੇ ਵੀ ਸਵਾਲ ਆ ਜਾਂਦੇ ਨੇ। ਉਦੋਂ ਦੱਸਿਆ ਨਹੀਂ ਉਹਨੇ ਮੁੰਡੇ ਨੇ, ਕਹਿੰਦਾ ਆ ਕੇ ਮੈਨੂੰ ਕਹਿੰਦਾ ਮਿਸ਼ਨਰੀ ਵਾਲਿਆਂ ਦਾ ਕੋਈ ਮੁੰਡਾ, ਬਈ ਜੀ ਜਾਂ ਪਤਾਸੇ ਬਣਾਏ ਨੇ ਜਾਂ ਤਾਂ ਖੰਡੇ ਨਹੀਂ ਸੀ ਹੁੰਦੀ, ਚੀਨੀ ਨਹੀਂ ਸੀ ਹੁੰਦੀ, ਪਤਾਸੇ ਕਾਹਦੇ ਬਣ ਗਏ? ਉਹ ਕਹਿੰਦਾ ਮੈਂ ਕਿਹਾ ਕਬੀਰ ਵੇਲੇ ਦਾ ਸੀਗੀ, ਹਰ ਹੈ ਖੰਡ ਰੇਤ ਮੈਂ ਬਿਖਰੀ, ਜਦੋਂ ਭੱਜ ਗਿਆ। ਇਹੋ ਜਿਹੇ ਲੈ ਕੇ ਆਉਂਦੇ ਨੇ ਸਵਾਲ। ਬੋਧ ਹਰ, ਬੁੱਧੀ ਮਾਰੀ ਗਈ। ਮੈਂ ਸਵਾਲ ਕਿਹੜਾ ਕਰਨਾ ਕਿਹੜਾ ਨਹੀਂ ਕਰਨਾ, ਇਹਨਾਂ ਦੀ ਬੁੱਧੀ ਮਾਰੀ ਗਈ। ਹੁਣ ਲੱਭਦਾ ਨਹੀਂ ਕੋਈ ਸਵਾਲ ਇਹਨਾਂ ਨੂੰ। ਇਹੋ ਜਿਹਾ ਕਰ ਦਿੰਦੇ ਨੇ ਸਵਾਲ ਜੀ ਪਤਾ ਲੱਗਦਾ ਵੀ ਬੁੱਧੀ ਇਹਨਾਂ ਦੀ ਖਤਮ ਹੋ ਗਈ। ਹੁਣ ਖੰਡੇ ਨਹੀਂ ਸੀ ਹੁੰਦੀ। ਉਹ ਖੰਡ ਤਾਂ ਕਬੀਰ ਵੇਲੇ ਹੈਗੀ, ਕਬੀਰ ਪਹਿਲਾਂ ਹੋਇਆ। ਫਰੀਦ ਤਾਂ ਚੱਲ ਬਾਅਦ ਚ ਹੋਇਆ ਗੁਰੂ ਘਰ ਚ, ਪਰ ਅੰਮ੍ਰਿਤ ਤੇ ਤਾਂ ਪਹਿਲਾਂ ਹੀ ਫਰੀਦ ਵੀ ਹੋਇਆ। ਅੰਮ੍ਰਿਤ ਉਹ ਵੀ ਸ਼ੱਕਰ ਖੰਡ ਗਵਾ ਨਵਾਦ ਗੁੜ ਕਹਿੰਦਾ। ਖੰਡ ਤਾਂ ਕਹਿੰਦਾ ਹੀ ਹੈ, ਗੁੜ ਤਾਂ ਚੱਲ ਹੁੰਦਾ ਹੀ ਸੀ। ਉਹ ਵੀ ਕਹਿੰਦਾ। ਜਿਹਨਾਂ ਨੂੰ ਇਹਦਾ ਮਤਲਬ ਗੁਰਬਾਣੀ ਨਹੀਂ ਪੜ੍ਹਦੇ ਲੋਕ, ਉਹੀ ਆਪਣੇ ਆਪ ਨੂੰ ਮੰਨ ਲਿਆ ਵੀ ਅਸੀਂ ਬੜੇ ਸ਼ਾਤਰ ਹਾਂ, ਅਕਲਮੰਦ ਹਾਂ। ਗੁਰਬਾਣੀ ਨਾਲ ਕਦੇ ਵੀ ਨਹੀਂ ਜੁੜੇ ਹੋਏ। ਔਰ ਜਿਹੜੇ ਕਹਿੰਦੇ ਨੇ ਜਿਹੜੇ ਜਨਮ ਮਰਨ ਹੈ ਨਹੀਂ, ਉਹ ਵੀ ਗੁਰਬਾਣੀ ਨਹੀਂ ਉਹਨਾਂ ਦੇ ਯਾਦ ਹੈ। ਬਿਲਕੁਲ ਪੜ੍ਹੀ ਨਹੀਂ ਹੋਈ ਉਹਨਾਂ ਨੇ ਗੁਰਬਾਣੀ, ਪਤਾ ਹੀ ਨਹੀਂ ਹੈਗਾ ਵੀ ਇਹ ਕੁਛ ਲਿਖਿਆ ਹੈ ਗੁਰਬਾਣੀ 'ਚ। ਗੁਰਬਾਣੀ ਦੀ ਥਾਰੋ ਸਟੱਡੀ ਨਹੀਂ ਉਹਨਾਂ ਦੀ ਹੈਗੀ ਬਿਲਕੁਲ। ਉਦੋਂ ਇਹਨਾਂ ਵਿੱਚੋਂ ਬਿਜ਼ਨਸ ਹੈ ਉਹਨਾਂ ਦਾ, ਤਾਂ ਉਹ ਲਈ ਫਿਰਦੇ ਨੇ। ਹੁਣ ਤਾਂ ਸਰ ਗਿਆ ਇਹਨਾਂ ਦਾ, ਕੋਈ ਇਹਨਾਂ ਨੂੰ ਟੱਕਰਿਆ ਨਹੀਂ ਸੀ।
ਦੂਏ ਪਾਸੇ ਵਾਲੇ ਕਿਹੜਾ ਬਹੁਤ ਵਿਦਵਾਨ ਪੜ੍ਹਦੇ ਨੇ, ਸੰਤ ਬਿਜਨਸ ਵਾਲੇ ਤੇ ਸਾਰੇ ਇਹ ਵੀ ਦੂਏ ਵੀ, ਉਹ ਦੂਏ ਪਾਸੇ ਟੱਕਰੇ ਤਾਂ ਪਤਾ ਲੱਗਦਾ। ਜੂਝ ਰਣ ਝਾਲ ਬਿਰਨ ਦੇਵਪੁਰ ਪਾਵਹੀ। ਜੂਝ ਰਣ ਚ ਜੁੱਝ ਜਾਂਦੇ ਨੇ, ਸ਼ਹੀਦ ਹੋ ਜਾਂਦੇ ਨੇ, ਝਾਲ ਬਿਰਨ ਮੰਨ ਲੈਂਦੇ ਨੇ। ਜਦੋਂ ਮੰਨ ਲਵੇ ਨਾ ਸੱਚ ਨੂੰ, ਸਮਝੋ ਜੂਝ ਗਿਆ। ਚਾਲ ਬਿਰਨ ਦੂਏ ਦਾ ਘਾਹ ਪਾਇਆ ਹੋਇਆ ਝੱਲ ਗਿਆ, ਜਿਹੜਾ ਦੇਵਪੁਰ ਪਾਵਹੀ। ਦੇਵਪੁਰ ਪਾਵੇ। ਉਹ ਦੇਵ ਲੋਕ ਅੰਦਰ ਟੇਕ ਕੇ ਬਹਿ ਜਾਂਦੇ ਨੇ। ਉਹ ਦੇਵਪੁਰ ਮਰਤਾ ਨਹੀਂ ਜਾਂਦੇ, ਦੇਵਪੁਰ ਹੀ ਅੰਦਰ ਹੀ ਹੈ। ਸ਼ਾਂਤ ਹੋ ਕੇ ਬਹਿ ਜਾਂਦੇ ਨੇ ਵੀ ਠੀਕ ਹੈ ਬਈ, ਸੱਚ ਨੂੰ ਮੰਨ ਕੇ ਸ਼ਾਂਤ ਹੋ ਕੇ ਬਹਿ ਜਾਂਦੇ ਨੇ। ਜਿਹਨੇ ਸੱਚ ਨੂੰ ਮੰਨ ਕੇ ਬਹਿ ਗਿਆ, ਦੇਵਪੁਰੀ ਜਿਉਂਦਾ ਹੀ ਚਲਾ ਗਿਆ। ਉਹ ਜੀਵਨ ਮੁਕਤ ਇਸ ਨੂੰ ਕਹਿੰਦੇ ਨੇ। ਦੇਵਪੁਰੀ ਆ ਗਿਆ ਨਾ, ਦੇਵਪੁਰ ਪਾਵਹੀ। ਹਾਂ, ਜੀ ਇਹ ਦੇਵਪੁਰੀ ਹੈ। ਜਿਹੜਾ ਸਤ ਸੰਤੋਖੀ ਆਦਮੀ ਹੈ, ਦੇਵਪੁਰੀ 'ਚ ਹੁੰਦਾ। ਉਹ ਸਰੀਰ ਛੱਡਣ ਦੇ ਬਾਅਦ ਵੀ ਦੇਵਪੁਰੀ ਹੋ ਜਾਣਾ ਉਹਨੇ। ਦੋ ਪਰ ਉੱਥੇ ਜਾ ਕੇ ਦਖਲ ਅੰਦਾਜ਼ੀ ਨਹੀਂ ਹੁੰਦੀ ਇਹਦੀ, ਚੁੱਪ ਕਰਕੇ ਬੈਠਣਾ ਹੀ ਹੁੰਦਾ। ਜੀਤ ਕੈ ਗੀਤ ਕੁਲ ਰੀਤ ਜਿਮ ਗਾਵਹੀ। ਜੀਤ ਕੇ ਗੀਤ ਕੁਲ ਰੀਤ ਜਿਮ ਗਾਵਹੀ। ਜਿੱਤ ਗਿਆ ਨਾ ਜਨਮ ਪਦਾਰਥ, ਜਨਮ ਪਦਾਰਥ ਜਿੱਤ ਗਿਆ। ਉਹ ਆਪਣੇ ਜਿਵੇਂ ਉਹਦੇ ਕੁਲ ਦੇ ਵਿੱਚ ਜਨਮ ਪਦਾਰਥ ਜਿੱਤੇ ਦੇ ਗੀਤ ਨੇ, ਉਹੋ ਜਿਹੇ ਗੀਤ ਗਾਈ ਜਾਂਦਾ। ਅੱਡ ਅੱਡ ਨੇ। ਜਿਹੜੀ ਇਹ ਅਵਸਥਾ ਦੇ ਵਾਸਤੇ ਹਿੰਦੂਆਂ ਦੇ ਵਿੱਚ ਹੋਰ ਤਰ੍ਹਾਂ ਦੇ ਗੀਤ ਨੇ, ਸਾਡੇ ਹੋਰ ਤਰ੍ਹਾਂ ਦੇ ਨੇ। ਆਪਣੀ ਕੁਲ ਦੇ ਮੁਤਾਬਕ ਉਹ ਜੀਤ ਦੇ ਗੀਤ ਗਾਉਂਦਾ। ਕਿਉਂ? ਦੇਵਪੁਰੀ ਜੋ ਚਲਾ ਗਿਆ। ਜਿਹਨੇ ਜਨਮ ਪਦਾਰਥ ਜਿੱਤ ਲਿਆ, ਉਹ ਜਿਵੇਂ ਉਹਦੇ ਧਰਮ ਦੇ ਵਿੱਚ ਜੀਤ ਕਾ ਗੀਤ ਇੱਥੇ ਲਿਖਿਆ ਹੋਇਆ, ਜਿਹੜਾ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ, ਉਹਦੇ ਵਾਸਤੇ ਜਿਹੜਾ ਉੱਥੇ ਲਿਖਿਆ ਹੋਇਆ ਉਹ ਗੀਤ ਉਹ ਅੰਦਰ ਆਪਣੇ ਗੀਤ ਜਿਮ ਗਾਵਹੀ। ਆਪਣੀ ਕੋਲ ਲੀਤ ਦੇ ਵਿੱਚ ਜਿਹੜੇ ਸ਼ਬਦ ਨੇ ਉਹ ਉੱਥੇ ਪੜ੍ਹਦਾ ਰਹਿੰਦਾ। ਨਰਾਜ ਛੰਦ ਸਾਜ ਸਾਜ ਕੇ ਸਭੈ ਸਲਾਜ ਵੀਰ ਧਾਵਹੀ। ਹਾਂ, ਲਾਜ ਸਾਜ ਸਾਜ ਕੈ ਸਭੈ ਸਾਜ ਸਾਜ ਕੇ ਸਭੈ ਸਲਾਜ ਵੀਰ ਧਾਵਹੀ। ਸਲਾਜ ਵੀ ਸਲਾਜ ਹੁੰਦਾ ਇੱਜ਼ਤ ਨਾਲ, ਲਾਜ ਸਾਜ ਸਹਿਤ। ਸਹਿਤ। ਉਹ ਬੇਸ਼ਰਮੀ ਵਾਲੀ ਲੜਾਈ ਖਤਮ ਹੋ ਗਈ, ਉਹ ਮਿਸ਼ਨੀ ਵਾਲੀ ਲੜਾਈ ਖਤਮ ਹੋ ਗਈ। ਜੋ ਮਰਜ਼ੀ ਕਹਿ ਕੇ ਫਿਰ ਭੱਜੋ। ਉਹ ਹੈ ਬੇਸ਼ਰਮੀ ਦੀ ਲੜਾਈ। ਆ ਕੇ ਗੱਲ ਕਰ ਦੇਣੀ ਹੈ, ਦੇਖਣੀ ਨਹੀਂ ਵੀ ਇਹਦਾ ਜਵਾਬ ਹੈਗਾ। ਜਦ ਮੂੰਹ ਤੇ ਪੁੱਠਿਆ ਆਦੀ ਪੈਂਦੀ ਹੈ, ਫਿਰ ਭੱਜ ਜਾਂਦੇ ਨੇ। ਬੇਇੱਜ਼ਤੀ ਕਰਾ ਕੇ ਜਾਣੀ। ਇਹੋ ਜਿਹੀ ਲੜਾਈ ਨਹੀਂ ਲੜ ਰਹੇ ਜਿਹਦੀ ਬੇਇੱਜ਼ਤੀ ਹੋਵੇ। ਹੁਣ ਗੱਲ ਉਹ ਕਹਿੰਦੇ ਨੇ ਜਿਹੜੀ ਉਸਾਰੂ ਹੈ ਇਹ ਸਾਰੀ। ਉਸਾਰੂ ਗੱਲ ਚੱਲੀ ਹੈ। ਕੋਈ ਮਹਿਜ਼ ਵਿਰੋਧ ਕਰਨ ਵਾਲੀ ਗੱਲ ਨਹੀਂ ਚੱਲਦੀ। ਸਿਰਫ ਵਿਰੋਧ ਕਰਨ ਵਾਲੀ ਲੜਾਈ ਖਤਮ ਹੋ ਕੇ ਉਸਾਰੂ ਪੱਖ ਦੀ ਹੈ, ਕਿਸੇ ਸਿੱਟੇ ਤੇ ਪਹੁੰਚਣ ਦੀ ਗੱਲ ਹੈ। ਇਸ ਕਰਕੇ ਜਿਹੜਾ ਵੀ ਬੋਲਦਾ ਵਿਚਾਰ ਕਰਕੇ ਲੈ ਕੇ ਆਉਂਦਾ ਹੋਰ ਨਵਾਂ, ਉਹ ਉਸਾਰੂ ਪੁਆਇੰਟ ਲੈ ਕੇ ਆਉਂਦਾ, ਇੱਜ਼ਤ ਨਾਲ ਲੈ ਕੇ ਆਉਂਦਾ। ਇੱਜ਼ਤ ਆਪਣੀ ਵਧਾਉਣ ਵਾਸਤੇ ਲੈ ਕੇ ਆਉਂਦਾ, ਇੱਜ਼ਤ ਘਟਾਉਣ ਵਾਸਤੇ ਨਹੀਂ ਲੈ ਕੇ ਆਉਂਦਾ। ਬਈ ਮੈਂ ਦੂਜੇ ਨੂੰ ਝੂਠਾ ਕਰਨ ਵਾਸਤੇ ਹੀ, ਜਾਂ ਮੇਰੇ ਸਵਾਲ ਦਾ ਜਵਾਬ ਹੀ ਨਹੀਂ। ਹਾਂ, ਜੇ ਮੇਰੇ ਕੋਲ ਜਵਾਬ ਨਹੀਂ ਹੈ ਤਾਂ ਮੈਂ ਲੈ ਕੇ ਆਉਣਾ ਸ਼ੰਕਾ। ਜੇ ਮੇਰੇ ਕੋਲ ਜਵਾਬ ਹੈ ਫਿਰ ਨਹੀਂ ਮੈਂ ਲੈ ਕੇ ਆਉਂਦਾ। ਇਹ ਦੁਆ ਕੋ ਜਵਾਬ ਨਹੀਂ, ਮੈਂ ਸ਼ੰਕਾ ਖੜੀ ਕਰਕੇ ਚਾਹੇ ਫਿਰ ਮੈਂ ਉਹ ਜਵਾਬ ਦਿੰਦਾ। ਵੀ ਜੇ ਆਹ ਗੱਲ ਹੋਵੇ ਫਿਰ ਇਹਦਾ ਕੀ ਜਵਾਬ ਹੈ ਸਾਡੇ ਕੋਲ। ਇਹ ਜੀ ਵੀ ਗੱਲ ਹੈ। ਸਾਰੂ ਪੁਆਇੰਟ ਲੈ ਕੇ ਆਉਂਦੇ। ਸਲਾਜ ਬੀਜ ਵੀਰ ਸਲਾਜ ਵੀਰ ਧਾਵਹੀ। ਲਾਜ ਸਹਿਤ ਇੱਜ਼ਤ ਨਾਲ ਆਉਂਦੇ ਨੇ। ਜੂਝ ਜੂਝ ਕੈ ਮਰੈ ਪਰਲੋਕ ਲੋਕ ਪਾਵਹੀ। ਜਿਹੜੇ ਜੂਝ ਜੂਝ ਕੇ ਮਰਦੇ ਮੰਨਦੇ ਜਾਂਦੇ ਨੇ, ਮਨ ਨੂੰ ਜਿਨ੍ਹਾਂ ਦਾ ਮਨ ਮੰਨਦਾ ਜਾਂਦਾ, ਉਹ ਪਰਲੋਕ ਲੋਕ ਵਾਲੇ ਲੋਕ ਦੇ ਵਿੱਚ ਨਿਵਾਸ ਕਰੀ ਜਾਂਦੇ ਨੇ। ਮਤਲਬ ਹੈ ਆਪਣੇ ਅੰਦਰ ਹਿਰਦੇ 'ਚ ਨਿਵਾਸ ਕਰੀ ਜਾਂਦੇ ਨੇ, ਅੰਦਰ ਟਿਕੀ ਜਾਂਦੇ, ਉਹਨਾਂ ਦਾ ਮਨ ਟਿਕੀ ਜਾਂਦਾ। ਪਰਲੋਕ ਹੈ। ਇਹ ਤਿੰਨ ਲੋਕਾਂ ਤੋਂ ਪਰੇ ਹੀ ਹੈ ਪਰਲੋਕ। ਬਾਹਰ ਤਿੰਨ ਲੋਕ ਨੇ। ਇੱਕ ਤਾਂ ਲੋਕ ਤ੍ਰਿਕੁਟੀ 'ਚ ਹੈ, ਇੱਕ ਮਾਤਾ ਦੇ ਗਰਭ ਦਾ ਲੋਕ ਹੁੰਦਾ, ਮਾਤਾ ਦੇ ਗਰਭ ਦਾ ਲੋਕ ਹੁੰਦਾ। ਇੱਕ ਲੋਕ ਜਦ ਸਰੀਰ ਛੱਡਦਾ ਉਹ ਹੁੰਦਾ ਅਲੋਕ।
ਉਹ ਅਲੋਕ ਨਹੀਂ ਹੈ। ਧਾਏ ਧਾਏ ਕੈ ਹਠੀ ਉਹਨੂੰ ਕਹਿੰਦੇ ਉਹਨੂੰ ਦੇਵਲੋਕ ਹੈ ਨੇ, ਪਰ ਉਸ ਦੇਵਲੋਕ ਦੇ ਵਿੱਚ ਕੁਝ ਅੰਨੇ ਬੋਲੇ ਹੁੰਦੇ ਨੇ, ਕੁਝ ਅੰਨੇ ਬੋਲੇ ਨਹੀਂ ਹੁੰਦੇ। ਇੱਥੇ ਹੁਣ ਅੰਨੇ ਬੋਲੇ ਵੀ ਤਾਂ ਹੁੰਦੇ ਨੇ, ਆਪਣੇ ਜਨਮ ਲੈਂਦੇ ਨਹੀਂ ਅੰਨੇ ਬੋਲੇ। ਜਿਹੜੇ ਕਮੀ ਹੈ ਸਾਡੇ 'ਚ, ਜਿਨ੍ਹਾਂ ਦੇ ਅਜੋਂ ਅੱਖਾਂ ਨੂੰ ਸੂਤਕ ਹੈ, ਕੰਨਾਂ ਨੂੰ ਸੂਤਕ ਹੈ, ਔਰ ਸੂਤਕ ਦੇ ਵਿੱਚੇ ਜਿਹੜੇ ਛੱਡ ਜਾਂਦੇ ਨੇ ਸਰੀਰ, ਉਹਨੇ ਬੋਲੇ ਹੀ ਰਹਿ ਜਾਂਦੇ ਨੇ। ਮਾਇਆਧਾਰੀ ਜਿਹੜੇ ਮਾਇਆ ਸਰੀਰ ਦੀ ਇੱਛਾ ਲੈ ਕੇ ਮਰਦੇ ਨੇ, ਨਹੀਂ ਸਰੀਰ ਨੂੰ ਛੱਡਣਾ ਚਾਹੁੰਦੇ, ਛੱਡਣਾ ਪੈ ਜਾਂਦਾ, ਉਹ ਮਾਇਆਧਾਰੀ ਕਹਾਉਂਦੇ ਨੇ। ਜਾਂਦੇ ਰਹਿੰਦੇ ਪਰ ਲੋਕ 'ਚ ਆਕਾਸ਼ 'ਚ ਨੇ, ਉਹ ਅੰਨੇ ਬੋਲੇ ਹੁੰਦੇ ਨੇ। ਉਹਨਾਂ ਦਾ ਕਿਸੇ ਨਾਲ ਵੀ ਕੋਈ ਕਨੈਕਸ਼ਨ ਨਹੀਂ ਹੋ ਸਕਦਾ। ਅੰਨੇ ਬੋਲੇ ਦਾ ਕਿਸੇ ਨਾਲ ਕੋਈ ਕਨੈਕਸ਼ਨ ਨਹੀਂ ਹੋ ਸਕਦਾ। ਬਾਹਰ ਕਿਵੇਂ ਹੋਊਗਾ? ਜੋ ਆਪਾਂ ਨੇ ਬੋਲਣਾ ਉਹਨੂੰ ਨਹੀਂ ਸੁਣਨਾ, ਉਹ ਬੋਲ ਸਕਦਾ ਹੀ ਨਹੀਂ। ਦਿਸਦਾ ਉਹਨੂੰ ਹੈ ਨਹੀਂ। ਜਾਂ ਦੇਖੋ ਨਾ, ਦਿਸਦਾ ਤਾਂ ਹੈ ਨਹੀਂ, ਕਨੈਕਸ਼ਨ ਨਹੀਂ ਹੋਣਾ। ਅੱਖਾਂ ਨਾਲ ਕਨੈਕਸ਼ਨ ਹੋਣਾ, ਉਹ ਹੈ ਨਹੀਂ। ਕੰਨਾਂ ਨਾਲ ਕਨੈਕਸ਼ਨ ਹੋਣਾ, ਉਹ ਹੈ ਨਹੀਂ। ਬੋਲ ਹੋ ਸਕਦਾ ਨਹੀਂ, ਆਪਣੇ ਅੰਦਰ ਦੀ ਗੱਲ ਦੱਸ ਨਹੀਂ ਸਕਦਾ। ਉਹਦਾ ਕਨੈਕਸ਼ਨ ਸਿਰਫ ਇੰਨਾ ਕਿ ਹੱਥ ਨਾਲ ਟੋਹ ਕੇ ਗਰਮੀ ਸਰਦੀ ਸਰੀਰ ਨੂੰ, ਇਹੋ ਜਿਹੇ ਕਨੈਕਸ਼ਨ ਹੁੰਦੇ ਨੇ। ਕਨੈਕਸ਼ਨ ਹੈ, ਜੁੜਿਆ ਹੋਇਆ ਹੈ ਉੱਥੇ, ਪਰ ਪੂਰਾ ਨਹੀਂ ਜੁੜਿਆ ਹੋਇਆ। ਕਹਿਣ ਨੂੰ ਜਨਮ ਲਿਆ ਉਹਨੇ ਮਨੁੱਖਾ, ਪਰ ਜਨਮ ਉਹਦਾ ਹੈ ਨਹੀਂ। ਰੰਗ ਰੂਪ ਦਾ ਉਹਨੂੰ ਕੋਈ ਗਿਆਨ ਨਹੀਂ। ਹਾਂ, ਖੱਟੇ ਮਿੱਠੇ ਦਾ ਗਿਆਨ ਹੈ, ਸਰੀਰ ਦੀਆਂ ਲੋੜਾਂ ਵਾਲਾ ਗਿਆਨ ਹੈ ਉਹਨੂੰ, ਖੱਟੇ ਮਿੱਠੇ ਦਾ ਗਿਆਨ ਹੈਗਾ। ਧਾਏ ਧਾਏ ਕੈ ਹਠੀ ਅਕਾਏ ਕਾਏ ਝੇਲੀ। ਧਾਏ ਧਾਏ ਕੇ ਹਠੀ, ਹਠੀ ਜਿਹੜੇ ਨੇ ਹੱਠ ਨਾਲ ਲੜ ਰਹੇ ਨੇ ਨਾ, ਕਈ ਹਠੀ ਵੀ ਨੇ, ਵੈਸੇ ਹਾਲ ਨਹੀਂ ਮੰਨਣੀ। ਜਿਹੜੇ ਇਹ ਹੱਡੀਆਂ ਦੀ ਗੱਲ ਹੈ। ਹੁਣ ਧਾਏ ਧਾਏ ਕੈ ਹਠੀ ਅਕਾਏ ਕਾਏ ਝੇਲੀ। ਅਕਾਏ ਕਾਏ ਝੇਲੀ, ਉਹ ਇਹੋ ਜਿਹੇ ਕਾਓ ਉਹਨਾਂ ਦੇ ਲੱਗਦੇ ਨੇ ਜਿਹੜੇ ਉਹਨਾਂ ਨੂੰ ਪਤਾ ਨਹੀਂ ਵੀ ਲੱਗ ਜਾਣੇ ਨੇ। ਪਹਿਲਾਂ ਨਹੀਂ ਸੀ ਪਤਾ ਵੀ ਇਹਦਾ ਜਵਾਬ ਹੈਗਾ, ਆ ਕੇ ਗੱਲ ਕਰ ਦਿੰਦੇ ਨੇ, ਹਾਲ ਨਹੀਂ ਮੰਨਣੀ। ਅਕਾਏ ਜਿਹਦਾ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਇਹਦਾ ਜਵਾਬ ਹੈ, ਉਹ ਜਵਾਬ ਜਦ ਪੈਂਦਾ ਉਹ ਅਕਾਏ ਲੱਗ ਜਾਂਦਾ। ਘਾਹ ਜਿਹਦਾ ਪਤਾ ਨਹੀਂ ਸੀ ਘਾਹ ਲੱਗ ਜਾਣਾ, ਉਹ ਘਾਹ ਲੱਗ ਜਾਂਦਾ। ਜਿਹਨੂੰ ਉਹ ਤਾਂ ਮੰਨਦੇ ਨਹੀਂ ਸੀ ਵੀ ਘਾਹ ਲੱਗਣਾ, ਪਰ ਲੱਗ ਗਿਆ, ਉਹਦਾ ਜਵਾਬ ਸੀਗਾ। ਉਹ ਸਮਝਦੇ ਸੀ ਇਹ ਗੱਲ ਦਾ ਜਵਾਬ ਨਹੀਂ, ਪਰ ਜਦ ਜਵਾਬ ਮਿਲ ਜਾਂਦਾ ਘਾਹ ਲੱਗ ਗਿਆ। ਉਹ ਕਈ ਵਾਰ ਕਹਿੰਦੇ ਨਾਕਾ ਹੀ ਮਾਰਿਆ ਗਿਆ ਹੈ, ਉਹ ਵਿਚਾਰੇ ਨਾਕੇ ਹੀ ਮਾਰੇ ਜਾਂਦੇ। ਪਛੇਲ ਪਾਮ ਨਾ ਚਲੈ ਅਰੇਲ ਵੀਰ ਠੇਲ ਹੀ। ਪਛੇਲ ਪਾਮ ਨਾ ਚਲੈ, ਅੱਗੇ ਜਿਹੜੇ ਦੂਏ ਵੀਰ ਨੇ ਜਿਨ੍ਹਾਂ ਤੇ ਆ ਕੇ ਘਾਹ ਕਰਦਾ, ਉਹ ਜਿਨ੍ਹਾਂ ਤੇ ਆ ਕੇ ਹਮਲਾ ਕਰਦਾ, ਉਹ ਵੀ ਜਵਾਨ ਨੇ, ਉਹ ਪਿੱਛੇ ਨਹੀਂ ਹਟਦੇ, ਉਹਨੂੰ ਰੋਕ ਲੈਂਦੇ ਵੀ ਇੱਥੇ ਠਹਿਰ, ਇੱਥੇ ਦਿੰਦੇ ਤੈਨੂੰ ਜਵਾਬ ਗੱਲ ਦਾ। ਅਰੇਲ ਵੀਰ ਠੇਲ ਹੀ, ਜਿਹੜਾ ਉਹਨਾਂ ਤੇ ਚੜ ਕੇ ਆਉਂਦਾ ਉਹਨੂੰ ਠੱਲ ਪਾ ਦਿੰਦੇ, ਉਹਨੂੰ ਕਹਿ ਰੋਕ ਇੱਥੇ, ਤੈਨੂੰ ਦਿੰਦੇ ਜਵਾਬ, ਖੜ ਇੱਥੇ। ਉਹਨੂੰ ਰੋਕ ਕੇ ਜਦ ਜਵਾਬ ਦਿੰਦੇ ਨੇ ਤਾਂ ਉਹਦੇ ਘਾਹ ਲੱਗ ਜਾਂਦਾ। ਹਾਂ, ਓਪ ਦੈ ਸਭੈ ਸਰੋਗ ਸੂਰ ਧਾਏ ਹੈ। ਓਪ ਦੈ ਸਭੈ, ਓਪ ਹੁੰਦਾ ਹੱਦ ਤੋਂ ਜ਼ਿਆਦਾ, ਬਹੁਤਾ ਜ਼ਿਆਦਾ ਕ੍ਰੋਧ ਕਰਨਾ, ਗੁੱਸਾ। ਓਪ ਦੈ ਸਭੈ, ਹੱਦ ਹੁੰਦੀ ਹੈ, ਓਪ ਹੱਦ ਨੂੰ ਕਹਿੰਦੇ ਨੇ। ਚੰਡ ਕੇ ਕੋਪ ਕੀ ਓਪ ਰਹੀ ਨਾ, ਚੰਡੀ ਦੇ ਗੁੱਸੇ ਦੀ ਹੱਦ ਹੁਣ ਮੁੱਕ ਗਈ। ਹੱਦੋਂ ਵੱਧ ਕਈ ਵਾਰ ਗੁੱਸਾ ਕਰ ਲੈਂਦੇ ਨੇ। ਹੁਣ ਜਿਹਦੇ ਪੈ ਜਾਂਦਾ ਫਿਰ ਪੁੱਠਿਆ ਅੱਧਾ, ਉਹਦੀ ਫਿਰ ਗੁੱਸਾ ਹੋਰ ਵੱਧ ਜਾਂਦਾ। ਹਾਂ, ਸਰੋਗ ਸੂਰ ਧਾਏ ਹੈ। ਸਰੋਗ ਸੂਰ ਧਾਏ ਹੈ, ਇਹੋ ਜਿਹੇ ਫੇਰ ਮਤਲਬ ਹੋਰ ਆਉਂਦੇ ਨੇ ਜਿਨ੍ਹਾਂ ਦੇ ਗੁੱਸੇ ਦੀ ਹੱਦੇ ਮੁੱਕ ਜਾਂਦੀ ਹੈ। ਕਹਿੰਦੇ ਗੁੱਸਾ ਅਕਲ ਦੇ ਉੱਤੇ ਦੀ ਪੈ ਗਿਆ, ਇਹਦੇ ਉਹਨਾਂ ਦੇ ਅਕਲ ਦੇ ਉੱਤੇ ਦੀ ਗੁੱਸਾ ਪੈ ਜਾਂਦਾ। ਧਾਏ ਧਾਏ ਇਹੋ ਜਿਹੇ ਵੀ ਹੈਗੇ ਨੇ ਵਿੱਚ ਗਿਆਨ ਚਰਚਾ ਦੇ। ਹਾਂ, ਕਈ ਵਾਰ ਚੰਗਾ ਭਲਾ ਆਦਮੀ ਜਿਹੜਾ ਹੁੰਦਾ ਨਾ,
ਉਹ ਵੀ ਇਹੋ ਜਿਹੀ ਅਵਸਥਾ ਚਲਾ ਜਾਂਦਾ ਜੇ ਉਹਦੀ ਗੱਲ ਕੱਟੀ ਜਾਵੇ। ਚੰਗਾ ਭਲਾ ਆਦਮੀ ਵੀ ਇਸ ਅਵਸਥਾ ਚਲਾ ਜਾਂਦਾ ਜੇ ਉਹਦੀ ਗੱਲ ਕੱਟੀ ਜਾਵੇ। ਉਹਨੂੰ ਪਤਾ ਹੋਵੇ ਵੀ ਇਹ ਕੱਟ ਨਹੀਂ ਹੋਣੀ ਯਾਰ, ਉਹਦਾ ਇਹੋ ਜਿਹਾ ਜਵਾਬ ਮਿਲੇ, ਫਿਰ ਉਹ ਆਪੇ ਤੇ ਬਾਹਰ ਹੋ ਜਾਂਦਾ। ਜਿਹੜਾ ਆਪੇ ਤੇ ਬਾਹਰ ਹੋਏ ਹੋਏ ਨੇ ਕਈ ਆਦਮੀ ਹੋ ਜਾਂਦੇ ਨੇ। ਤਾਏ ਤਾਏ ਜੂਝ ਹੈ ਅਰੂਜ ਜੂਝ ਜਾਏ ਹੈ। ਤਾਏ ਤਾਏ ਜੂਝ ਹੈ ਜੂਝ ਹੈ, ਹਮਲਾ ਕਰਦੇ ਕਰਦੇ ਹੀ ਮਾਰੇ ਜਾਂਦੇ ਨੇ। ਹਮਲਾ ਕਰਨ ਆਏ ਜੂਝ ਗਏ। ਬਸ ਦੂਏ ਪਾਸੇ ਤੇ ਆ ਗਏ ਤਾਂ ਆਪ ਗਏ ਤੇ ਹਮਲਾ ਕਰਨ, ਜਾਂ ਉਧਰੋਂ ਪਈ ਤਾਂ ਜੂਝ ਆਪ ਗਏ, ਮਾਰੇ ਆਪ ਗਏ। ਜੂਝ ਹੈ ਅਰੂਜ ਜੂਝ ਜਾਏ ਹੈ। ਅਰੂਜ ਜੂਝ ਜਾਏ ਹੈ। ਜੂਝ ਦੇ ਕਦ ਨੇ ਜਿਹੜੇ ਅਰੂਜ ਹੋ ਜਾਂਦੇ ਨੇ, ਜਿਹੜੇ ਔਗਣ ਤਿਆਗ ਦਿੰਦੇ ਨੇ। ਅਰੂਜ ਜੂਝ ਜਾਏ ਹੈ। ਅਰੂਜ ਹੁੰਦਾ ਔਗਣ ਤਿਆਗ ਦੇਣੇ। ਔਗਣ ਤਿਆਗ ਕੇ ਹੰਕਾਰ ਨੂੰ ਛੱਡ ਕੇ ਜੂਝਦੇ ਨੇ। ਹੁਣ ਇਹ ਜੂਝਣਾ ਕੋਈ ਆ ਸਰੀਰਕ ਮਰਨਾ ਨਹੀਂ ਹੈ। ਉਹਨਾਂ ਨੇ ਆਪਣੀ ਅਕਲ ਦਾ ਹੰਕਾਰ ਹੀ ਛੱਡਤਾ। ਕੋਈ ਸਾਨੂੰ ਜਿਹੜਾ ਭਰਮ ਸੀ ਸਾਡੇ ਗਿਆਨ ਦਾ, ਉਹ ਭਰਮੇ ਸੀਗਾ ਸਾਨੂੰ ਗਿਆਨ ਦਾ। ਸਾਨੂੰ ਤਾਂ ਗਿਆਨ ਹੈ ਹੀ ਨਹੀਂ, ਬਸ ਜੂਝ ਗਿਆ। ਸਵਸਤਰ ਸ਼ਸਤਰ ਮੇਲ ਕੈ ਪ੍ਰਹਾਰ ਆਣ ਡਾਰਹੀ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਨੂੰ ਕੋਲ ਬਹੁਤ ਗਿਆਨ ਸੀ। ਉਹ ਜਦੋਂ ਇਹਨਾਂ ਨਾਲ ਆਉਂਦਾ ਸੀ, ਇੱਕ ਸੰਤ ਤੁਰਿਆ, ਉਹ ਸੀਗਾ ਆਪਣੇ ਉਤੋਂ ਹਰਿਦੁਆਰ ਤੋਂ। ਉਹ ਬ੍ਰਹਮਚਾਰੀ ਸੀ ਕੋਈ। ਉਹ ਤੁਰੇ ਆਉਂਦੇ, ਗੱਲਾਂ ਕਰਦੇ ਆਉਂਦੇ, ਗਿਆਨ ਦੀਆਂ ਗੱਲਾਂ ਕਰਦੇ ਨੇ ਬਹੁਤ। ਉਹਨੂੰ ਦੱਬੀ ਤੁਰੇ ਆਉਂਦੇ ਨੇ ਗਿਆਨ 'ਚ। ਉਹਨੂੰ ਸਾਧੂ ਭੇਖ ਸੀ, ਇਹ ਕ੍ਰਿਸ਼ਤੀ ਭੇਖ ਦੇ ਵਿੱਚ ਸੀ। ਕ੍ਰਿਸ਼ਤੀ ਸੀ ਇਹ ਤਾਂ, ਸਾਧੂ ਵਾਲਾ ਭੇਖ ਥੋੜੀ ਸੀ ਇਹਨਾਂ ਦਾ। ਗੁੱਸਾ ਕਰ ਗਿਆ ਇਸ ਗੱਲ ਦਾ ਵੀ ਮੈਂ ਸਾਧੂ ਹਾਂ। ਉਮਰ ਤਾਂ ਥੋੜਾ ਸੀ ਇਹਨਾਂ ਨੂੰ, ਚਾਹੇ ਉਮਰ ਦਾ, ਪਰ ਉਮਰ ਦਾ ਘੱਟ ਨਹੀਂ ਹੁੰਦਾ। ਸਾਧੂ ਨੂੰ ਆਪਣੇ ਬਾਣੇ ਦਾ ਭੇਖ ਹੋ ਜਾਂਦਾ, ਬਾਣੇ ਦਾ ਭਰਮ ਹੋ ਜਾਂਦਾ ਵੀ ਮੈਂ ਤਾਂ ਸਾਧੂ ਹਾਂ ਜਾ ਰਹਿਣਾ। ਇਹ ਕ੍ਰਿਸ਼ਤੀ ਹੈ, ਕਦੇ ਇਹਨੂੰ ਕੀ ਪਤਾ, ਇਹਨੂੰ ਕੀ ਪਤਾ ਗਿਆਨ ਕੀ ਹੁੰਦਾ। ਅਸੀਂ ਤਾਂ ਰੋਜ਼ ਹਰ ਵਾਰ ਸੁਣਦੇ ਰਹਿੰਦੇ ਕਦਾ ਵਾਰਤਾ, ਸਾਰ ਉੱਥੇ ਦੇ ਤਾਂ ਚੱਲਦਾ ਹੀ ਇਹੀ ਹੁੰਦਾ। ਇਹਨਾਂ ਨੂੰ ਫਿਰ ਕਹਿੰਦਾ ਵੀ ਤੁਹਾਡਾ ਗੁਰੂ ਕੌਣ ਹੈ। ਸ਼ੱਕ ਪੈ ਗਈ ਵੀ ਇੰਨਾ ਗਿਆਨ ਤਾਂ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ। ਇਹ ਕਹਿੰਦੇ ਗੁਰੂ ਦਾ ਸੀ ਅਜੇ ਕੋਈ ਬਣਾਇਆ ਨਹੀਂ। ਬਸ ਉਹਨੂੰ ਇੰਨੀ ਗੱਲ ਚਾਹੀਦੀ ਸੀ, ਵਿਗੜ ਗਿਆ। ਉਹਨੂੰ ਕੋਈ ਬਹਾਨਾ ਚਾਹੀਦਾ ਸੀ। ਕਹਿੰਦਾ ਉਹ ਮੈਂ ਤਾਂ ਨਗੁਰੇ ਦਾ ਦਰਸ਼ਨ ਕਰ ਲਿਆ, ਮੈਨੂੰ ਤਾਂ ਬਹੁਤ ਪਾਪ ਚੜ ਗਿਆ। ਉਹ ਖੇੜਾ ਛਡਾ ਲਿਆ ਕਹਿ ਕੇ। ਅੰਦਰੋਂ ਦੁਖੀ ਸੀ ਵੀ ਗਿਆਨ ਇਹਨਾਂ ਕੋਲ ਜ਼ਿਆਦਾ ਕਿਉਂ ਹੈ, ਮੈਨੂੰ ਜਿੱਤੀ, ਮੈਨੂੰ ਬੋਲਣ ਨਹੀਂ ਦਿੰਦਾ। ਅੰਦਰੋਂ ਤਾਂ ਹੋਰ ਤਕਲੀਫ ਸੀ, ਬਹਾਨਾ ਬਣਾ ਲਿਆ ਨਗੁਰੇ ਦਾ। ਇਹ ਨਹੀਂ ਮੰਨਿਆ ਮੇਰਾ ਭਰਮ ਗਿਆਨ ਸੀ। ਚਲੋ ਉਹ ਤਾਂ ਲਿਖਦਾ ਜੀ ਗੁਰੂ ਨੂੰ ਹੋ ਗਿਆ ਜੀ, ਮੈਨੂੰ ਗੁਰੂ ਚਾਹੀਦਾ, ਇਹ ਹੋ ਗਿਆ, ਉਹ ਹੋ ਗਿਆ। ਇਹ ਗੱਲਾਂ ਤਾਂ ਫਜ਼ੂਲ ਇਹਨਾਂ ਦੀਆਂ ਬਣਾਈਆਂ ਹੋਈਆਂ ਨੇ। ਪਰ ਜਦ ਗੁਰੂ ਅਮਰਦਾਸ ਨੂੰ ਪਤਾ ਲੱਗਿਆ, ਪੰਕਤੀ ਸੁਣੀ, ਇਹਨਾਂ ਨੇ ਤਾਂ ਗੁੱਸਾ ਕੀਤਾ ਨਹੀਂ। ਗਾਂ ਦਾ ਗਿਆਨ ਮਿਲਿਆ, ਫਟ ਲੈ ਲਿਆ। ਉਹਨੇ ਕਿਉਂ ਨਹੀਂ ਲਿਆ ਬ੍ਰਹਮਚਾਰੀ ਨੇ? ਇਹਨਾਂ ਕੋਲ ਜੇ ਜ਼ਿਆਦਾ ਗਿਆਨ ਸੀ, ਐਕਸੈਪਟ ਕਿਉਂ ਨਹੀਂ ਕੀਤਾ? ਉਹ ਵਿਗੜਿਆ ਹੋਇਆ ਸੀ, ਹੰਕਾਰੀ ਸੀ। ਇਹਨਾਂ ਨੂੰ ਹੰਕਾਰ ਹੈ ਨਹੀਂ ਸੀ। ਗਿਆਨ ਜ਼ਰੂਰ ਸੀ ਪਰ ਹੰਕਾਰ ਹੈ ਨਹੀਂ ਸੀ। ਉਹਦੇ ਤੇ ਅਸਰ ਨਹੀਂ ਹੋਇਆ ਇਹਨਾਂ ਦੇ ਗਿਆਨ ਦਾ, ਹੱਥ ਬਣ ਗਿਆ। ਇਹਨਾਂ ਤੇ ਗੁਰਬਨ ਗਿਆਨ ਨਾ ਹੋਏ, ਜੇ ਸੋ ਚੰਦਾ ਉਗਵੇ ਸੂਰਜ ਚੜੇ 1000 ਦਾ ਇੱਕਦਮ ਅਸਰ ਹੋ ਗਿਆ। ਇਹਦਾ ਮਤਲਬ ਇਹਨਾਂ ਨੂੰ ਗਿਆਨ ਨੇ ਰਿਐਕਸ਼ਨ ਨਹੀਂ ਸੀ ਕੀਤੀ। ਜੇ ਗਿਆਨ ਰਿਐਕਸ਼ਨ ਕਰ ਜਾਵੇ ਵਿਗੜ ਜਾਂਦਾ ਸਭ ਕੁਝ। ਜੇ ਗਿਆਨ ਰਿਐਕਸ਼ਨ ਨਾ ਕਰੇ ਤਾਂ ਹੀ ਫਲ ਲੱਗਦਾ ਇਹਨੂੰ, ਨਹੀਂ ਫਲ ਨਹੀਂ ਲੱਗਦਾ ਹੁੰਦਾ। ਗਿਆਨ ਦਾ ਫਲ ਨਹੀਂ ਲੱਗਦਾ। ਗਿਆਨ ਦਾ ਪੇੜ ਸੰਤੋਖ ਰੁੱਖ ਹੈ। ਸੰਤੋਖੀ ਸੀਗੇ, ਸੰਤੋਖ ਤੱਕ ਦਾ ਗਿਆਨ ਹੁੰਦਾ, ਪਹਿਲਾਂ ਜ਼ਿਆਦਾ ਨਹੀਂ ਹੁੰਦਾ। ਇਦੋਂ ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ। ਗਿਆਨ ਦਾ ਫਲ ਜਿਹੜਾ ਲੱਗਦਾ ਹੈ ਉਹ ਹੋਰ ਹੁੰਦਾ ਹੈ, ਜਿਹੜਾ ਸੰਤੋਖ ਦਾ ਰੁੱਖ ਹੁੰਦਾ ਉਹ ਗੱਲ ਹੋਰ ਹੁੰਦੀ ਹੈ।
ਸੰਤੋਖ ਮਿਲਦਾ ਸਾਨੂੰ ਮਾਰਕੀਟ ਚੋਂ ਗਿਆਨ ਨਾਲ, ਜਿਹੜਾ ਅਸੀਂ ਕੰਨਾਂ ਨਾਲ ਸੁਣਦੇ ਹਾਂ। ਕੰਨਾਂ ਨਾਲ ਸੁਣਨ ਵਾਲੇ ਗਿਆਨ ਨਾਲੇ ਸੰਤੋਖ ਹੁੰਦਾ, ਔਰ ਸੰਤੋਖ ਹੋਰ ਅੰਦਰੋਂ ਨਹੀਂ ਆਉਂਦਾ ਹੁੰਦਾ। ਅੰਦਰੋਂ ਜਿਹੜਾ ਗਿਆਨ ਆਉਂਦਾ ਫਲ ਹੈ ਅੰਦਰੋਂ, ਉਹ ਫਿਰ ਗਾਹਾਂ ਵਾਲਾ ਹੈ। ਜਦ ਅੰਦਰੋਂ ਪੈਦਾ ਹੁੰਦਾ ਹੈ ਗਿਆਨ, ਉਹ ਤਾਂ ਰੁੱਖ ਬਣਦਾ ਹੈ, ਉਹ ਸੰਤੋਖ ਵਾਲਾ ਜੰਮਦਾ ਇੱਕ ਹੋ ਕੇ ਉੱਗਦਾ ਹੈ, ਤਾਂ ਫਿਰ ਗਾਹਾਂ ਵਾਲਾ ਗਿਆਨ ਆਉਂਦਾ। ਉਹ ਗਿਆਨ ਫਿਰ ਨਵਾਂ ਹੁੰਦਾ। ਉਹ ਗਿਆਨ ਉਸ ਵੇਲੇ ਨਹੀਂ ਕਿਤਾਬਾਂ 'ਚ ਹੁੰਦਾ, ਉਸ ਵੇਲੇ ਕਿਤਾਬਾਂ 'ਚ ਹੁੰਦਾ ਹੈ, ਗ੍ਰੰਥਾਂ 'ਚ ਹੁੰਦਾ ਗਿਆਨ ਜ਼ਰੂਰ, ਪਰ ਉਹਦੇ ਅਰਥ ਨਹੀਂ ਹੁੰਦੇ। ਉਹਦੇ ਅਰਥ ਕਰਨ ਵਾਲਾ ਗਿਆਨ ਆਉਂਦਾ, ਬਸ ਉਹੀ ਗਿਆਨ ਆਉਂਦਾ ਜਿਹੜਾ ਹੈਗਾ। ਵਿਆਖਿਆ ਹੀ ਉਹਦੀ ਨਵੀਂ ਆਉਂਦੀ ਗ੍ਰੰਥਾਂ ਦੇ ਗਿਆਨ। ਉਹੀ ਗਿਆਨ ਹੁੰਦਾ ਜਿਹੜਾ ਆਉਂਦਾ, ਉਹ ਦੱਸਦਾ ਵੀ ਇਹ ਵੀ ਆਹੀ ਹੈ, ਇਹ ਵੀ ਆਹੀ ਹੈ। ਸਮਝ ਲੈਣਾ, ਉਹ ਵਿਦਿਆ ਨੂੰ ਸਮਝ ਲੈਣਾ, ਵਿਦਿਆ ਦੇ ਅਰਥ ਆ ਜਾਣੇ, ਵੀ ਇਹ ਅੰਦਾਜ਼ਾ ਲੱਗ ਜਾਣਾ। ਉਹਦਾ ਅੰਦਾਜ਼ਾ ਜਿਹੜਾ ਹੈਗਾ ਜ਼ਿਆਦਾ ਹੋ ਜਾਂਦਾ, ਜਜਮੈਂਟ ਜ਼ਿਆਦਾ ਹੋ ਜਾਂਦੀ ਹੈ। ਜਜਮੈਂਟ ਹੀ ਹੈ। ਸੋ ਅਸਤਰ ਸ਼ਸਤਰ ਮੇਲ ਕੈ ਪ੍ਰਹਾਰ ਆਨ ਡਾਰਹੀ। ਸੋ ਅਸਤਰ ਸ਼ਸਤਰ ਮੇਲ ਕੈ, ਅਸਤਰ ਔਰ ਸ਼ਸਤਰ ਦੋਹਾਂ ਨੂੰ ਮਿਲਾ ਕੇ, ਜਿਵੇਂ ਅਸਤਰ ਅਸੀਂ ਕਹਿ ਸਕਦੇ ਹਾਂ ਤੀਰ ਨੂੰ, ਕਮਾਨ ਸ਼ਸਤਰ ਹੈ, ਦੋਹਾਂ ਨੂੰ ਮੇਲ ਕੇ ਅਸਤਰ ਔਰ ਸ਼ਸਤਰ। ਪ੍ਰਹਾਰ ਆਨ ਡਾਰਹੀ, ਸ਼ਸਤਰ ਜਿਹੜੇ ਹੈਗੇ ਨੇ ਉਹ ਜਿਹੜੇ ਦੁਨਿਆਵੀ ਗਿਆਨ ਹੈ, ਸ਼ਸਤਰ ਹੈ। ਧਨਕ ਚੜਾਇਓ ਸਤਿਕਾ, ਧਨਕ ਹੋ ਗਿਆ ਨਾ, ਜਸ ਹੁੰਦਾ ਬਾਣ। ਜਿਹੜਾ ਤੁਰਕੀ ਬਾਣੀ ਹੈ ਇਹ ਸ਼ਸਤਰ ਹੈ, ਇਹ ਆਕਾਸ਼ 'ਚ ਹੀ ਆਉਂਦੀ ਹੈ ਅਸਤਰ ਹੈ ਜਿਹੜੀ। ਹਾਂ, ਇਹ ਅਸਤਰ ਹੈ, ਜਿਹੜੀ ਤੁਰਕੀ ਬਾਣੀ ਅਸਤਰ ਹੈ। ਜਿਹੜਾ ਸੰਸਾਰੀ, ਜਿਹੜਾ ਅਸੀਂ ਸੰਤੋਖ ਤੱਕ ਦਾ ਗਿਆਨ ਲਿਆ, ਸ਼ਸਤਰ ਹੈ। ਇਹ ਨੇਜਾ ਗੱਡਿਓ, ਇਹਦੇ ਨਾਲ ਮਨ ਕਾਬੂ ਕਰਨਾ, ਜਿਹੜਾ ਕ੍ਰੋਧ ਕਾਬੂ ਕਰਨਾ, ਲੋਭ ਕਾਬੂ ਕਰਨਾ, ਇਹ ਦੂਏ ਹਥਿਆਰ ਨੇ। ਇਹ ਉਹ ਫਿਰ ਤੀਰ ਨੇ ਜਿਹੜੇ ਤਰਕ ਦੇ, ਉਹ ਦੂਜੇ ਹੋਰ ਮਤਲਬ ਉੱਚੀ ਗੱਲ ਹੈ, ਉਹ ਦੂਜੀਆਂ ਮੱਤਾਂ ਨੂੰ ਮਾਰੀਦੇ ਹੁੰਦੇ ਨੇ। ਉਹ ਜਿਹੜੇ ਪਰਲੋਕ 'ਚ ਬੈਠੇ ਨੇ ਨਾ, ਹੁਣ ਜਦ ਗਏ ਇੱਕ ਸ਼ਿਵ ਗਏ ਇੱਕ ਭੈ ਇੱਕ ਫਿਰ, ਇੱਕ ਸ਼ਿਵ ਭੈ ਇੱਕ ਗਏ ਇੱਕ ਫਿਰ ਭੈ। ਇਹ ਅਸਤਰ ਸੀ, ਸ਼ਸਤਰ ਨਹੀਂ ਹੈ। ਸ਼ਿਵ ਉੱਥੇ ਕਿੱਥੇ? ਸ਼ਿਵ ਤਾਂ ਹੈ ਨਹੀਂ ਉੱਥੇ ਕਿਤੇ। ਕ੍ਰਿਸ਼ਨ ਸੇ ਕੀਟ, ਇਹ ਅਸਤਰ ਨੇ ਸਾਰੇ, ਸ਼ਸਤਰ ਨਹੀਂ ਹੈ। ਸ਼ਸਤਰ ਸਾਹਮਣੇ ਖੜੇ ਤੇ ਮਾਰੀਦਾ, ਅਸਤਰ ਉਹਦੇ ਉਹ ਤੱਕ। ਅਸਤਰ ਤਾਂ ਹੁਣ ਇੱਥੋਂ ਚਲਾ ਦੇਣਾ, ਸੂਰਜ ਤੇ ਜਾ ਕੇ ਲੱਗਣਾ ਉਹਨੇ। ਪਰ ਲੋਕ ਆਣਾਂ ਦੇ ਲੱਗਣ ਵਾਲੇ ਅਸਤਰ ਹੁੰਦੇ ਨੇ, ਹਿਰਦੇ 'ਚ ਲੱਗਣ ਵਾਲੇ ਦੇ ਅਸਤਰ ਹੈ। ਅਸਤਰ ਨਿਰਾਕਾਰੀ ਤੇ ਚੱਲਦਾ, ਜਿਹੜੇ ਆ ਕੇ ਚਲੇਗਾ ਗੁਰੂ ਬਣ। ਹਾਂ, ਨਿਰਾਕਾਰੀ ਤੇ ਚੱਲਦਾ, ਅਸਤਰ ਬਣ ਕੇ ਨਿਰਾਕਾਰ ਤੇ ਚੱਲਦਾ। ਘੜੀਆ ਸੁੱਤ ਮਤ ਮਨ ਬੁੱਧ, ਇਹ ਅਸਰ ਚੱਲਦਾ। ਸ਼ਾਸਤਰ ਤਾਂ ਔਗਣਾਂ ਤੇ ਚੱਲਦਾ, ਸ਼ਾਸਤਰ ਪਖੰਡਵਾਦ ਤੇ ਚੱਲਦਾ। ਸ਼ਾਸਤਰ ਹੈ ਜਿਹੜੀਆਂ ਮਿੱਥਿਆ ਨੇ, ਸਰੀਰ ਤੱਕ ਦੀਆਂ ਸੰਬੰਧ, ਮਾਇਆ ਤੱਕ ਦੇ ਜਿਹੜੇ ਨੇ, ਉਹਨਾਂ ਤੇ ਚੱਲਦੇ ਨੇ। ਅਸਤਰ ਆਤਮਾ ਦੇ ਉੱਤੇ ਚੱਲਦੇ ਨੇ, ਘੜਨ ਵਾਲੀ ਚੀਜ਼ ਤੇ ਚੱਲਦੇ। ਨਾ ਭਾਜ ਗਾਜ ਹੈ ਹਠੀ, ਨਿਸ਼ੰਕ ਘਾਏ ਮਾਰਹੀ। ਨਾ ਭਾਜ, ਭਜਦੇ ਨਹੀਂ ਹੈ, ਗਾਜ ਹੈ ਹਟੀ, ਗੱਜਦੇ ਨੇ ਸਗੋਂ, ਭਜਦੇ ਨਹੀਂ, ਗੱਜਦੇ ਨੇ। ਨਿਸ਼ੰਕ ਘਾਏ ਮਾਰਹੀ, ਨਿਸ਼ੰਕ ਘਾਏ ਮਾਰ ਹੈ, ਸ਼ੰਕਾ ਰਹਿਤ ਹੋ ਕੇ। ਜਿਹੜੀ ਗੱਲ ਤੇ ਉਹਨਾਂ ਨੂੰ ਸ਼ੰਕਾ ਨਹੀਂ ਹੈ, ਠੀਕ ਗੱਲ ਕਰਦੇ ਨੇ। ਜਿੱਤੇ ਉਹਨਾਂ ਨੂੰ ਸ਼ੰਕਾ ਵੀ ਇਹੀ ਝੂਠੀ ਹੈ, ਝੂਠੀ ਗੱਲ ਨਹੀਂ ਕਰਦੇ, ਕਮਜ਼ੋਰ ਗੱਲ ਨਹੀਂ ਕਰਦੇ। ਜਿਹੜੀ ਗੱਲ ਤੇ ਉਹਨਾਂ ਨੂੰ ਪਤਾ ਕਮਜ਼ੋਰੀ ਹੈ, ਉਹ ਗੱਲੇ ਨਹੀਂ ਕਰਦੇ, ਸ਼ੰਕਾ ਰਹਿਤ ਹੋ ਕੇ ਗੱਲ ਕਰਦੇ ਨੇ। ਜਿਹੜੀ ਗੱਲ ਤੇ ਉਹਨਾਂ ਨੂੰ ਸ਼ੰਕਾ, ਉਹ ਗੱਲ ਨਹੀਂ ਕਰਦੇ। ਮਿਰਦੰਗ ਢੋਲ ਬਾਂਸੁਰੀ, ਸੁਨਾਏ ਝਾਂਜ ਬਾਜ ਹੈ। ਮਿਰਦੰਗ ਢੋਲ ਬਾਂਸੁਰੀ, ਢੋਲ ਬਾਂਸਰੀ, ਸੁਨਾਏ ਝਾਂਜ ਬਾਜ ਹੈ। ਸੁਨਾਏ ਝਾਂਜਬਾਜ਼, ਇਹ ਤਰੀਕੇ ਦੇ ਉਹ ਸਾਜ਼ ਤਾਂ ਵੱਜਦੇ ਨੇ ਕਿ ਕਈ ਵਾਰ ਉਹ ਗਾ ਕੇ ਗੱਲ ਕਰਦੇ ਨੇ, ਕੀਰਤਨ 'ਚ ਗੱਲ ਕਰਦੇ ਨੇ। ਜਿਵੇਂ ਸਾਡੇ ਕੋਲ ਸ਼ਬਦ ਨੇ, ਉਹ ਕੀਰਤਨ ਨਾਲ ਗੱਲ ਸੁਣਾ ਜਾਂਦੇ ਨੇ। ਸਾਰੇ ਇੱਕੋ ਜਿਹੇ ਨਹੀਂ ਹੁੰਦੇ ਬੰਦੇ, ਵਿੱਚ ਮਨ ਕਾਵ ਰੂਪ ਵਿੱਚ ਵੀ ਗੱਲ ਕਰਨ ਵਾਲੇ, ਕਾਵ ਰੂਪ 'ਚ ਵੀ ਗੱਲ ਕਰਨ ਵਾਲੇ ਹੁੰਦੇ ਨੇ।
ਮ੍ਰਿਦੰਗ ਢੋਲ ਬਾਂਸੁਰੀ ਹਾਂ, ਸੁਨਾਏ ਝਾਂਜ ਉਹਦਾ ਫਿਰ ਅਸਰ ਪੈਂਦਾ ਨਾ, ਅਸਰ ਪੈਂਦਾ। ਉਹਦਾ ਆਪਣਾ ਅਸਰ ਪੈਂਦਾ। ਸਪਾਪ ਰੂਪ ਕੈ ਬਲੀ ਸਕੋਪ ਆਨ ਗਾਜ ਹੈ ਸਤਾਬ ਸਪਾਪ ਸੁਪਾਬ ਸੁਪਾਂਬ ਪੈਰ, ਸਪਾਮ ਬਾਹਰਲੇ ਨਹੀਂ, ਸਪਾਮ ਰੂਪ ਬਾਹਰਲੇ ਕੈ- ਪੈਰ ਨਹੀਂ, ਪਾਮ ਨਹੀਂ ਰੋਕ ਕੇ, ਸੁਪਾਮ ਚਿੱਤਰ ਮਨ ਨੂੰ ਰੋਕ ਕੇ, ਦੋਹਾਂ ਨੂੰ ਰੂਪ ਕੈ ਰੂਪ ਕੈ ਦੋਹਾਂ ਨੂੰ ਇਕੱਠੇ ਕਰਕੇ। ਕੈ ਬਲੀ ਸਕੋਪ ਆਨ ਗਾਜ ਹੈ ਸਕੋਪ ਆਣ ਗਾਜ ਹੈ, ਫੇਰ ਕੋਪ ਕਰਕੇ ਗਜਦੇ ਨੇ। ਪੈਰ ਗੱਡ ਕੇ ਲੜਦੇ ਕੋਪ ਵੀ ਆ ਦੂਆ ਗੁੱਸਾ ਨਹੀਂ ਹੈ, ਸਕੋਪ ਹੈ। ਸਕੋਪ ਜਿਹੜਾ ਸਕੋਪ ਹੁੰਦਾ ਉਹ ਔਗਣਾਂ ਦੇ ਖਿਲਾਫ ਹੁੰਦਾ, ਆਦਮੀਆਂ ਸਾਹਮਣੇ ਵਾਲੇ ਦੇ ਖਿਲਾਫ ਨਹੀਂ ਹੈ। ਔਗਣ ਚਾਹੇ ਕਿਸੇ 'ਚ ਵੀ ਨੇ। ਸਕੋਪ ਆਨ ਗਾਜ ਹੈ ਉਹ ਕਹਿੰਦਾ ਬੁਰੇ ਤੇ ਨਾ ਗੁੱਸਾ ਕਰੋ, ਬੁਰਾਈ ਤੇ ਗੁੱਸਾ ਕਰੋ। ਬੁਰੇ ਤੇ ਗੁੱਸੇ ਦੀ ਲੋੜ, ਬੁਰਾਈ ਤੇ ਗੁੱਸੇ ਦੀ ਲੋੜ ਹੈ। ਉਹ ਕਹਿੰਦਾ ਵੀ ਤੈਨੂੰ ਨਹੀਂ ਔਖੇ ਹੁੰਦੇ, ਤੇਰੀ ਬੁਰਾਈ ਨੂੰ ਔਖੇ ਹੁੰਦੇ। ਤੇਰੇ ਨਾਲ ਕੋਈ ਦੁਸ਼ਮਣੀ ਨਹੀਂ, ਆ ਜਿਹੜੀ ਤੇਰੇ 'ਚ ਔਗਣ ਹੈ ਇਹਦੇ ਨਾਲ ਦੁਸ਼ਮਣੀ ਹੈ ਸਾਡੀ। ਗੱਲ ਘੁੰਮ ਗਈ, ਕਿ ਬੂਝ ਕੈ ਇੱਥੋਂ ਹੀ ਗੱਲ ਘੁੰਮ ਗਈ। ਤੈਨੂੰ ਨਹੀਂ ਕਹਿੰਦੇ ਆ ਤੇਰੀ ਜਿਹੜੀ ਗਲਤੀ ਹੈ ਤੇਰੀ, ਇਹਨੂੰ ਕਹਿੰਦੇ ਆ। ਜੇ ਗਲਤੀ ਛੱਡ ਮੈਂ ਫਿਰ ਤਾਂ ਗੱਲ ਹੀ ਕੋਈ ਨਹੀਂ। ਕਿ ਬੂਝ ਕੈ ਹਠੀ ਅਰੂਜ ਆਣ ਜੂਝ ਹੈ ਕਿ ਬੂਝ ਕੇ ਹਟੀ, ਜਿਹੜੇ ਸਮਝ ਲੈਂਦੇ ਨੇ ਗੱਲ ਨੂੰ, ਬੁੱਝ ਲੈਂਦੇ ਨੇ ਨਾ। ਬੁੱਝਣ ਵਾਲੀਆਂ ਗੱਲਾਂ ਨੇ ਬਹੁਤ ਸਾਰੀਆਂ, ਸਮਝਣ ਵਾਲੀਆਂ ਗੱਲਾਂ ਨਹੀਂ ਹੈ। ਕਿ ਬੂਝ ਕੈ ਹਠੀ ਹਾਂ, ਜਿਹੜੇ ਹਠੀ ਨੇ ਨਾ, ਉਹ ਜਿਹੜੇ ਪਹਿਲੇ ਹਠੀ ਸੀ, ਹਠੀ ਹੈ ਜਿਹੜਾ ਬੁੱਝ ਜਾਂਦਾ ਹਟੀਆਂ ਚੋਂ, ਸਮਝ ਲੈਂਦਾ ਗੱਲ ਨੂੰ। ਅਰੂਜ ਆਣ ਜੂਝ ਉਹ ਹੈ ਵੀ ਅਰੂਜ ਆਣ ਜੂਝ, ਉਹ ਹਟ ਛੱਡ ਦਿੰਦੇ ਨੇ, ਹਟ ਛੱਡ ਦਿੰਦੇ ਨੇ ਆਪਣਾ ਜੂਝ ਹੈ ਹਠੇ ਹੰਕਾਰ ਬਣ ਜਾਂਦਾ ਉਹਨਾਂ ਦਾ। ਹੰਕਾਰ ਹਠ ਰੂਪ ਧਾਰਨ ਕਰ ਲੈਂਦਾ। ਹਟ ਛੱਡਿਆ ਗਿਆ, ਹੰਕਾਰ ਛੱਡਿਆ ਗਿਆ। ਹਠ ਦਾ ਛੱਡਣਾ, ਹੰਕਾਰ ਦਾ ਛੱਡਣਾ ਇੱਕੋ ਹੀ ਗੱਲ ਹੈ। ਹੰਕਾਰ ਹਠ ਦੇ ਰੂਪ 'ਚ ਖੜਾ ਹੋ ਜਾਂਦਾ। ਮੈਂ ਨਾ ਮੰਨੂ, ਜਿਹੜਾ ਮੈਂ ਨਾ ਮੰਨੂ ਹੈ ਨਾ, ਇਹ ਬਹੁਤ ਖਤਰਨਾਕ ਸਟੇਜ ਹੈ। ਜਿਹੜਾ ਗੁਰਬਚਨ ਸਿੰਘ ਪਿੰਡਾਂ ਵਾਲਾ ਸੀ, ਮੈਂ ਨਾ ਮੰਨੂ ਤੇ ਆ ਜਾਂਦਾ ਸੀ, ਫੱਟ ਹਾਰ ਜਾਂਦਾ ਸੀ ਮਾੜੀ ਜੀ ਗਲਤੀ, ਕੁਛ ਵੀ ਨਹੀਂ ਸੀ ਗਿਆਨ ਉਹਦੇ ਕੋਲ। ਆਹੀ ਗਿਆਨ ਸੀ ਜਿਹੜਾ ਹੁਣ ਟੀਕੇ 'ਚ ਕੀ ਇਹਦੇ 'ਚ ਇਹੀ ਟੀਕੇ ਤੇ ਅੜਿਆ ਹੋਇਆ ਸੀ ਜਿਹੜਾ ਇਹ ਪੜ੍ਹਦੇ ਨੇ। ਕੀ ਉਹਦੇ ਤੋਂ ਕੋਈ ਤਰਕ ਕਰ ਦੇਵੇ ਉਹਦਾ ਖੜਾ ਕੇ ਰੱਖ ਦਿੰਦੇ ਤੇ ਉਹਨੂੰ ਨਿਹੰਗ ਸਿੰਘ ਜਾ ਕੇ। ਮੈਂ ਨਾ ਮੰਨੂ ਤੇ ਆ ਜਾਂਦਾ ਵੀ ਤੂੰ ਹੀ ਜੋ ਮਰਜ਼ੀ ਕਹੋ, ਮੈਂ ਤਾਂ ਇਹੀ ਮੰਨੂਗਾ, ਮੈਂ ਤਾਂ ਮੰਨਦਾ ਹੀ ਨਹੀਂ। ਰਿਜ਼ਲਟ ਕੀ ਨਿਕਲਿਆ? ਅੱਜ ਸਾਰੇ ਡੋਬ ਤੇ ਜਿੰਨੇ ਉਹਨੂੰ ਮੰਨਦੇ ਨੇ, ਕਿਸੇ ਦੇ ਪੱਲੇ ਕੱਖ ਵੀ ਨਹੀਂ ਹੈ, ਕੋਈ ਗਿਆਨ ਨਹੀਂ ਹੈ ਇਹਨਾਂ ਦੇ ਪੱਲੇ ਕਿਸੇ ਦੇ। ਆਲੇ ਦੁਆਲੇ ਕਿਹਨੇ ਘੇਰੇ ਨੇ? ਸਾਰੇ ਸਾਧਾਂ ਨੇ। ਪਿੰਡ ਵਾਲਿਆਂ ਦੇ ਆਲੇ ਦੁਆਲੇ ਕੌਣ ਨੇ? ਸੰਤ ਨੇ ਹੋਰ ਸਿੰਘ ਕੋਈ ਨਹੀਂ ਇਹਨਾਂ ਦੇ ਆਲੇ ਦੁਆਲੇ। ਆਲੇ ਦੁਆਲੇ ਦੇ ਪਿੰਡਾਂ 'ਚ ਪਹਿਲਾਂ ਸੀ, ਹੁਣ ਪਿੰਡਾਂ ਵਾਲੇ ਵੀ ਨਹੀਂ ਇਹਨਾਂ ਨੂੰ ਬਣਨ ਦਿੰਦੇ। ਉਹ ਕਹਿੰਦੇ ਤਾਂ ਬਾਹਮਣ ਨੇ, ਤੁਸੀਂ ਤਾਂ ਨਿਰੇ ਹੀ ਬਾਹਮਣ ਹੋ। ਸਾਨੂੰ ਪਹਿਲਾਂ ਪਤਾ ਸੀ, ਪਬਲਿਕ ਨੂੰ ਜਾਣੀ ਹੁਣ ਲੱਗ ਗਿਆ। ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਇਹ ਕੌਣ ਨੇ, ਪਬਲਿਕ ਨੂੰ ਹੁਣ ਲੱਗ ਗਿਆ। ਪਬਲਿਕ ਨੂੰ ਜਾਂ ਲੱਗ ਜਵੇ ਜਦ ਗੱਲ ਕਹਿਣ ਦੀ ਲੋੜ ਹੁੰਦੀ ਹੈ। ਹੁਣ ਨਾ ਬੋਲਣ ਜੋਗੇ, ਨਾ ਲੈਣ ਨਾ ਦੇਣ। ਕੀ ਪੈਦਾ ਕੀ ਕੀਤਾ? ਪੈਦਾ ਨਾ ਕੀਤੇ ਨੇ ਬਾਹਮਣ ਨਵੇਂ। ਗ੍ਰੰਥੀ ਨਾ ਬਾਹਮਣ ਵਾਲਾ ਕੰਮ ਕਰਦੇ ਨੇ, ਇਹੀ ਪੈਦਾ ਕੀਤੇ ਨੇ, ਹੋਰ ਤਾਂ ਕੁਝ ਨਹੀਂ ਪੈਦਾ ਕੀਤਾ ਇਹਨਾਂ ਨੇ। ਜਿੰਨੇ ਗੁਰਦੁਆਰੇ ਨੇ ਬਾਹਰ ਆ ਤਾਂ ਕਲੈਕਸ਼ਨ ਕਰ ਲਓ, ਖਾ ਲਓ ਧਰਮ ਦੇ ਨਾਂ ਤੇ। ਉਹ ਜਿਵੇਂ ਬਾਹਮਣ ਇਕੱਠਾ ਉਹ ਪੈਦਾ ਕੀਤੇ ਨੇ। ਹੋਰ ਇਹਨਾਂ ਨੇ ਕੀ ਪੈਦਾ ਕੀਤਾ? ਉਹੀ ਸੀ ਵੀ ਆ ਜਿਹੜਾ ਸਾਰਾ ਪ੍ਰਬੰਧ ਹੈ ਹਰਿਮੰਦਰ ਸਾਹਿਬ ਵਾਲਾ ਆਪਣੇ ਹੱਥ 'ਚ ਕਰ ਲਓ, ਚੜਾਵਾ ਸਾਨੂੰ ਆਈ ਜਾਊਗਾ। ਅਸੀਂ ਆਪਣੀ ਮਰਿਆਦਾ ਉੱਥੇ ਚਲਾ ਦੇਣੀ ਹੈ। ਕੀ ਇਹਦੇ 'ਚ ਕੀ ਵਡਿਆਈ ਵਾਲੀ ਗੱਲ ਸੀ ਬਈ? ਕੀ ਸੇਵਾ ਦੀ ਸਿੱਖੀ ਦੀ? ਜੇ ਤੁਸੀਂ ਉਲਟ ਮਰਿਆਦਾ ਚਲਾ ਦਿੰਦੇ ਫਿਰ ਕਿਤੇ ਸਿੱਧੀ ਨਾ ਹੁੰਦੀ ਹੈ। ਉਹ ਗੁਰੂ ਕੌਣ ਹੈ? ਤਾਂ ਗੁਰੂ ਦੀ ਕੋਈ ਸ਼ਕਤੀ ਹੋ ਨਹੀਂ ਹੈ। ਜਿਹਨੇ ਕਿਹਾ ਸੀ ਪੰਥ ਤਲੇ ਚਲੇ ਤਬ ਜਗਤ ਮੈਂ, ਨਾਲੇ ਤੁਸੀਂ ਉਹਨੂੰ ਮੰਨੀ ਜਾਂਦੇ ਹੋ ਗ੍ਰੰਥ ਨੂੰ। ਉਹ ਗ੍ਰੰਥ ਨੂੰ ਜੇ ਮੰਨਦੇ ਹੋ, ਤੁਸੀਂ ਤਾਂ ਉਹਦੇ ਖਿਲਾਫ ਖੜੇ ਹੋ। ਉਹਦੀ ਸ਼ਕਤੀ ਆ ਤਾਂ ਤੁਸੀਂ ਮੰਨਦੇ ਹੀ ਨਹੀਂ। ਜੇ ਮੰਨਦੇ ਹੋ ਤਾਂ ਹੁਣ ਤਾਂ ਮਨਾ ਲੂਗਾ ਆਪ ਹੀ। ਹੁਣ ਤਾਂ ਆਪ ਹੀ ਖੜਾ, ਸੱਚ ਮੂਹਰੇ ਆਇਆ। ਹੁਣ ਦੱਸੋ, ਰਾਹ ਰੋਕਦੇ ਸਾਰੇ, ਨਿਕਲੋ ਕਿੱਧਰ ਨਿਕਲਦੇ। ਝੂਠ ਤਾਂ ਹਮੇਸ਼ਾ ਹੀ ਆਪਣੇ ਆਪ ਹੀ ਫੇਲ ਹੋ ਜਾਂਦਾ ਹੁੰਦਾ।
ਦਰਖਤ ਕਿੱਡਾ ਹੀ ਭਾਰੀ ਹੋਵੇ, ਆਖਰ ਉਹਨੇ ਆਪ ਹੀ ਖਤਮ ਹੋ ਜਾਣਾ। ਚਾਹੇ ਉਹਦੀ ਉਮਰ 100 ਸਾਲ ਹੋਵੇ, 200 ਸਾਲ ਹੋ ਸਕਦੀ ਹੈ, ਆਪ ਹੀ ਢਹਿ ਹੋ ਜਾਂਦਾ। ਜੋ ਉਪਜਿਓ ਸੋ ਬਿਨਸੈ। ਸੱਚ ਨਾ ਕਦੇ ਉਪਜਿਆ ਨਾ ਬਿਨਸਿਆ। ਝੂਠ ਉਪਜਦਾ ਰਹਿੰਦਾ ਔਰ ਬਿਨਸਦਾ ਰਹਿੰਦਾ। ਮਨਮਤਾਂ ਪੈਦਾ ਹੁੰਦੀਆਂ ਰਹਿੰਦੀਆਂ ਨੇ, ਖਤਮ ਹੁੰਦੀਆਂ ਰਹਿੰਦੀਆਂ ਨੇ। ਇੱਕ ਨਵਾਂ ਰਾਹ ਕੱਢਣਾ ਚਾਹੁੰਦੇ ਤੇ ਖਤਮ ਹੋ ਗਿਆ। ਮਿਸ਼ਨਰੀ ਆਪਣਾ ਚਾਹੁੰਦੇ ਤੇ ਉਹ ਵੀ ਖਤਮ ਹੋ ਗਏ। ਵਾਹਿਗੁਰੂ ਵਾਹਿਗੁਰੂ ਚਾਹੁੰਦੇ ਖਤਮ ਹੋ ਗਏ। ਖਤਮ ਨੇ, ਅੱਗੇ ਰਾਹ ਬੰਦ ਨੇ ਸਾਰੇ, ਕੁਛ ਨਹੀਂ। ਰਿਜ਼ਲਟ ਕੀ ਨਿਕਲਿਆ ਤੁਹਾਡਾ? ਬੜਾ ਪ੍ਰਚਾਰ ਕੀਤਾ, ਰਿਜ਼ਲਟ ਨਿਕਲਿਆ ਸਿੱਖੀ ਹੈ ਨਹੀਂ। ਅੱਜ ਰਿਜ਼ਲਟ ਤਾਂ ਇਹ ਹੈ ਨਾ ਵੀ ਸਿੱਖੀ ਹੈ ਨਹੀਂ। ਸਿੱਖੀਓ ਪੈਦਾ ਕੀਤੀ ਹੈ ਤੁਸੀਂ, ਖਾਲਸਾ ਨਹੀਂ ਪੈਦਾ ਕੀਤਾ। ਇਹ ਤਾਂ ਅੱਗੇ ਵੱਧ ਗਏ ਤੇ ਜਣਾ ਕਣਾ ਨਾ ਖਾਲਸਾ, ਜਣਾ ਕਣਾ ਨਾ ਖਾਲਸਾ। ਇਹਨਾਂ ਨੇ ਕਿਹਾ ਸਿੱਖੀ ਖਤਮ ਕਰਕੇ ਹੁਣ ਖਾਲਸਾ ਗਾਂ ਚਲੇ ਗਈ ਅਗਲੀ ਪੌੜੀ, ਖਾਲਸੇ ਵਾਲੀ ਵੀ ਇਹ ਵੀ ਭੋਗ ਪਾ ਦਈਏ। ਪਾਉਣ ਦੇ ਦਾਂਗੇ ਅਸੀਂ ਭੋਗ, ਤੁਹਾਨੂੰ ਤੁਹਾਡਾ ਨਾ ਭੋਗ ਪਾ ਦਾਂਗੇ ਅਸੀਂ, ਤੁਹਾਡਾ ਹੀ ਭੋਗ ਪਾਤਾ। ਖਾਲਸਾ ਭੋਗ ਪਾਉਂਦੇ ਪਾਉਂਦੇ ਆਪਣਾ ਪਵਾ ਲਿਆ ਭੋਗ ਇਹਨਾਂ ਨੇ। ਜੋਸ਼ੀ ਦਾ ਨਾਮ ਖਾਲਸਾ ਪੈ ਗਿਆ ਨਾ ਭੋਗ। ਇਹ ਸਭ ਜਿੰਨੇ ਇਕੱਠੇ ਹੋ ਕੇ ਆਏ ਤੇ ਇਹ ਸਾਰੇ ਹੀ ਨੰਗੇ ਹੋ ਗਏ ਹੁਣ ਆਪਣੇ ਆਪ ਹੀ। ਅਕਾਲੀ ਵੀ ਖਾਲਸੇ ਦੇ ਭੋਗ ਪਾਉਂਦੇ, ਹੋਰ ਕੀ ਕਰਦੇ ਸੀ? ਇਹਨਾਂ ਦਾ ਆਪਣਾ ਹੀ ਭੋਗ ਪੈ ਗਿਆ। ਸਾਰਿਆਂ ਦਾ ਹੀ ਭੋਗ ਪੈ ਜਾਣਾ। ਸੱਚ ਨੂੰ ਦਾ ਕੋਈ ਕੁਛ ਨਹੀਂ ਵਿਗਾੜ ਸਕਦਾ। ਸੱਚ ਦੇ ਆਸਰੇ ਦਾ ਸ੍ਰਿਸ਼ਟੀ ਖੜੀ ਹੈ, ਸੱਚ ਦਾ ਕੀ ਵਿਗਾੜਨ? ਸੱਚ ਦੇ ਆਸਰੇ ਦਾ ਸਰੀਰ ਖੜਾ ਹੈ। ਜਦ ਸੱਚ ਵਿੱਚੋਂ ਨਿਕਲੇ ਦਾੜ ਦੇ ਜਿਹੜੇ ਪੈਣੇ ਨੇ। ਉਹਨੂੰ ਪੁੱਛਿਆ ਜਿਹੜੇ ਸੱਚ ਵਿਗਾੜਨ ਵਾਲੇ ਤੇ ਸਾਡਾ, ਉਹ ਤੁਸੀਂ ਤਾਂ ਸੱਚ ਦੇ ਆਸਰੇ ਆਪ ਖੜੇ ਹੋ। ਜਿਹੜਾ ਸਰੀਰ ਲਈ ਫਿਰਦੇ ਹੋ ਨਾ, ਜਿਹਦੇ ਖਾਤਰ ਤੁਸੀਂ ਪਲਾਨ ਬਣਾਉਂਦੇ ਹੋ, ਇਹ ਖੜਾ ਹੀ ਸੱਚ ਦੇ ਆਸਰੇ ਹੈ। ਸੋ ਅੰਧ ਧੁੰਦ ਹੋਏ ਰਹੀ, ਦਿਸ਼ਾ ਵਿਸ਼ਾ ਨ ਸੂਝ ਹੈ। ਸੋ ਅੰਧ ਧੁੰਦ ਹੋਏ ਰਹੀ, ਬਸ ਅੰਧ ਧੁੰਦ ਹੈ। ਬਹੁਤਿਆਂ ਨੂੰ ਪਤਾ ਹੀ ਨਹੀਂ ਲੱਗਦਾ ਕੀ ਹੋ ਰਿਹਾ। ਊਂਠ ਕਿਸ ਕਰਵਟ ਬੈਠੂ, ਕਿਹੜਾ ਕਿਹਦੇ ਕੋਲ ਕਿੰਨਾ ਸੱਚ ਨਿਕਲੂ, ਕਿਹਦੇ ਕੋਲ ਕਿੰਨਾ ਸੱਚ ਨਿਕਲੂ। ਅਖੀਰ ਕਿੱਥੇ ਆ ਕੇ ਲਾਈਨ ਖਿੱਚੂ ਸੱਚ ਔਰ ਝੂਠ ਦੀ। ਕਿਹੜਾ ਜਿੱਤੂ ਕਿਹੜਾ ਹਾਰੂ, ਕੋਈ ਅਜੋ ਕਿਸੇ ਨੂੰ ਪਤਾ ਨਹੀਂ ਲੱਗ। ਅੰਧ ਧੁੰਦ ਹੋਏ ਰਹੀ, ਦਿਸ਼ਾ ਵਿਸ਼ਾ ਨ ਸੂਝ ਹੈ। ਨਾ ਦਿਸ਼ਾ ਆਮ ਲੋਕਾਂ ਨੂੰ ਨਹੀਂ ਪਤਾ ਲੱਗ ਰਿਹਾ, ਕਿਉਂਕਿ ਉਹ ਦੋਏ ਤਰ੍ਹਾਂ ਦੇ ਵਿੱਚ ਨੁਕਸ ਨੇ, ਦੋਏ ਤਰ੍ਹਾਂ ਮੰਨੀ ਜਾਂਦੀਆਂ ਨੇ। ਦੋਏ ਤਰ੍ਹਾਂ 'ਚ ਦੇਵਤਿਆਂ 'ਚ ਰਾਖਸ਼ਾਂ, ਦੋਹਾਂ 'ਚ ਨੁਕਸ ਨੇ। ਹੁਣ ਇੱਥੇ ਦੇਵਤੇ ਕੌਣ ਨੇ, ਰਾਖਸ਼ ਕੌਣ ਨੇ? ਇੱਥੇ ਰਾਖਸ਼ ਦੇਵਤਿਆਂ ਦੀ ਗੱਲ ਨਹੀਂ ਹੈ। ਗੱਲ ਚੰਡੀ ਦੀ ਬਾਹਰ ਵਾਲੀ ਚੱਲਦੀ ਹੈ। ਉੱਥੇ ਚੰਡੀ ਦੀ ਬਾਹਰ ਚੱਲਦੀ ਹੈ। ਚੰਡੀ ਨੂੰ ਚੜਾ ਕੇ ਲਿਆਏ ਨੇ ਦੇਵਤੇ ਰਾਖਸ਼ਾਂ ਦੇ ਖਿਲਾਫ। ਇੱਥੇ ਝਗੜਾ ਹੀ ਚੰਡੀ ਦਾ ਹੈ, ਆਪਣਾ ਹੀ ਕਤਲੇ ਉਹਦਾ ਹੋ ਰਿਹਾ। ਗਲਕੀ ਬਦਾਰ ਦਾ, ਪੰਡਤ ਦਾ। ਖੜੇ ਉਹਦੇ ਹੱਕ ਦੇਵਤੇ ਹੋਏ ਨੇ, ਜਿਹੜੇ ਉਹਦੇ ਹੱਕ 'ਚ ਖੜੇ ਹੋਏ ਨੇ ਦੇਵਤੇ ਮੰਨਾਂਗੇ ਉਹਨੂੰ, ਰਾਖਸ਼ ਕਿਵੇਂ ਮੰਨ ਲਾਂਗੇ? ਸ਼ਿਵ ਜੀ ਵਾਲੇ ਰਾਜੇ ਦੇ ਖਿਲਾਫ ਸਟੈਂਡ ਜਿਹੜੇ ਲਈ ਬੈਠੇ ਨੇ। ਰਾਖਸ਼ ਆ ਉਹ ਹੈ ਜਿਹੜਾ ਸੱਚ ਦਾ ਨਾਸ਼ ਕਰਨਾ ਚਾਹੁੰਦਾ ਰਾਜਾ। ਹੁਣ ਰਾਖਸ਼ ਔਰ ਦੇਵਤੇ ਡਾਇਗਨੋਸ ਕਰਨੇ ਨੇ ਅੱਜ। ਰਾਜੇ ਦੇ ਨਾਲ ਕੌਣ ਹੈ? ਪੰਡਤ। ਸਭ ਤੋਂ ਰਾਜੇ ਨੂੰ ਸਿੱਖਿਆ ਕੌਣ ਦੇਣ ਵਾਲਾ? ਪੰਡਤ। ਅਗਰ ਕੋਈ ਦੁਨੀਆ 'ਚ ਰਾਖਸ਼ ਹੈ ਤਾਂ ਪੰਡਤ ਹੈ। ਪੰਡਤ ਰਾਖਸ਼ ਪੈਦਾ ਕਰਦਾ। ਔਰ ਦੂਆ ਸਾਖਤ ਹੈ। ਸਾਖਤ ਕੌਣ ਹੈ? ਸਾਖਤ ਰਾਜਾ। ਰਾਜਾ ਜਿਹੜਾ ਬਣਦਾ ਹੈ, ਇਹ ਭੂਪਤ ਸਭ ਝੂਠੇ ਕਰਤ ਦੇ ਵਜਾ ਦਾਵਾ ਇਹ ਕਰਦੇ ਨੇ। ਦਾਵਾ ਸ਼ਿਵ ਜੀ ਨਹੀਂ ਕਰਦਾ, ਉਹਦੇ ਖਿਲਾਫ ਇਹ ਕੋਈ ਨਹੀਂ ਹੈ। ਸ਼ਿਵ ਜੀ ਦੇ ਖਿਲਾਫ ਕੋਈ ਪੰਕਤੀ ਨਹੀਂ ਹੈ ਇਹ ਜੀ, ਉਹਨਾਂ ਦੇ ਖਿਲਾਫ ਨਹੀਂ ਪੰਕਤੀ। ਦਾਵਾ ਕਰਦਾ ਹੈ ਇਹਦਾ ਹੁੰਦਾ ਸ਼ਰੀਕ ਖੁਦਾ ਬਣਦਾ ਇਹ ਆਪ। ਉਹਨਾਂ ਨੇ ਤਾਂ
ਸਾਈਡ ਲਈ ਹੈ ਕਲਕੀ ਅਵਤਾਰ ਦੀ। ਉਹ ਬ੍ਰਾਹਮਣ ਹੈ ਦਿੱਜ। ਉਹ ਦੂਏ ਪਾਸੇ ਉਹ ਖੁਦ ਬ੍ਰਾਹਮਣ ਹੈ, ਉਹ ਦਿੱਜ ਹੈ, ਪੰਡਤ ਨਹੀਂ ਹੈ। ਪੰਡਤ ਨਹੀਂ ਹੈ। ਔਰ ਦੂਏ ਪੰਡਤ ਉਹਦੇ ਖਿਲਾਫ ਨੇ, ਰਾਜੇ ਨਾਲ ਨੇ, ਉਹਦੇ ਖੁਦ ਖਾਨਦਾਨੀ ਸਾਰੇ। ਉਹੀ ਚਰਚਾ ਕਰ ਰਹੇ ਨੇ ਦੂਏ ਪਾਸੇ। ਪੰਡਤ ਪਾੜੀ ਬਾਟ, ਹਾਂ ਪੰਡਤ। ਜਿਨ੍ਹਾਂ ਨੇ ਬਾਟ ਪਾੜੀ ਹੈ ਪੰਡਤ ਉਹ ਨੇ। ਉਹ ਬਾਟ ਕਿਹਨੇ ਠੀਕ ਕੀਤੀ ਹੈ? ਕਲਕੀ ਅਵਤਾਰ ਨੇ ਬਾਟ ਠੀਕ ਕਰ ਲਈ। ਇਹ ਬ੍ਰਾਹਮਣ ਹੈ, ਉਹ ਪੰਡਤ ਨੇ। ਹੁਣ ਜਿਹੜੇ ਦੇਵਤੇ ਨੇ ਉਹ ਤਾਂ ਹੈਗੇ ਨੇ ਮਹਾਦੇਵ ਨਾਲ ਖੜੇ। ਮਹਾਦੇਵ ਸ਼ਿਵ ਨੂੰ ਕਹਿੰਦੇ ਨੇ। ਇੱਕ ਪਾਸੇ ਮਹਾਦੇਵ ਹੈ, ਮਹਾਦੇਵ ਨਾਲ ਦੇਵਤੇ ਹੀ ਹੁੰਦੇ ਨੇ, ਛੋਟੇ ਦੇਵ। ਉਹ ਬੜਾ ਦੇਵ ਹੈ, ਦੂਏ ਚੇਲੇ ਨੇ ਉਹਦੇ ਮਹਾਦੇਵ। ਮਹਾਦੇਵ ਲੀਡਰ ਹੈ, ਦੇਵਤੇ ਉਹਦੇ ਨਾਲ ਨੇ। ਮਹਾਦੇਵ ਨਾਲ ਦੇਵਤੇ ਖੜੇ ਨੇ। ਜੇ ਹੁਣ ਰਾਖਸ਼ ਕੌਣ ਬਚੇ? ਰਾਖਸ਼ ਬਚੇ ਬਾਹਮਣ। ਰਾਜਾ ਰਾਖਸ਼ ਹੁੰਦਾ, ਡਾਕੇ ਮਾਰਨੇ, ਗਰੀਬਾਂ ਦੇ ਕਬਜ਼ੇ ਕਰਨੇ, ਲੁੱਟਣੇ, ਖੋਹਣੇ ਕਰਨੇ, ਜ਼ਬਰਦਸਤੀ ਕਰਨੀ, ਇਹ ਰਾਖਸ਼ਾਂ ਦਾ ਕੰਮ ਹੈ। ਔਰ ਇਸ ਵਕਤ ਉਹ ਖੜਾ ਹੈ, ਰਾਜ ਨੂੰ ਮਿਟਾਉਣ ਵਾਸਤੇ ਖੜਾ ਹੈ। ਪਰਮੇਸ਼ਰ ਦੇ ਨਾਂ ਨੂੰ ਨਹੀਂ ਜਪ ਸਕਦੇ। ਜਿੰਨੇ ਵੀ ਰਾਖਸ਼ਾਂ ਦੇ ਨਾਂ ਆਏ ਨੇ, ਰਾਵਣ ਦਾ ਨਾਂ ਆਇਆ, ਉਹ ਵੀ ਰਾਜਾ ਹੈ। ਕਿਉਂਕਿ ਰਾਮਚੰਦਰ ਕਾਹਦੇ ਨਹੀਂ ਰਾਖਸ਼ ਹੈ? ਅਸਲ 'ਚ ਰਾਮਚੰਦਰ ਰਾਖਸ਼ ਹੈ। ਉਹਨੇ ਸਮੂਹ ਰਿਸ਼ੀ ਦਾ ਸਿਰ ਵੱਢਿਆ। ਇਹ ਕਹਿੰਦੇ ਨੇ ਰਾਵਣ ਰਾਖਸ਼ ਹੈ। ਰਾਵਣ ਤਾਂ ਵੇਦਾਂ ਵਾਲਾ, ਵੇਦ ਪੜ੍ਹਨ ਵਾਲਾ ਰਾਖਸ਼ ਕਿਵੇਂ ਹੋ ਗਿਆ? ਜੇ ਵੇਦ ਪੜ੍ਹਨ ਵਾਲੇ ਨੂੰ ਰਾਖਸ਼ ਕਹਿੰਦੇ ਨੇ ਇਹ, ਤਾਂ ਗੁਰਬਾਣੀ ਵਾਲੇ ਵੇਦਾਂ ਦੇ ਹੱਕ 'ਚ ਖੜੇ ਨੇ। ਅਸੀਂ ਕਹਿੰਦੇ ਰਾਖਸ਼ ਇਹ ਨੇ। ਇਹ ਤਾਂ ਇਹ ਕਹਾਂਗੇ ਇਹ ਰਾਖਸ਼। ਇਹ ਚਰਚਾ ਕਰ ਲੈਣ, ਜਿਵੇਂ ਚਰਚਾ ਹੋਈ ਹੈ ਟੀਵੀ ਤੇ ਕਰ ਲੈਣ, ਗਿਆਨ ਚਰਚਾ ਕਰ ਲੈਣ। ਜਿਹੜੇ ਉਸ ਵੇਲੇ ਦੇ ਸਿਮਰਤ ਸ਼ਾਸਤਰ ਬਣਾਏ ਹੋਏ ਨੇ, ਜਿਨ੍ਹਾਂ ਨੇ ਸਿਮਰਤ ਸ਼ਾਸਤਰ ਬਣਾਏ ਨੇ, ਉਹ ਸਾਰੇ ਰਾਖਸ਼ ਨੇ। ਜਿਹੜੇ ਸਿਮਰਤ ਸ਼ਾਸਤਰਾਂ ਤੋਂ ਬਾਗੀ ਨੇ, ਉਹ ਰਾਖਸ਼ ਨਹੀਂ ਹੈ। ਉਹ ਚਾਹੇ ਇਸਲਾਮ ਵਾਲੇ ਵੀ ਨੇ। ਕਿਵੇਂ ਰਾਖਸ਼ ਮੰਨ ਲਈਏ ਅਸੀਂ ਉਹਨਾਂ ਨੂੰ? ਤੁਹਾਡੇ ਖਿਲਾਫ ਨੇ ਉਹ। ਉਹਨਾਂ ਦੀ ਇੱਕ ਅੱਖ ਫਿਰ ਮੰਨ ਲਈ ਗੁਰਬਾਣੀ ਨੇ। ਹਿੰਦੂਆਂ ਨਾ ਮੰਨ ਲਿਆ, ਤੁਰਕੋਕਾਣਾ ਮੰਨ ਲਿਆ। ਹੁਣ ਰਾਖਸ਼ਾਂ ਦੀ ਆ ਦੇਵਤਿਆਂ ਦੀ ਲਕੀਰ ਖਿਚਾਉਣੀ ਹੈ। ਸਾਬਤ ਕਰੋ ਰਾਖਸ਼ ਕੌਣ ਹੈ। ਰਾਖਸ਼ ਇੱਕ ਬਿਰਤੀ ਦਾ ਨਾਂ ਹੈ। ਹਿਰਨਾ ਬਾਜਾਂ ਤੇ ਸਿਕਦਾਰਾਂ ਇੰਨਾ ਪੜਿਆ, ਸਫਾਈ ਲੱਗੀ ਜਤ ਪਾਣ ਅੱਗੇ ਨਹੀਂ। ਜਿਹੜੇ ਸਖਤ ਨੇ ਉਹ ਰਾਖਸ਼ ਨੇ। ਸਖਤ ਸਿਉਂ ਕਰ ਉਲਟੀ। ਜਿਹੜੇ ਇਹਨਾਂ ਦੇ ਝੂਠ ਨੂੰ ਨਹੀਂ ਮੰਨਦੇ, ਉਹ ਰਾਖਸ਼ ਨਹੀਂ ਹੋ ਸਕਦੇ। ਝੂਠ ਨੂੰ ਨਾ ਮੰਨਣ ਵਾਲਾ ਰਾਖਸ਼ ਨਹੀਂ। ਝੂਠ ਦਾ ਪ੍ਰਚਾਰ ਕਰਨ ਵਾਲਾ, ਸੱਚ ਦੀ ਮੁਖਾਲਫਤ ਝੂਠ ਕਰਦਾ ਹੈ। ਸੱਚ ਦੇ ਖਿਲਾਫ ਕੌਣ ਖੜਾ ਹੈ? ਝੂਠ ਖੜਾ ਹੈ। ਝੂਠ ਕੀ ਹੈ? ਝੂਠ ਸਰੀਰ, ਮੂਰਤੀ, ਮਾਇਆ। ਮਾਇਆ ਦੇ ਪੁਜਾਰੀ ਰਾਖਸ਼ ਨੇ। ਰਾਖਸ਼ ਬਿਰਤੀ ਉਹਨਾਂ ਦੀ। ਰਾਖਸ਼ ਬਿਰਤੀ ਤੋਂ ਕੀ ਪੈਦਾ ਹੁੰਦਾ? ਅੱਤਵਾਦ। ਰਾਖਸ਼ ਬਿਰਤੀ ਤੋਂ ਅੱਤਵਾਦ ਪੈਦਾ ਹੁੰਦਾ। ਅੱਤਵਾਦ ਗਿਆਨ ਚਰਚਾ ਨਹੀਂ ਚਾਹੁੰਦਾ ਹੁੰਦਾ। ਜੋ ਗਿਆਨ ਚਰਚਾ ਨਹੀਂ ਚਾਹੁੰਦਾ ਅੱਤਵਾਦੀ ਹੈ। ਇਹ ਤਾਂ ਗਿਆਨ ਚਰਚਾ ਚੱਲਦੀ ਹੈ। ਚਲਾਈ ਕਿਹਨੇ ਹੈ? ਚਲਾਈ ਜੋਗੀਆਂ ਨੇ। ਰਾਜਾ ਆਇਆ, ਗਿਆਨ ਚਰਚਾ ਨੂੰ ਮੰਨਿਆ। ਕਿਸੇ ਸਿੱਟੇ ਤੇ ਗੱਲ ਪਹੁੰਚ ਰਹੀ ਹੈ ਨਾ, ਸਿੱਟੇ ਤੇ ਪਹੁੰਚ ਰਹੀ ਹੈ ਨਾ ਗੱਲ। ਆਖਰ ਰਾਜੇ ਨੂੰ ਮੰਨਣਾ ਪੈਂਦਾ ਹੁੰਦਾ ਹੈ। ਅਮਨ ਰਾਜਾ ਹੀ ਵਿਗਾੜਦਾ ਹੁੰਦਾ। ਅਮਨ ਦੀ ਠੇਕੇਦਾਰੀ ਰਾਜੇ ਦੀ ਹੁੰਦੀ ਹੈ। ਜੇ ਅਮਨ ਵਿਗੜਦਾ ਹੈ ਤਾਂ ਰਾਖਸ਼ ਬਿਰਤੀ ਰਾਜੇ ਦੀ ਹੋਈ ਹੈ। ਯਥਾ ਰਾਜਾ ਤਥਾ ਪ੍ਰਜਾ। ਰਾਜੇ ਦੀ ਜ਼ਿੰਮੇਵਾਰੀ ਹੈਗੀ ਹੈ ਨਾ। ਜੋਗੀ ਤੇ ਤਾਂ ਕੋਈ ਜ਼ਿੰਮੇਵਾਰੀ ਨਹੀਂ। ਉਹਦੀ ਤਾਂ ਕੋਈ ਸੁਣਦਾ ਨਹੀਂ। ਉਹ ਤਾਂ ਬਾਹਰ ਕੱਢਿਆ ਹੋਇਆ ਲੋਕਾਂ ਨੇ।
ਉਹਨੇ ਤਾਂ ਆਪਣਾ ਬਾਈਕਾਟ ਕਰ ਲਿਆ, ਉਹ ਤਾਂ ਦੁਨੀਆ ਤੋਂ ਨਿਆਰਾ ਹੋ ਗਿਆ, ਉਹ ਤਾਂ ਜੰਗਲਾਂ 'ਚ ਰਹਿਣ ਲੱਗ ਗਿਆ, ਉਹ ਤਾਂ ਪਿੰਡਾਂ 'ਚ ਰਹਿੰਦਾ ਹੀ ਨਹੀਂ। ਪਿੰਡਾਂ 'ਚ ਕੌਣ ਰਹਿੰਦੀ ਹੈ? ਪ੍ਰਜਾ ਰਾਜੇ ਦੀ। ਪ੍ਰਜਾ ਜਿਹੜੀ ਪਿੰਡਾਂ 'ਚ ਰਹਿੰਦੀ ਉਹ ਤਾਂ ਰਾਜੇ ਨਾਲ ਜੁੜੀ ਹੋਈ ਹੈ। ਜ਼ਿੰਮੇਵਾਰ ਤਾਂ ਫਿਰ ਰਾਜਾ ਹੀ ਹੈ ਪ੍ਰਜਾ ਦਾ। ਜੇ ਪਦਮ ਨਹੀਂ ਹੁੰਦੀ ਹੈ ਰਾਜੇ ਦੀ ਜ਼ਿੰਮੇਵਾਰੀ ਹੈ। ਜੇ ਰਾਖਸ਼ ਬਿਰਤੀ ਹੋਈ ਹੈ ਤਾਂ ਰਾਜੇ ਦੀ ਜ਼ਿੰਮੇਵਾਰੀ ਹੈ, ਰਾਖਸ਼ ਬਿਰਤੀ ਉਹਦੀ ਹੈ। ਸਾਰੇ ਰਾਜਿਆਂ ਨੂੰ ਕਹਿੰਦੇ ਨੇ, ਅਖਬਾਰਾਂ ਵੀ ਰਾਜਿਆਂ ਨੂੰ ਕਹਿੰਦੀਆਂ ਨੇ, ਲੋਕ ਰਾਜਿਆਂ ਨੂੰ ਕਹਿੰਦੇ ਨੇ, ਸਾਧਾਂ ਨੂੰ ਕੋਈ ਨਹੀਂ ਕਹਿੰਦਾ। ਸਾਧਾਂ ਨੂੰ ਕਹਿਣਗੇ ਵੀ ਤੁਸੀਂ ਆਪਣੇ ਉੱਤੇ ਨਹੀਂ ਰਹੇ, ਥੋੜੇ ਜਿਹੀ ਕਮੀਆਂ ਆ ਗਈ। ਸਾਧਾਂ ਦੀਆਂ ਕਮੀਆਂ, ਪਬਲਿਕ ਦੀਆਂ ਕਮੀਆਂ ਦੀ ਜ਼ਿੰਮੇਵਾਰ ਨਹੀਂ ਹੈ। ਪਬਲਿਕ ਦੀਆਂ ਕਮੀਆਂ ਦੇ ਕੀ ਜ਼ਿੰਮੇਵਾਰੀ ਉਹਨਾਂ ਦੀ? ਪਬਲਿਕ ਦੀਆਂ ਕਮੀਆਂ ਦੀ ਜ਼ਿੰਮੇਵਾਰੀ, ਪਬਲਿਕ ਨੂੰ ਠੀਕ ਕਰਨਾ ਨਾ ਠੀਕ ਕਰਨਾ ਰਾਜੇ ਕੋ ਫੋਰਸ ਹੈ। ਤੇ ਫੋਰਸ ਤਾਂ ਰਾਜੇ ਕੋਲ, ਉਹਨਾਂ ਕੋਲ ਤਾਂ ਕੋਈ ਫੋਰਸ ਹੈ ਨਹੀਂ। ਪਬਲਿਕ ਨੂੰ ਕਿਵੇਂ ਠੀਕ ਕੀਤਾ ਜਾਵੇ? ਤਾਂ ਰਾਖਸ਼ ਰਾਜਾ ਹੀ ਹੁੰਦਾ ਹੈ। ਰਾਖਸ਼ ਧਰਮ ਵਾਲੇ ਦੂਏ ਜਿਹੜੇ ਨੇ, ਇਹ ਜੋਗੀ ਕਦੇ ਨਾ ਰਾਖਸ਼ ਹੋਏ ਨੇ ਨਾ ਰਾਖਸ਼ ਉਹ ਹੈ। ਇਹ ਜਿਹੜੀ ਰਾਖਸ਼ ਆਪਸੀ ਬਾਹਮਣ ਦੂਆਂ ਤੇ ਮੜ ਦਿੱਤੀ। ਗੁਰਬਾਣੀ ਮੰਨਦੀ ਹੈ ਤੁਹਾਨੂੰ ਸੁਪਨੇ ਦੇ ਵਿੱਚ ਵੀ ਦਇਆ ਨਹੀਂ ਹੈ। ਜਿਹਨੂੰ ਸੁਪਨੇ ਦੇ ਵਿੱਚ ਦਇਆ ਨਹੀਂ ਹੈ, ਰਾਖਸ਼ ਉਹ ਹੈ ਕਿ ਰਾਖਸ਼ ਦੂਆ। ਜੋਗੀ ਨੂੰ ਤਾਂ ਕਦੇ ਕਿਹਾ ਨਹੀਂ ਤੈਨੂੰ ਸੁਪਨੇ ਦੀ ਦਇਆ ਨਹੀਂ ਹੈ, ਉਹਨੂੰ ਤਾਂ ਕਦੇ ਨਹੀਂ ਕਿਹਾ ਹੋਇਆ। ਉਪਦੇਸ਼ ਜੋਗੀਆਂ ਨੂੰ ਦਿੱਤਾ ਹੈ, ਸੰਪਰਕ ਜੋਗੀਆਂ ਨਾਲ ਰਿਹਾ, ਧਾਰਮਿਕ ਜੋਗੀਆਂ ਨੂੰ ਮੰਨਿਆ ਗੁਰਮਤਿ ਨੇ, ਸਾਧਾਂ ਨੂੰ ਮੰਨਿਆ, ਸ਼ਿਵ ਨੂੰ ਮੰਨਿਆ। शिव शक्ति आप उपाय के करता आपे हुक्म बरता है। इधर राजा ने अपनी शक्ति मन के अपना हुक्म बरताउंदा, तो विरोध तो फिर ये कर रहे हैं ना। विरोध तो कुदरत ये कर रहे हैं, राजा कर रहे हैं, हुक्म अपने चला रहे हैं। जोगी तो उपदेश दे रहे हैं, फिर भी अपना हुक्म तो कोई नहीं चला रहा। जो जाना लोगों ने मंगने जाता। धर्म की सिक्ख्या की कमजोरी होना चाहे, ये उन्होंने अपने वास्ते भी नुकसानदेह है, ज्यादा तो उन्होंने वास्ते नुकसानदेह है। जिन्हें अपना जीवन सारा लाता, लिया तो प्राप्ति कुछ की नहीं, तो नुकसान तो ज्यादातर उन्होंने अपने पैर कुहाड़ा मारे, अपने पैर कुहाड़ा मारे गाफल अपने। ये आई है जोगियों के खिलाफ गल, ये धार्मिक बंदे के खिलाफ आई है गल। अपने पैर आप कुहाड़ा मारे। इत्थे राक्षस देवते ने जिहड़े दोए, गल भी उन्हां वालों ही आ रही है राक्षस बिरती वाली, जिहड़े राजे दा पक्ष वाले ने। क्रोध भी हो ही